ਲਓ ਜੀ, ਇੱਕ ਵਾਰ ਫਿਰ ਤੋਂ ਹਾਜ਼ਰੀ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਵੇਲੇ ਨਾਲ ਅਸੀਂ ਆਪ ਜੀ ਦੇ ਨਾਲ ਗੱਲਾਂ ਬਾਤਾਂ ਕਰਨ ਆ ਜਾਂਦੇ ਹਾਂ। ਐਂਡ ਬੜੇ ਧੰਨਵਾਦੀ ਹਾਂ ਅਸੀਂ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਦੇ ਕਿ ਤੁਸੀਂ ਇੰਨਾ ਮੋਹ ਮੁਹੱਬਤ ਦਿੰਦੇ ਹੋ ਐਂਡ ਆਸ ਕਰਦੇ ਹੋ ਕਿ ਵੀ ਅਸੀਂ ਜੋ ਵੀ ਗੱਲਾਂ ਬਾਤਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ ਉਹ ਸਹੀ ਹੁੰਦੀਆਂ ਨੇ, ਆਥੈਂਟਿਕ ਹੁੰਦੀਆਂ ਨੇ। ਸੋ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਵੀ ਸਿੱਕੇ ਦੇ ਦੋਵੇਂ ਪਾਸੇ ਜਿਹੜੇ ਉਹ ਜ਼ਰੂਰ ਆਪ ਜੀ ਦੇ ਸਾਹਮਣੇ ਰੱਖ ਦਈਏ ਤਾਂ ਜੋ ਜਿਹੜਾ ਫੈਸਲਾ ਲੈਣਾ, ਡਿਸੀਜਨ ਮੇਕਿੰਗ ਆ ਉਹ ਥੋੜੀ ਜਿਹੀ ਸੌਖੀ ਹੋ ਜਾਏ। ਤੇ ਵੀਰ ਪਰਮਵੀਰ ਬਾਠ ਹੋਣੀ ਆਪਣੇ ਨਾਲ ਨੇ। ਸਤਿ ਸ਼੍ਰੀ ਅਕਾਲ ਬਾਠ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ, ਬਹੁਤ ਮਿਹਰਬਾਨੀ ਸੰਧਾਲੀਆ ਸਾਹਿਬ। ਸਿਹਤਾਂ ਕਾਇਮ ਨਹੀਂ ਜੀ, ਕਾਫੀ ਠੀਕ ਨੇ ਅੱਜ। ਅੱਛਾ, ਅੱਗੇ ਨਾਲੋਂ? ਹਾਂਜੀ, ਅੱਗੇ ਨਾਲੋਂ ਅਚਾਨਕ, ਕਿਉਂਕਿ ਟੋਰਾਂਟੋ ਤੋਂ ਵਾਪਸ ਆ ਗਏ, ਪਿੰਡ ਆਪਣੇ ਵਾਪਸ ਆ ਗਏ। ਇੱਥੇ ਪਤਾ ਸਰਾਣਾ ਕਿੱਥੇ ਆ, ਖੇਸੀ ਕਿੱਥੇ ਆ, ਪੱਲੀ ਕਿੱਥੇ ਆ ਤੇ ਦਾਤੀ ਕਿੱਥੇ ਆ। ਸ਼ਹਿਰੋਂ ਪਿੰਡ ਆ ਗਏ ਹਾਂ। ਆਪਣੇ ਖੱਤੇ ਦੇ ਉੱਤੇ ਤੁਰ ਜਾਣਾ ਹੋਵੇ ਤਾਂ ਪਤਾ ਹੁੰਦਾ ਵੱਟ ਕਿੱਥੋਂ ਪਤਲੀ ਕਿੱਥੋਂ ਮੋਟੀ ਆ। ਹਾਂ, ਨਹੀਂ ਇਹ ਤਾਂ ਗੱਲ ਹੈਗੀ ਜੀ। ਐ ਮਤਲਬ ਬੰਦਾ ਬਗਾਨੀਆਂ ਵੱਟਾਂ ਤੇ ਇੱਧਰ ਉੱਧਰ ਡਿੱਗਦਾ ਰਹਿੰਦਾ। ਨਹੀਂ, ਭੈ ਤਾਂ ਬਗਾਨੇ ਤੇ ਨਹੀਂ, ਇਹ ਆ ਤਾਂ ਫਿਰ ਗੱਲ ਗਲਤ ਆ। ਨਹੀਂ, ਬਗਾਨੇ ਉੱਦਾਂ ਨਹੀਂ, ਬਗਾਨੀ ਵੱਟ ਗਿਆ ਮੈਂ, ਵੱਟ ਗਿਆ ਫਿਰ ਠੀਕ ਆ। ਬਗਾਨੀ ਵੱਟ ਜਿਹੜੀ ਨਾ ਉੱਤੇ ਬੰਦਾ ਡਿੱਗਦਾ ਰਹਿੰਦਾ। ਇਸ ਕਰਕੇ ਚਲੋ ਜਦੋਂ ਬੰਦਾ ਆਪਣੇ ਹਿਸਾਬ ਨਾਲ ਉਹਨੂੰ ਪਤਾ ਹੁੰਦਾ ਵੀ ਇੱਥੋਂ ਜੋ ਪੋਲੀ ਇੱਥੇ ਇੱਕ ਚੂਹਾ ਰਹਿੰਦਾ ਹੈ ਨਾ, ਉਹ ਪੱਕੀ ਗੱਲ ਵੱਟ ਪੋਲੀ ਕਰ ਛੱਡਦਾ ਹੈ ਨਾ। ਜੇ ਕਿਤੇ ਮਤਲਬ ਹੋਈ ਤੇ ਫਿਰ ਉੱਥੋਂ ਆਪਾਂ ਥੋੜਾ ਖਿਆਲ ਨਾਲ ਲੰਘਣਾ। ਚਲੋ ਇੱਕ ਗੱਲ ਤਾਂ ਹੈਗੀ ਆ ਵੀ ਵੱਟ ਭਾਵੇਂ ਇੱਥੇ ਆ ਭਾਵੇਂ ਵੱਟ ਉੱਥੇ ਆ, ਖਬਰਾਂ ਵਾਲੇ ਵੱਟ ਉੱਦਾਂ ਨਿਕਲਦੇ ਰਹੇ। ਨਹੀਂ, ਉਹ ਖਬਰਾਂ ਵਾਲੇ ਵੱਟ ਸਗੋਂ ਵੱਧ ਨਿਕਲਦੇ ਰਹੇ। ਹਾਂ, ਕਿਉਂਕਿ ਉਹ ਆਮ ਤੌਰ ਤੇ ਤਾਂ ਆਪਾਂ ਪੰਜਾਬ ਵਾਲੇ ਭਾਰਤ ਵਾਲੇ ਕੱਢੀ ਦੇ ਆ, ਉੱਥੇ ਗਏ ਸੀ ਤਾਂ ਲੈ ਦੇ ਕੇ ਆਪਾਂ ਉੱਧਰਲੇ ਵੀ ਕੈਨੇਡਾ ਵਾਲੇ ਵੱਟ ਵੀ ਕੱਢਦੇ ਰਹੇ ਨਾਲ। ਹਾਂ, ਚਲੋ ਕੈਨੇਡਾ ਵਾਲੇ ਵੱਟ 20 ਤਰੀਕ ਤੱਕ ਅਜੇ ਹੋਰ ਨਿਕਲਣੇ ਆ ਤੇ ਉਦੋਂ ਬਾਅਦ ਫਿਰ ਜਾ ਕੇ ਕਹਾਣੀ ਨਿਕਲ ਆਉਣੀ ਹੈ ਵੀ ਭਾਈ ਸਾਹਿਬ ਕਿਹੜਾ ਬੰਦਾ ਕੁਛ ਨਾ ਕੁਛ ਵੱਟ ਗਿਆ, ਖੱਟ ਗਿਆ ਤੇ ਕਿਹਦੇ ਵੱਟ ਨਿਕਲ ਗਏ ਹੈ ਨਾ, ਕਲੀਅਰ ਹੋ ਜੂ। ਇਹ ਤਾਂ ਚਲੋ ਅਜੇ ਇਹ ਮੈਂ ਗੱਲ ਕਰ ਰਿਹਾ ਜੀ ਵੀ ਜਿਹੜੀ ਕੈਨੇਡਾ ਵਾਲੀ ਫੈਡਰਲ ਇਲੈਕਸ਼ਨ ਉਹਦੀ ਗੱਲ। ਪਰ ਆਪਾਂ ਪੰਜਾਬ ਵਾਲੇ ਪਾਸੇ ਚੱਲੀਏ। ਆਓ, ਪੰਜਾਬ ਵਾਲੇ ਪਾਸੇ ਬਾਠ ਸਾਹਿਬ ਗੱਲ ਇੱਦਾਂ ਆ ਵੀ ਇਲੈਕਸ਼ਨ ਕਹਿੰਦੇ ਵੀ ਕੋਈ ਕਹਿੰਦਾ ਬੱਲੇ ਬੱਲੇ ਜੀ ਬੜੀ ਦੂਰ ਹੈ ਯਾਰ, ਤੁਸੀਂ ਕਾਹਦੀ ਕਾਹਲੀ ਪਾਈ। ਕੋਈ ਕਹਿੰਦੇ ਵੀ ਕੋਈ ਗੱਲ ਨਹੀਂ, ਸਾਨੂੰ ਪਤਾ ਇਲੈਕਸ਼ਨ ਕਿੱਦਾਂ ਅਸੀਂ ਆਪਣੇ ਹਿਸਾਬ ਨਾਲ ਸੈੱਟ ਕਰ ਲੈਣੀ ਹੈ। ਉਹ ਮੁਸਕੜੀ ਜਿਹੇ ਹਾਸੇ 'ਚ ਇੱਦਾਂ ਜਾਪਦਾ ਵੀ ਇਲੈਕਸ਼ਨ ਉਹਨਾਂ ਨੇ ਹੋਣ ਨਹੀਂ ਦੇਣੀ ਸੀ। ਅਤੇ ਕੁਛ ਕੁ ਜਿਹੜੀਆਂ ਪਾਰਟੀਆਂ ਨੇ ਉਹ ਕਹਿੰਦੇ ਆ ਵੀ ਭਾਈ ਸਾਹਿਬ ਸਾਡੇ ਵੱਲੋਂ ਇਲੈਕਸ਼ਨ ਹੋਵੇ, ਸਾਡੇ ਵੱਲੋਂ ਭਾਵੇਂ ਲੇਟ ਹੋਵੇ, ਆਹ ਸਾਡੇ ਕੋਲੋਂ ਨਾਂ ਲੈ ਲਓ ਤੁਸੀਂ ਵੀ ਫਲਾਨਾ ਫਲਾਣੇ ਥਾਂ ਤੋਂ ਭਾਈ ਸਾਡੇ ਵੱਲੋਂ ਉਮੀਦਵਾਰ। ਸਿਆਸੀ ਪਾਰਟੀਆਂ ਕਦੇ ਤਿਆਰੀ ਨਹੀਂ ਛੱਡਦੀਆਂ ਸੰਧਾਲੀਆ ਸਾਹਿਬ। ਤੁਸੀਂ ਦੇਖੋ, ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਭਾਈ ਦੇਖਾਂਗੇ ਇਲੈਕਸ਼ਨ ਹੋਣੀ ਕਿ ਨਹੀਂ ਹੋਣੀ, ਭਾਰਤੀ ਜਨਤਾ ਪਾਰਟੀ ਦਾ ਲਗਾਤਾਰ ਪੰਜਾਬ 'ਚ ਦਾਅਵਾ ਰਹਿੰਦਾ ਕਿ ਐਤਕੀ ਸਰਕਾਰ ਸਾਡੀ ਜੇ ਕਿਤੇ ਪੱਤਰਕਾਰ ਉਹਨਾਂ ਨੂੰ ਸਵਾਲ ਵੀ ਪੁੱਛ ਲੈਂਦਾ ਤੁਹਾਡੀ ਕਿੱਦਾਂ ਜੇ, ਉਹ ਕਹਿੰਦੇ ਜਿੱਦਾਂ ਹਰਿਆਣੇ 'ਚ, ਜਿੱਦਾਂ ਅਸੀਂ ਜੰਮੂ ਕਸ਼ਮੀਰ ਦੇ ਵਿੱਚ ਉਪ ਮੁੱਖ ਮੰਤਰੀ ਬਣਾਇਆ, ਪੰਜਾਬ 'ਚ ਤੁਹਾਨੂੰ ਬਣਾ ਕੇ ਦਿਖਾਵਾਂਗੇ, ਘਬਰਾਉਣਾ ਨਹੀਂ, ਸਾਡੀ ਰਣਨੀਤੀ ਬੜੀ ਵਧੀਆ ਹੈ। ਹੁਣ ਮੈਨੂੰ ਨਹੀਂ ਪਤਾ ਕਿ ਉਹਨਾਂ ਨੂੰ ਵੋਟਾਂ ਕਿੰਨੀਆਂ ਪੈਂਦੀਆਂ, ਸੀਟਾਂ ਕਿੰਨੀਆਂ ਮਿਲਦੀਆਂ, ਜ਼ਮਾਨਤ ਕਿੰਨਿਆਂ ਤੇ ਜ਼ਬਤ ਹੁੰਦੀ, ਕਿੰਨਿਆਂ ਤੇ ਬਚਦੀ, ਕਿੰਨਿਆਂ ਤੇ ਦੂਸਰੇ ਤੀਸਰੇ ਜਾਂ ਚੌਥੇ ਤੇ ਆਉਂਦੇ, ਉਹ ਪੰਜਾਬ ਦੇ ਵੋਟਰ ਫੈਸਲਾ ਕਰਨਗੇ। ਪਰ ਯਤਨ ਨਹੀਂ ਉਹਨਾਂ ਨੇ ਛੱਡਿਆ। ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਕਿ ਕੁਝ ਐਜੂਕੇਸ਼ਨ ਦੇ ਨਾਲ, ਸਿੱਖਿਆ ਦੇ ਨਾਲ ਸੰਬੰਧਿਤ ਜਿਹੜੇ ਪੁਰਾਣੇ ਬੰਦੇ ਨੇ ਉਹਨਾਂ ਨੂੰ ਆਪਣੀ ਪਾਰਟੀ 'ਚੋਂ ਲੈ ਕੇ ਗਏ। ਬਲਵੰਤ ਸਿੰਘ ਰਾਮੂਵਾਲੀਆ ਦੀ ਬੇਟੀ ਅਮਨਜੋਤ ਕੌਰ ਰਾਮੂਵਾਲੀਆ ਨੂੰ ਲੈ ਕੇ ਗਿਆ, ਜਿਹਦੇ ਤੋਂ ਬਾਅਦ ਰਾਮੂਵਾਲੀਆ ਪਰਿਵਾਰ ਰੋ ਕੇ ਦੱਸਦਾ ਸੀ ਕਿ ਸਾਡਾ ਸੰਬੰਧ ਕੋਈ ਨਹੀਂ ਰਿਹਾ। ਉਹਦੇ ਤੋਂ ਬਾਅਦ ਗਿਆਨੀ ਜੈਲ ਸਿੰਘ ਹੋਰਾਂ ਦੇ ਪੋਤੇ ਨੂੰ ਵੀ ਹੁਣ ਲੈ ਗਏ। ਹਾਲਾਂਕਿ ਸਿਆਸੀ ਤੌਰ ਦੇ ਉੱਤੇ ਉਹਨਾਂ ਦਾ ਪੰਜਾਬ 'ਚ ਆਧਾਰ ਕਿੰਨਾ ਕੁ ਇਹ ਵੱਖਰੀ ਗੱਲ ਹੈ। ਸ਼ਮਸ਼ੇਰ ਸਿੰਘ ਦੂਲੋ ਦਾ ਭਤੀਜਾ ਉਹ ਵੀ ਉਧਰਲੇ ਪਾਸੇ ਚਲੇ ਗਿਆ। ਪਤਾ ਲੱਗਿਆ ਕਿ ਹੋਰ ਕਈ ਬੰਦੇ ਕਹਿੰਦੇ ਆ ਕਿ ਭਾਈ ਚਲੇ ਜਾਈਏ, ਬਸ ਇਸੇ ਗੱਲ ਤੋਂ ਡਰਦੇ ਆ ਕਿ ਭਾਈ ਸਾਡੇ ਘਰ ਦੇ ਗੇਟ ਦੇ ਮੂਹਰੇ ਤਾਂ ਦਰੀ ਵਿਛਾਉਣ ਜਿੰਨਾ ਥਾਂ ਵੀ ਹੈ ਨਹੀਂ, ਵੀ ਕੱਲ੍ਹ ਨੂੰ ਅਗਲੇ ਜੀ ਮੂਹਰੇ ਆ ਕੇ ਕੋਈ ਧਰਨਾ ਲਾ ਕੇ ਬਹਿ ਗਏ। ਯਾਨੀ ਕਹਿਣ ਦਾ ਭਾਵ ਹੈ ਕਿ ਭਾਵੇਂ ਕੋਈ ਬੰਦਾ ਆਪਣੇ ਉਮੀਦਵਾਰਾਂ ਦੀ ਅਨਾਉਂਸਮੈਂਟ ਕਰ ਰਿਹਾ, ਕੋਈ ਬੰਦਾ ਇਹ ਕਹਿ ਰਿਹਾ ਕਿ ਭਾਈ ਅਸੀਂ ਤਾਂ ਫਲਾਨਿਆਂ ਦੇ ਨਾਲ ਖੜੇ ਹਾਂ, ਹਰ ਸਿਆਸੀ ਪਾਰਟੀ ਅੰਦਰ ਖਾਤੇ ਬਿਲਕੁਲ ਪੂਰਨ ਰੂਪ ਦੇ ਵਿੱਚ ਤਿਆਰੀ 'ਚ ਹੈ ਕਿ ਅਸੀਂ ਇਲੈਕਸ਼ਨ ਲੜਨੀ ਹੈ। ਤਿਆਰੀਆਂ ਉਹਨਾਂ ਦੀਆਂ ਪੂਰੀਆਂ ਨੇ। ਲੋਕ ਕੀ ਚੀਜ਼ ਨੂੰ ਦੇਖ ਕੇ ਵੋਟਾਂ ਪਾਉਂਦੇ ਆ, ਪਾਰਟੀ, ਬੰਦਾ ਜਾਂ ਮੁੱਦੇ, ਇਹ ਪੰਜਾਬ ਦੇ ਵੋਟਰਸ ਦੇ ਉੱਤੇ ਨਿਰਭਰ ਕਰਦਾ ਹੈ। ਆ ਜਿਹੜੀਆਂ ਬੀਜੇਪੀ ਦੇ ਵਿੱਚ ਐਂਟਰੀਆਂ ਹੋ ਰਹੀਆਂ ਨਾ, ਇਹ ਮੈਨੂੰ ਲੱਗਦਾ ਉੱਦਾਂ ਹੀ ਆ ਵੀ ਜਿੱਦਾਂ ਜਿਹੜਾ ਉੱਥੇ ਬੱਸ ਅੱਡੇ ਵਾਲਾ ਕੰਡਕਟਰ ਨਹੀਂ ਹੁੰਦਾ, ਜਿਹੜਾ ਸਵਾਰੀ ਨੂੰ ਐ ਮਤਲਬ ਉੱਥੇ ਸਮਝਾਉਂਦਾ ਦੇਖੋ ਗੱਲ ਇਹ ਆ, ਉਹ ਬੀਬੀ ਐਵੇਂ ਤੈਨੂੰ ਲੱਗਦਾ ਇਹ ਰੋਡਵੇ ਪਹਿਲਾਂ ਚਲੇ ਜਾਣੀ, ਆ ਜਿਹੜੀ ਪ੍ਰਾਈਵੇਟ ਲੱਗੀ ਇਹਨਾਂ ਨੇ ਰਾਹ 'ਚ ਖਲੋਂਦੇ ਜਾਣਾ, ਆਹ ਸਾਡੇ ਵਾਲੀ ਵੀਡੀਓ ਕੋਚ ਆ, ਸਾਨੂੰ ਪਤਾ ਵੀ ਅਸੀਂ ਬਾਈਪਾਸ ਨਿਕਲ ਜਾਣਾ, ਤੂੰ ਇਹ 'ਚ ਬਹਿ ਤੇ ਸਹੀ, ਤੈਨੂੰ ਸਭ ਤੋਂ ਪਹਿਲਾਂ ਪਹੁੰਚਾਵਾਂਗੇ। ਹੁਣ ਤੱਕ ਜਿਹੜਾ ਇਹ ਜਾਪਦਾ ਸੀ ਵੀ ਉਹਨਾਂ ਦੀ ਬੱਸ 'ਚ ਸਵਾਰੀ ਕੋਈ ਨਹੀਂ ਚੜ੍ਹਦੀ, ਤੇ ਹੁਣ ਹੌਲੀ ਹੌਲੀ ਕਦੀ ਕਿਤਿਓਂ ਆਵਾਜ਼ ਆਉਂਦੀ ਹੈ ਕਿਉਂਕਿ ਬੱਸ ਖਾਲੀ ਹੈ ਜੀ, ਸੀਟਾਂ ਬਹੁਤ ਸਾਰੀਆਂ, ਬੰਦੇ ਲੱਭਦੇ ਨਹੀਂ ਪਏ। ਇਸ ਕਰਕੇ ਜਿਹੜਾ ਵੀ ਆਉਂਦਾ ਉਹਨੂੰ ਇੱਕ ਵਾਰ ਉਹ ਆਪਣੇ ਹਿਸਾਬ ਨਾਲ ਪਤਾ ਨਹੀਂ ਕੀ ਕਰਨਾ ਮੰਨਾ ਕੁਰੂ ਕਰਦੇ ਆ, ਉਦੋਂ ਬਾਅਦ ਅਗਲਾ ਬੰਦਾ ਕਹਿੰਦਾ ਨਾ ਜੀ ਇਹਦੇ ਨਾਲ ਦੀ ਤੇ ਪਾਰਟੀ ਕੋਈ ਨਹੀਂ। ਹੁਣ ਦੇਖੋ ਗਿਆਨੀ ਜੈਲ ਸਿੰਘ ਹੋਰਾਂ ਦੇ ਪੋਤੇ ਨੇ ਜਦੋਂ ਜਾਣਾ ਸੀ, ਚਲੋ ਜੀ ਸਦਕੇ ਚਲੇ ਜਾਂਦਾ ਅਗਲਾ ਬੰਦਾ, ਭਾਈ ਸਾਹਿਬ ਸਿਆਸਤੀ ਕਰਨੀ ਇੱਧਰੋਂ ਹੀ ਉੱਧਰੋਂ ਹੀ। ਪਰ ਗੱਲ ਇਹ ਜੋੜਨੀ ਵੀ ਦੇਖੋ ਮੇਰੇ ਮਰਹੂਮ ਦਾਦਾ ਜੀ ਦਾ ਸੁਪਨਾ ਸੀ ਕਿ ਮੈਂ ਬੀਜੇਪੀ 'ਚ ਜਾਵਾਂ।
ਹੁਣ ਮੈਨੂੰ ਸਮਝ ਨਹੀਂ ਆਈ ਵੀ ਦਾਦਾ ਜੀ ਨੂੰ ਵੀ ਇੰਨਾ ਟਾਈਮ ਹੋ ਗਿਆ ਦੁਨੀਆ ਤੋਂ ਗਿਆ ਨੂੰ, ਤੇ ਇੰਨਾ ਟਾਈਮ ਇਹ ਵੀ ਇੱਥੇ ਮਤਲਬ ਰਹੇ, ਅਚਾਨਕ ਕਿਉਂ ਚੇਤਾ ਆਇਆ ਵੀ ਯਾਰ ਸੁਪਨਾ ਪੂਰਾ ਕਰਦੀ ਦਾਦਾ ਜੀ ਦਾ? ਦੇਖੋ ਉਹ ਕਹਿੰਦੇ ਇਲਾਜ ਵੀ ਨਹੀਂ ਕਰਾਇਆ ਪੂਰਾ ਉਹਨਾਂ ਨੇ, ਜਿਹੜੇ ਸਾਡੇ ਵਾਲੇ ਬੰਦੇ ਸੀ ਜਿਹੜੀ ਪਾਰਟੀ 'ਚ ਸਾਰੀ ਉਮਰ ਰਹੇ, ਤੇ ਕਹਿੰਦੇ ਜਿਉਂਦੇ ਜੀ ਉਹ ਕਹਿੰਦੇ ਸੀ ਕਿ ਉਹਨਾਂ ਤੋਂ ਆਸ਼ੀਰਵਾਦ ਦਵਾ ਗਿਆ ਸੀ। ਭਾਜਪਾ ਦੇ 2 ਵੱਡੇ ਲੀਡਰਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਕਿ ਉਹਨਾਂ ਦੇ ਮੇਰੇ ਤੋਂ ਪੈਰੀਂ ਹੱਥ ਲਵਾ ਗਿਆ ਸੀ ਕਿ ਭਾਈ ਤੂੰ ਇਹਨਾਂ ਦੇ ਅੰਗ ਸੰਗ ਰਹਿਣਾ, ਤੇ ਸ਼ਾਇਦ ਗਿਆਨੀ ਜੈਲ ਸਿੰਘ ਦੇ ਪੋਤਾ ਸਾਹਿਬ ਨੂੰ ਇਹ ਗੱਲ ਚੇਤੇ ਭੁੱਲ ਗਈ ਕਿ ਜਿਨ੍ਹਾਂ ਦੇ ਪੈਰੀਂ ਤੁਹਾਨੂੰ ਲਵਾਏ ਸੀ ਉਹਨਾਂ ਦੇ ਤਾਂ ਪੈਰੀਂ ਹੱਥ ਲਵਾ ਕੇ ਉਹਨਾਂ ਨੇ ਕਦੋਂ ਦੇ ਮਾਰਗਦਰਸ਼ਕ ਅਗਲਿਆਂ ਬਣਾਤੇ ਜਿਹਨਾਂ ਦੇ ਕੋਲ ਤੁਸੀਂ ਹੁਣ ਗਏ। ਬਾਕੀ ਇਦਾਂ ਹੈਗਾ, ਬਹੁਤ ਸਾਰੇ ਲੋਕ ਉਹ ਜਾ ਰਹੇ ਨੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਭਾਈ ਹੋਰ ਕਿਸੇ ਪਾਸੇ ਤਾਂ ਸੂਤ ਨਹੀਂ ਲੱਗਣਾ, ਅਜੇ ਉਧਰਲੇ ਪਾਸੇ ਤਾਂ ਟਿਕਟਾਂ ਜਿਹੜੀਆਂ ਨੇ ਬਹੁਤ ਸ਼ਾਇਦ ਦੇਰੀ ਨਾਲ ਮਿਲਣਗੀਆਂ ਵੀ ਕਿ ਨਹੀਂ ਮਿਲਣਗੀਆਂ, ਅਗਲਿਆਂ ਕਿਹੜਾ ਸਟਾਮ ਦੇ ਉੱਤੇ ਲਿਖ ਕੇ ਦਿੱਤਾ। ਜੇ ਕਦੇ ਕਦੇ ਗੁਰਦਾਸਪੁਰ ਵਾਲੇ ਪਾਸੇ ਆਪਾਂ ਦੇਖਿਆ ਜੇ ਲਿਖ ਕੇ ਵੀ ਦਿੱਤਾ ਹੁੰਦਾ ਤਾਂ ਕਿਹੜਾ ਅਗਲੇ ਟਿਕਟ ਦਿੰਦੇ ਆ, ਪਰ ਹੁਣ ਅਗਲਿਆਂ ਨੂੰ 117 ਬੰਦੇ ਚਾਹੀਦੇ ਆ, ਉਹਨਾਂ ਨੂੰ ਸੀਟਾਂ, ਟਿਕਟਾਂ, ਚੋਣ ਨਿਸ਼ਾਨ, ਪ੍ਰਚਾਰ ਦੇ ਲਈ ਗੱਡੀ, ਪਾਰਟੀ ਦਾ ਇੱਕ ਜਿਹੜੀ ਸਥਾਪਿਤ ਪਾਰਟੀ ਉਹਦਾ ਨਾਂ ਚਾਹੀਦਾ, ਤੇ ਫਿਰ ਲਈ ਜਾਂਦੇ ਆ। ਵੈਸੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਜਿਹੜਾ ਗੱਠਜੋੜ ਟੁੱਟਿਆ ਉਹਦੇ ਤੋਂ ਬੜੇ ਬੰਦੇ ਜਿਹੜੇ ਆ ਉਹਨਾਂ ਦਾ ਸੂਤਰ ਵੀ ਆਇਆ, ਬਹੁਤ ਸਾਰੇ ਬੰਦੇ। ਬਹੁਜਨ ਸਮਾਜ ਪਾਰਟੀ ਹੈ, ਉਹਨਾਂ ਨੂੰ ਐਂ ਲੱਗਦਾ ਸੀ ਕਿ ਇਕੱਲੇ ਜਿੰਨੀ ਦੇਰ ਮਰਜ਼ੀ ਇਲੈਕਸ਼ਨ ਲੜੀ ਜਾਈਏ, ਗੋਡਿਆਂ ਦੀ ਗਰੀਸ ਮੁਕਾਲੀ ਪ੍ਰਚਾਰ ਕਰ ਕਰਕੇ ਸ਼ਾਇਦ ਸਾਡੇ ਤੋਂ ਵਿਧਾਨ ਸਭਾ ਦੇ ਅੰਦਰ ਵੜਿਆ ਨਹੀਂ ਜਾਣਾ, ਤੇ ਵੜ ਵੀ ਨਹੀਂ ਹੋਇਆ। ਭਾਰਤੀ ਜਨਤਾ ਪਾਰਟੀ ਲਾਂਭੇ ਗਈ ਹੈ ਤੇ ਬਹੁਜਨ ਸਮਾਜ ਪਾਰਟੀ ਅੰਦਰ ਆ ਗਈ ਹੈ, ਤੇ ਬਹੁਜਨ ਸਮਾਜ ਪਾਰਟੀ ਦੇ ਹੁਣ ਕਈ ਉਮੀਦਵਾਰਾਂ ਨੂੰ ਲੱਗਦਾ ਕਿ ਐਤਕੀ ਵਿਧਾਨ ਸਭਾ ਦੀ ਮੈਂਬਰੀ ਪੱਕੀ ਹੈ। ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਵੀ ਕਈ ਬੰਦੇ ਇਦਾਂ ਦੇ ਸੀ ਜਿਹੜੇ ਬਹੁਤ ਲੰਬੇ ਸਮੇਂ ਤੋਂ ਟਿਕਟਾਂ ਦੀ ਭਾਲ ਦੇ ਵਿੱਚ ਸੀ। ਚਰਨਜੀਤ ਸਿੰਘ ਬਰਾੜ ਹੋਰੀ, ਉਹਨਾਂ ਨੇ ਪਿਛਲੀ ਵਾਰੀ ਨਵੇਂ ਸ਼ਹਿਰ ਤੋਂ ਕੋਸ਼ਿਸ਼ ਕੀਤੀ ਸੀ, ਚਲੋ ਗੱਲ ਨਹੀਂ ਬਣੀ। ਐਤਕੀ ਚਰਨਜੀਤ ਸਿੰਘ ਬਰਾੜ ਹੋਰੀ ਰਾਜਪੁਰੇ ਵਾਲਾ ਉਹ ਹਲਕਾ ਜਿਹੜੇ ਬੜੇ ਜ਼ਿਆਦਾ ਚਰਚਿਤ ਭਾਜਪਾ ਦੇ ਲੀਡਰ ਨੇ, ਆਪਾਂ ਨੂੰ ਪਤਾ ਹੈ, ਸਾਰਿਆਂ ਨੂੰ ਪਤਾ ਹੈ, ਉਹਨਾਂ ਨੇ ਉੱਥੋਂ ਇਲੈਕਸ਼ਨ ਲੜਨੀ ਹੁੰਦੀ ਸੀ। ਜੇ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੁੰਦਾ, ਗੱਠਜੋੜ ਐਤਕੀ ਹੋਇਆ ਨਹੀਂ, ਰਾਜਪੁਰਾ ਖਾਲੀ ਹੋ ਗਿਆ ਤੇ ਰਾਜਪੁਰੇ ਤੋਂ ਚਰਨਜੀਤ ਸਿੰਘ ਬਰਾੜ ਹੋਰਾਂ ਨੂੰ ਟਿਕਟ ਮਿਲ ਗਈ। ਤੇ ਇਦਾਂ ਹੀ ਮੁਕੇਰੀਆਂ ਵਾਲੇ ਸਰਬਜੋਤ ਸਿੰਘ ਸਾਬੀ ਹੋਰੀ ਵੀ ਆ, ਯੂਥ ਅਕਾਲੀ ਦਲ ਦੇ ਵਿੱਚ ਅੱਜ ਕੱਲ੍ਹ ਵੱਡਾ ਨਾਂ ਆ, ਮਜੀਠੀਆ ਸਾਹਿਬ ਦੇ ਬਹੁਤ ਨੇੜੇ ਨੇ। ਪਹਿਲਾਂ ਮੁਕੇਰੀਆਂ ਵਾਲੀ ਸੀਟ ਵੀ ਭਾਜਪਾ ਕੋ ਹੁੰਦੀ ਸੀ, ਐਤਕੀ ਕੰਮ 2 ਦੂਣੀ 7 ਹੋਇਆ ਤੇ ਸਰਬਜੋਤ ਸਿੰਘ ਸਾਬੀ ਹੋਰਾਂ ਨੂੰ ਟਿਕਟ ਮਿਲ ਗਈ। ਦੇਖੋ ਕਾਰਨ ਇਹ ਨਾ, ਉਹ ਕਹਿੰਦੇ ਭਲਾ ਹੋਇਆ ਮੇਰਾ ਚਰਖਾ ਟੁੱਟਾ, ਹੈ ਨਾ, ਜਿੰਦ ਅਜਾਬੋਂ ਛੁੱਟੀ। ਉਹ ਜਿਹੜਾ ਚਰਖਾ ਟੁੱਟ ਕੇ ਤੇ ਕਈਆਂ ਦੀ ਜਿੰਦ ਅਜਾਬੋਂ ਛੁੱਟੀ, ਉਹ 'ਚ ਕਈ ਨੇ, ਚਲੋ ਵਧੀਆ ਗੱਲ ਹੈ, ਠੀਕ ਹੈ, ਹਰੇਕ ਨੂੰ ਮੌਕਾ ਮਿਲਣਾ ਚਾਹੀਦਾ, ਪਰ ਕਾਰਨ ਇਹ ਆ ਨਾ ਵੀ ਜਿਹੜਾ ਮੌਕਾ ਮਿਲਿਆ ਇਹ ਨਾ ਹੋਏ ਕਿ ਵੀ ਇਹ ਮੌਕਾ ਮਿਲਿਆ ਹੀ ਰਹਿ ਜਾਵੇ, ਕਿਉਂਕਿ ਜਿਨ੍ਹਾਂ ਦੇ ਹੱਥ 'ਚ ਮੌਕਾ ਮਿਲਦਾ ਤਾਂ ਕੋਈ ਨਾ ਕੋਈ ਘੁੰਡੀ ਤੇ ਹੈਗੀ ਹੈ। ਚਲੋ ਆਪਾਂ ਰਾਜਪੁਰਿਓਂ ਗੱਲ ਤੋਰ ਲਈਏ, ਗਰੇਵਾਲ ਸਾਹਿਬ ਨਾ ਆਪਾਂ ਲੈ ਹੀ ਦਿੰਦੇ ਕਿਉਂਕਿ ਕਲੀਅਰ ਹੋ ਜੂ। ਗਰੇਵਾਲ ਸਾਹਿਬ ਨੇ ਉਜਰ ਨਹੀਂ ਕੀਤਾ, ਭਾਵੇਂ ਉੱਥੇ ਲੱਖ ਸਰਗਰਮੀਆਂ ਚੱਲਦੀਆਂ ਨੇ। ਮੈਂ ਉਹਨਾਂ ਦਾ ਇੱਕ ਬਿਆਨ ਨਹੀਂ ਸੁਣਿਆ ਜਿਹੜਾ ਜਾਂ ਤਾਂ ਕੋਈ ਅਕਾਲੀ ਦਲ ਦੇ ਵਿਰੋਧ 'ਚ ਆਇਆ ਹੋਵੇ ਜਾਂ ਆਖੇ ਵੀ ਕੋਈ ਗੱਲ ਨਹੀਂ ਵੇਖ ਲਾਂਗੇ ਇੱਥੋਂ ਸੀਟ ਆਪਣੀਆਂ। ਉਹ ਕੋਈ ਨਾ ਕੋਈ ਵਿੰਗਾ ਟੇਢਾ ਜਿਹਾ ਬਿਆਨ ਕਿਸਾਨਾਂ ਵਾਲੇ ਮਾਮਲੇ ਜ਼ਰੂਰ ਦੇ ਛੱਡਦੇ ਆ, ਉਦੋਂ ਬਾਅਦ ਸ਼ਾਂਤ ਰਹਿੰਦੇ ਆ। ਇਹਦਾ ਮਤਲਬ ਗਰੇਵਾਲ ਸਾਹਿਬ ਜਿਸ ਹਿਸਾਬ ਨਾਲ ਦਿੱਲੀ ਉਹਨਾਂ ਦੀਆਂ ਤਾਰਾਂ ਜੁੜੀਆਂ ਤੇ ਬਿਆਨ ਉਹ ਸਾਰਾ ਕਿਸਾਨ ਅੰਦੋਲਨ 'ਤੇ ਦਿੰਦੇ ਜਾਂ ਕਿਸਾਨਾਂ ਬਾਰੇ ਦਿੰਦੇ ਆ, ਉਹਨਾਂ ਦਾ ਉਜਰ ਨਾ ਕਰਨਾ, ਇਹਦਾ ਮਤਲਬ ਕਿਤੇ ਇੱਦਾਂ ਦੇ ਨੇ ਵੀ ਉਹਨਾਂ ਨੂੰ ਅਸਲ ਸੱਚਾਈ ਦਾ ਪਤਾ ਵੀ ਕੋਈ ਗੱਲ ਨਹੀਂ, ਭਜਾਈ ਫਿਰਨ ਦਿਓ ਗੱਡੀਆਂ, ਐਲਾਨ ਤੇ ਆਪਾਂ ਹੀ ਕਰਾਉਣਾ, ਕੀ ਪਤਾ ਕਰਾਉਣਾ ਕਿ ਨਹੀਂ ਕਰਾਉਣਾ। ਦੇਖੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਾ ਹਾਂ 'ਚ ਹਾਂ ਭਰਨ ਦਾ ਫਾਇਦਾ ਬੜਾ ਹੁੰਦਾ। ਮੈਂ ਤੁਹਾਨੂੰ 3 ਉਦਾਹਰਨਾਂ ਦਿੰਨਾ। ਸਭ ਤੋਂ ਪਹਿਲੇ ਨੰਬਰ ਦੇ ਉੱਤੇ ਤਰੁਣ ਚੁੱਗ ਨੇ, ਭਾਰਤੀ ਜਨਤਾ ਪਾਰਟੀ ਦੇ ਇਸ ਵੇਲੇ ਦੇ ਪੰਜਾਬ ਦੇ ਵੱਡੇ ਲੀਡਰ ਨੇ। ਕਦੇ ਜਿਹੜਾ ਅਵਿਨਾਸ਼ ਹੋਰਾਂ ਦਾ ਨਾਮ ਲਿਆ ਜਾਂਦਾ ਹੁੰਦਾ ਸੀ, ਹੁਣ ਉਹ ਜਿਹੜੇ ਤਰੁਣ ਚੁੱਗ ਸਾਹਿਬ ਆ ਉਹ ਆਪਣੇ ਹਲਕੇ ਤੋਂ ਬਹੁਤ ਵੱਧ ਵੋਟਾਂ ਦੇ ਨਾਲ ਹਾਰੇ ਸੀ 2017 'ਚ ਵੀ। ਪਰ ਜਦੋਂ ਹੁਣੇ ਗੁਜਰਾਤ ਦੇ ਭੁਪਿੰਦਰ ਪਟੇਲ ਹੋਰਾਂ ਨੂੰ ਮੁੱਖ ਮੰਤਰੀ ਬਣਾਇਆ ਤੇ ਵਿਧਾਇਕਾਂ ਦੇ ਨਾਲ ਜਿਹੜੇ 3 ਬੰਦੇ ਮੁਲਾਕਾਤ ਕਰਨ ਗਏ ਸੀ ਨਾ ਕਿ ਭਾਈ ਅਸੀਂ ਤੁਹਾਡਾ ਨੇਤਾ ਚੁਣਨਾ ਹੀ, ਉਹਨਾਂ 3 ਦੇ ਵਿੱਚੋਂ ਪਹਿਲੀ ਕੁਰਸੀ ਦੇ ਉੱਤੇ ਨਰਿੰਦਰ ਸਿੰਘ ਤੋਮਰ ਬੈਠੇ ਸੀ ਅਬਜ਼ਰਵਰ ਦੇ ਤੌਰ ਤੇ, ਤੀਸਰੀ ਕੁਰਸੀ ਦੇ ਉੱਤੇ ਤਰੁਣ ਚੁੱਗ ਸਾਹਿਬ ਬੈਠੇ ਸੀ। ਚਾਹੇ ਉਹ ਆਪਣੇ ਹਲਕੇ ਤੋਂ ਹਰ ਜਾਣ, ਚਾਹੇ ਪੰਜਾਬ ਦੇ ਵਿੱਚ ਵਿਰੋਧ ਹੋਵੇ ਜਾਂ ਜਿਵੇਂ ਵੀ ਹੋਵੇ, ਪਰ ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਦੀ ਕੌਮੀ ਪਾਲਿਸੀ ਦੇ ਹੱਕ 'ਚ ਬੋਲਦੇ ਆ, ਅਗਲੇ ਕਿਤੇ ਨਾ ਕਿਤੇ ਤਾਂ ਬਿਠਾ ਹੀ ਦਿੰਦੇ ਆ। ਹੁਣੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਪਰਸਨ ਵੀ ਤਾਂ ਇਕਬਾਲ ਸਿੰਘ ਲਾਲਪੁਰਾ ਹੋਰਾਂ ਨੂੰ ਬਣਾਇਆ ਗਿਆ। ਲੱਖ ਨੇਰੀਆਂ ਝੁੱਲੀਆਂ ਪਿਛਲੇ 1.5 ਸਾਲ ਦੇ ਵਿੱਚ ਕਿਸਾਨੀ ਅੰਦੋਲਨ ਦੇ ਨਾਲ ਅਗਲੇ ਪਾਰਟੀ ਨਾਲ ਖੜੇ ਰਹੇ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਪਰਸਨ ਬਣਾਤਾ। ਇਹਦੇ ਨਾਲ ਹੀ ਪੁਰੀ ਸਾਹਿਬ ਅੰਮ੍ਰਿਤਸਰੋਂ ਭਾਵੇਂ ਹਰ ਗਿਆ ਸੀ, ਅਗਲੇ ਨੇ ਮੰਤਰੀ ਦਾ ਬਣਾਏ ਆ। ਫਿਰ ਇਦਾਂ ਹੀ ਚਾਹੇ ਅਰਜੀਤ ਸਿੰਘ ਗਰੇਵਾਲ ਸਾਹਿਬ ਨੇ, ਚਾਹੇ ਜਿਆਣੀ ਸਾਹਿਬ ਨੇ, ਚਾਹੇ ਬਹੁਤ ਸਾਰੇ ਹੋਰ ਲੀਡਰ ਸਾਹਿਬ ਨੇ, ਉਹ ਸਾਰਿਆਂ ਨੂੰ ਕਿਤੇ ਨਾ ਕਿਤੇ ਆਸਤਾ ਹੁੰਦੀ ਹੈ ਕਿ ਭਾਈ ਕੋਈ ਗੱਲ ਨਹੀਂ, ਸਾਡੇ ਕੋਲੇ ਬਥੇਰਾ ਹਿਸਾਬ ਕਿਤਾਬ ਜਿਹਾ ਹੈਗਾ। ਇਧਰਲੇ ਪਾਸਿਓਂ ਬਹੁਜਨ ਸਮਾਜ ਪਾਰਟੀ ਦੇ ਪੱਖ 'ਚ ਬੀਬੀ ਮਾਇਆਵਤੀ ਦੀ ਹਮੇਸ਼ਾ ਬੋਲੀ ਬੋਲਦੇ ਹੁੰਦੇ ਸੀ ਅਵਤਾਰ ਸਿੰਘ ਕਰੀਮਪੁਰੀ। ਪੰਜਾਬ 'ਚੋਂ ਭਾਵੇਂ ਪਾਰਟੀ ਦਾ ਕੋਈ ਬੰਦਾ ਨਹੀਂ ਜਿਤਾ ਸਕੇ,
ਪਰ ਬੀਬੀ ਜੀ ਨੇ ਰਾਜ ਸਭਾ ਦੇ ਵਿੱਚ ਤਾਂ ਸੀਟ ਦਵਾਈ ਦਿੱਤੀ ਸੀ। ਨਹੀਂ ਹੁਣ ਮੈਨੂੰ ਪਤਾ ਲੱਗਾ ਜਿਹੜੀ ਅੱਗੇ ਮੈਂ ਬੱਸ ਵਾਲੀ ਉਦਾਹਰਨ ਦਿੱਤੀ ਸੀ ਵੀ ਸਵਾਰੀ ਬਹਿੰਦੀ ਕਿੱਦਾਂ ਤੇ ਕੰਨਾ ਮੰਨਾ ਗੁਰੂ ਕੀ ਕਰਦੇ, ਉਹ ਕੰਨਾ ਮੰਨਾ ਗੁਰੂ ਮੈਨੂੰ ਲੱਗਦਾ ਇਹ ਕਰਦੇ ਆ ਵੀ ਉਹ ਕਹਿੰਦੇ ਯਾਰ ਸਵਾਰੀ ਭਾਵੇਂ ਮੰਨੇ ਭਾਵੇਂ ਨਾ ਮੰਨੇ, ਯਾਰ ਮੈਨੂੰ ਪਤਾ ਬੱਸ ਤੁਹਾਡੀ ਚੱਲਣੀ ਨਹੀਂ, ਪਰਮਿਟ ਤੁਹਾਡੇ ਕੋਲ ਹੈ ਨਹੀਂ, ਇਹ ਤੇ ਅੱਡੇ ਚੋਂ ਨਿਕਲਣੀ, ਤੁਸੀਂ ਮੈਨੂੰ ਪਹੁੰਚਾਉਣ ਦੀ ਗੱਲ ਕਰਦੇ ਹੋ। ਉਹ ਕਹਿੰਦੇ ਵੀਰ ਤੇਰੇ ਕੋਲੋਂ ਆਪਾਂ ਪੈਸੇ ਟਿਕਟ ਦੇ ਲੈਣੇ ਆ, ਤੈਨੂੰ ਬੱਸ 'ਚ ਪਹੁੰਚਾਈਏ ਜਾਂ ਤੈਨੂੰ ਆਪਾਂ ਸਾਲਮ ਸੁਮੋ ਕਰਕੇ ਦਈਏ, ਤੂੰ 에ਅਰਪੋਰਟ ਤੇ ਟਾਈਮ ਨਾਲ ਚੱਲ ਜਾਏਗਾ, ਤੈਨੂੰ ਸਾਡੀ ਰਹੀ ਗਰੰਟੀ। ਹੁਣ ਬੰਦਾ ਜਿਹੜੀ ਉਹ ਗਰੰਟੀ ਦੇ ਹਿਸਾਬ ਨਾਲ ਚੱਲ ਪੈਂਦਾ, ਜਦੋਂ ਇੱਧਰ ਉੱਧਰ ਉਦਾਹਰਨਾਂ ਵੇਂਦਾ ਵੀ ਲੈ ਵੀ ਇੱਕ ਫਲਾਨੇ ਸਾਹਿਬ ਸੀ, ਉਹ ਕਹਿੰਦੇ ਹਾਂ ਯਾਰ ਉਹ ਤਾਂ ਹਾਰ ਗਏ ਸੀ, ਕਾਗਜ਼ਾਂ 'ਚ ਆ ਰਹੇ ਸੀ, ਅਹੁਦਾ ਦੇਖ, ਝੰਡੀ ਵਾਲੀ ਕਾਰ ਵੇਖ, ਬੱਤੀ ਵੇਖ, ਟੌਰ ਵੇਖ, ਫਿਰ ਅਗਲਾ ਨਾਲ ਹੀ ਕਹਿੰਦਾ ਵੀ ਰੱਖ ਦਿਓ ਫਿਰ ਮੇਰਾ ਝੋਲਾ ਬੱਸ ਜੀ, ਮੈਂ ਤੁਹਾਡੇ ਨਾਲ ਹੀ। ਨਹੀਂ ਸੰਧਾਲੀਆ ਸਾਹਿਬ ਵੈਸੇ ਵੀ ਜੇ ਅਗਲੇ ਕਹਿੰਦੇ ਦੇਖੋ ਜੀ ਪਾਰਟੀ 'ਚ ਕੋਈ ਬੰਦਾ ਮੰਨ ਲਓ ਕਿ ਭਾਰਤੀ ਜਨਤਾ ਪਾਰਟੀ ਵਾਲੇ ਕਿਸੇ ਕੋ ਗਏ ਹੁਣ ਕਿ ਤੁਸੀਂ ਸਾਡੀ ਪਾਰਟੀ ਸ਼ਾਮਲ ਹੋਵੋ, ਬਹੁਤ ਸਕੋਪ ਹੀ ਬਹੁਤ ਹੈ, ਲੋਕਾਂ 'ਚ ਉਤਸ਼ਾਹ ਬਹੁਤ ਹੈ, ਉਹ ਕਹੇ ਜੀ ਮੈਨੂੰ ਪਤਾ ਹੈ ਐਤਕੀ ਕੰਮ ਔਖਾ ਲੱਗਦਾ, ਉਹ ਕਹਿੰਦੇ ਮੈਂ ਤਾਂ ਤੂੰ ਇਲੈਕਸ਼ਨ ਲੜਨੀ, ਉਹ ਕਹਿੰਦੇ ਮੈਂ ਹਾਰ ਜਾਣਾ, ਉਹ ਪਤਾ ਕੀ ਕਹਿੰਦੇ ਹੋਣੇ, ਉਹ ਕਹਿੰਦੇ ਤਾਂ ਕੀ ਹੋਇਆ, ਹਾਰ ਜਾਣਾ ਹਾਰਨ ਥੋੜੀ ਹੁੰਦਾ। ਸੁਖਦੇਵ ਸਿੰਘ ਢੀਂਡਸਾ ਨੂੰ ਉਦਾਹਰਨ ਦੇਣੀ, ਅਕਾਲੀ ਦਲ 'ਚੋਂ ਹਾਰੇ ਸੀ, ਅੱਜ ਕਿੱਥੇ ਨੇ ਉਹਨਾਂ ਰਾਜ ਸਭਾ ਦੇ ਮੈਂਬਰ। ਦੁੱਲੋ ਸਾਹਿਬ ਕਾਂਗਰਸ 'ਚ ਹਾਰੇ ਸੀ, ਅੱਜ ਕਿੱਥੇ ਨੇ ਰਾਜ ਸਭਾ ਦੇ ਮੈਂਬਰ। ਬਾਜਵਾ ਸਾਹਿਬ ਲੋਕ ਸਭਾ ਦੀ ਇਲੈਕਸ਼ਨ ਹਾਰੇ ਸੀ, ਕਿੱਥੇ ਨੇ ਅੱਜ ਕੱਲ੍ਹ ਰਾਜ ਸਭਾ ਦੇ ਵਿੱਚ, ਉਹਨਾਂ ਨੇ ਹੋਰ ਵੀ ਲੈਣਾ। ਬਲਵਿੰਦਰ ਸਿੰਘ ਭੂੰਦੜ ਹਾਰੇ ਸੀ ਅਕਾਲੀ ਦਲ ਦੇ ਵਿੱਚ, ਹਾਂਜੀ ਅੱਜ ਕੱਲ੍ਹ ਕਿੱਥੇ ਨੇ ਰਾਜ ਸਭਾ 'ਚ। ਨਰੇਸ਼ ਗੁਜਰਾਲ ਸਾਹਿਬ ਜਲੰਧਰੋਂ ਹਾਰੇ ਸੀ, ਅੱਜ ਕੱਲ੍ਹ ਕਿੱਥੇ ਨੇ ਰਾਜ ਸਭਾ ਦੇ ਵਿੱਚ। ਯਾਨੀ ਇੱਕ ਨਹੀਂ ਪੁਰੀ ਸਾਹਿਬ ਦੀ ਉਦਾਹਰਨ ਤਾਂ ਉਹ ਦੇਣਗੇ ਹੀ ਦੇਣਗੇ। ਨਹੀਂ ਉਹ ਮੈਂ ਤਾਂ ਹੀ ਕਿਹਾ ਵੀ ਮੰਤਰੀਆਂ ਵਾਲੀਆਂ ਤਾਂ ਦਿਓ ਨਾ, ਇਹਦੇ ਤੁਸੀਂ ਰਾਜ ਸਭਾ ਦੀ ਮੈਂਬਰੀ ਵਾਲੀ ਦੇਣ ਦੇ ਆ। ਇਹ ਤੋਂ ਪਹਿਲਾਂ ਅੰਮ੍ਰਿਤਸਰੋਂ ਜਿੰਨੀਆਂ ਵੀ ਦਾਲ ਲੱਗਿਆ ਉਹ ਤਾਂ ਕਲੀਅਰ ਕੱਟ ਆ ਲੈਣ ਸਿਰ। ਇਸ ਤੋਂ ਪਹਿਲਾਂ ਭਾਵੇਂ ਜੇਤਲੀ ਸਾਹਿਬ ਦੀ ਉਦਾਹਰਨ ਲਾ ਲਈਏ ਤੇ ਭਾਵੇਂ ਆਪਾਂ ਪੁਰੀ ਸਾਹਿਬ ਦੀ ਉਦਾਹਰਨ ਲਾ ਲਈਏ, ਅਗਲੇ ਕਹਿੰਦੇ ਵੀ ਤੂੰ ਵੀਰ ਹਾਰੇ ਭਾਵੇਂ ਜਿੱਤੇ, ਤੈਨੂੰ ਕੋਈ ਲੈਣਾ ਦੇਣਾ ਨਹੀਂ ਉਹਦੇ ਨਾਲ, ਕੁਰਸੀ ਆ ਉਹ ਅਸੀਂ ਲਿਖਤੀ ਆ ਬਸ, ਉਹਦੇ ਤੂੰ ਆ ਕੇ ਬਹਿ ਜਾਣਾ, ਬਸ ਇੱਕ ਪ੍ਰੋਸੀਜਰ ਆ, ਔਖੇ ਸੌਖੇ ਨਿਕਲ ਜਾਣਾ ਇਹਦੇ ਵਿੱਚ ਜੀ। ਚਲੋ ਕੁੱਲ ਮਿਲਾ ਕੇ ਇੰਨਾ ਤਾਂ ਹੈ ਵੀ ਜੇ ਬੀਜੇਪੀ ਦਾ ਕੰਮ ਹੀ ਆਪਣੇ ਹਿਸਾਬ ਨਾਲ ਸੈਟਿੰਗ 'ਚ ਚੱਲੀ ਜਾਂਦਾ ਵੀ ਬੰਦਾ ਜਿਹੜਾ ਆਵੇ ਆਪਾਂ ਫਿੱਟ ਕਰ ਲਈਏ। ਬਸਪਾ ਵਾਲੇ ਵੀ ਹੁਣ ਹੋ ਸਕਦਾ ਵੀ ਮੁਕਤਸਰ ਨੂੰ ਗੇੜਾ ਮਾਰਦੇ, ਹੁਣ ਇਹ ਨਹੀਂ ਵੀ ਉੱਥੇ ਮਿਲਣਾ ਪਰਿਵਾਰ ਨੂੰ ਜੀ, ਉਧਰੋਂ ਕਹਿੰਦੇ ਕੁੜਤੇ ਪਜਾਮੇ ਚੰਗੇ, ਮੁਕਤਸਰੀ ਕੁੜਤਾ ਪਜਾਮਾ ਮਿਲ ਜਾਂਦਾ। ਹੁਣ ਕੱਲ੍ਹ ਨੂੰ MLA ਬਣਨਾ, ਸੁੱਖ ਨਾਲ ਮੰਤਰੀ ਵੀ ਬਣਾਇਆ ਜਾ ਸਕਦਾ ਕਿਸੇ ਨੂੰ, ਫਿਰ ਉਦੋਂ ਅਗਲੇ ਕਹਿੰਦੇ ਵੀ ਯਾਰ ਉਦੋਂ ਇਹ ਨਾ ਹੋਵੇ ਵੀ ਲਾਗੇ ਦੂਸਰੀ ਪਾਰਟੀ ਵਾਲਿਆਂ ਦਾ ਥੋੜ੍ਹਾ ਜਿਹਾ ਜ਼ਿਆਦਾ ਡਿਜ਼ਾਈਨਦਾਰ ਹੋਵੇ ਤੇ ਸਾਡਾ ਡਿਜ਼ਾਈਨ ਘੱਟ ਹੋਵੇ, ਉਧਰ ਵੀ ਗੇੜੇ ਵੱਜਣ ਲੱਗ ਪਏ। ਪਰ ਇਹ ਜਿਹੜੀ ਇਸ ਵਕਤ 64 ਉਮੀਦਵਾਰਾਂ ਦੀ ਸੂਚੀ ਐਲਾਨੀ ਸ਼੍ਰੋਮਣੀ ਅਕਾਲੀ ਦਲ ਨੇ, ਇਹਦੇ 'ਚੋਂ 64 ਤੇ ਧਿਆਨ ਨਹੀਂ ਗਿਆ, 21 ਤੇ ਧਿਆਨ ਹੈ। ਕਹਿੰਦੇ ਪਤਾ ਨਹੀਂ ਯਾਰ ਲੰਬੀ ਸੀਟ ਦੀ ਉਡੀਕ ਲੰਬੀ ਹੋ ਗਈ ਹੈ ਜੀ। ਦੇਖੋ ਸੰਧਾਲੀਆ ਸਾਹਿਬ ਪਹਿਲੀ ਗੱਲ ਹੈ ਕਿ 23 ਉਮੀਦਵਾਰ ਤਾਂ ਪਹਿਲਾਂ ਹੀ ਅਕਾਲੀ ਦਲ ਨੇ ਐਲਾਨ ਹੀ ਦਿੱਤੇ ਸੀ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਟੀਚਾ ਸੀ ਕਿ ਭਾਈ ਸਾਡੇ ਹਿੱਸੇ 'ਚ ਕਿਉਂਕਿ 117 ਦੇ ਵਿੱਚੋਂ 20 ਬਸਪਾ ਦੀਆਂ ਤੇ 97 ਇਹਨਾਂ ਦੀਆਂ, ਉਹਨਾਂ ਨੇ 100 ਦਿਨ ਰੱਖੇ ਸੀ ਕਿ 3 ਦਿਨ ਜੇ ਛੁੱਟੀ ਵੀ ਕਰਨੀ ਪੈ ਗਈ ਤਾਂ 97 ਹਲਕਿਆਂ 'ਚ 97 ਦਿਨਾਂ ਜਾਵਾਂਗੇ, ਉਮੀਦਵਾਰ ਅਨਾਉਂਸ ਕਰ ਦਿਆਂਗੇ, ਕਮਾਲ ਹੋ ਜੂ। ਚਲੋ 23 ਤੱਕ ਗੱਲ ਅੱਪੜ ਗਈ। ਜਦੋਂ 23 ਤੱਕ ਗੱਲ ਅੱਪੜ ਗਈ, ਮੋਗੇ ਵਾਲੀ ਘਟਨਾ ਆ ਗਈ ਕਿਉਂਕਿ ਅਕਾਲੀ ਦਲ ਐਤਕੀ ਆਮ ਆਦਮੀ ਪਾਰਟੀ ਦੀ ਨੀਤੀ ਕਾਪੀ ਪੇਸਟ ਕਰਕੇ ਚੱਲ ਰਿਹਾ। ਅੱਜ ਤੱਕ ਆਮ ਆਦਮੀ ਪਾਰਟੀ ਇਹੀ ਕਰਦੀ ਸੀ ਕਿ ਪਹਿਲਾਂ ਉਮੀਦਵਾਰ ਅਨਾਉਂਸ ਕਰੋ, ਉਮੀਦਵਾਰ ਉਦੋਂ ਅਨਾਉਂਸ ਕਰਦੇ ਜਦੋਂ ਬਾਕੀਆਂ ਨੇ ਜੇ ਮੀਟਿੰਗਾਂ ਬਣਾ ਸ਼ੁਰੂ ਕੀਤੀਆਂ ਹੁਣ, ਜਦੋਂ ਤੱਕ ਬਾਕੀਆਂ ਦੇ ਉਮੀਦਵਾਰਾਂ ਨੂੰ ਇੱਕ ਗੇੜਾ ਲੱਗ ਜਾਵੇ ਹਲਕੇ 'ਚ ਤੇ ਉਹਦਾ ਹਮੇਸ਼ਾ ਪ੍ਰਭਾਵ ਹੁੰਦਾ। ਨਹੀਂ ਜੇ ਤੇ ਇਦਾਂ ਹੀ ਕਾਪੀ ਕਰਦੇ ਰਹੇ ਦੂਜਾ ਨੰਬਰ ਪੱਕਾ ਆਂਦੇ, ਮੈਂ ਤਦੇ ਆਖਿਆ ਵੀ ਫਿਰ ਆਮ ਆਦਮੀ ਪਾਰਟੀ ਵਾਲਿਆਂ ਦਾ ਉਹਨਾਂ ਦਾ ਪਤਾ ਕਰ ਲੈਣ ਵੀ ਉਹਨਾਂ ਨੂੰ ਉਸ ਸਟ੍ਰੈਟਜੀ ਨਾਲ ਬਣਿਆ ਕੀ ਸੀ, ਮੈਂ ਤਾਂ ਕਿਹਾ। ਨਹੀਂ ਦਿੱਲੀ 'ਚ ਵੀ ਉਦਾਂ ਹੀ ਕਰਦੇ ਆ। ਆਪਾਂ ਉਦਾਹਰਨ ਤੁਸੀਂ ਮਹਾਰਾਜ ਇਦਾਂ ਦੀ 17 ਨੂੰ ਅਕਾਲੀਆਂ ਨੇ ਦਿੱਲੀ ਜਾਣਾ ਨਾ, ਆਪਾਂ ਦਿੱਲੀ ਵਾਲਾ ਕਾਪੀ ਪੇਸਟ ਕਰਾਇਆ, ਉਹਨੂੰ ਤਾਂ ਪੰਜਾਬ ਵਾਲਾ ਨਹੀਂ ਕਰਾਇਆ। ਅੱਛਾ ਫਿਰ ਠੀਕ ਹੈ। ਹੁਣ ਉਹਦੇ ਤੋਂ ਬਾਅਦ ਇਹ ਤੇ ਹੁਣ ਤੁਸੀਂ ਸਾਂਭਿਆ ਵੈਸੇ ਇੱਕ ਕਰਾ ਉਧਰ ਜੈਦਾਰ ਸਾਹਿਬ ਕਿਸੇ ਨਾ ਕਿਸੇ ਨੂੰ ਅਟੈਕ ਹੋ ਜਾਣਾ ਹੈ। ਨਹੀਂ ਇਦਾਂ ਦੀ ਗੱਲ ਕੋਈ ਨਹੀਂ। ਹੁਣ ਤੁਸੀਂ ਦੇਖੋ ਕਿ ਜਿਹੜੇ 41 ਉਮੀਦਵਾਰ ਨਵੇਂ ਨੇ, 97 ਸੀਟਾਂ 97 ਦੇ ਵਿੱਚੋਂ 64 ਅਨਾਉਂਸ ਕਰਤੀਆਂ, 23 ਰਹਿ ਗਈਆਂ। ਤੇ ਇਹ ਵੀ ਨਹੀਂ ਕੋਈ ਬੰਦਾ ਇਹ ਨਾ ਸਮਝੇ ਕਿ ਉਹਨਾਂ 23 ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਸੀ ਲੱਭਦੇ ਨਾ, ਕਈ ਸੀਟਾਂ ਤਾਂ ਪੱਕੀਆਂ ਹੀ ਨੇ ਤੇ ਪੱਕੇ ਉਹ ਉਮੀਦਵਾਰ ਆ, ਭਾਵੇਂ ਜਦੋਂ ਮਰਜ਼ੀ ਜਾ ਕੇ ਉਹਨਾਂ ਦਾ ਭਾਂਡਾ ਖੜਕਾ ਕੇ ਦੇਖ ਲਓ, ਵਧੀਆ ਟੁੱਟਦਾ ਨਹੀਂ। ਹੁਣ ਇਹਦੇ ਤੋਂ ਪਹਿਲਾਂ ਕਿ ਲੰਬੀ ਉਡੀਕ ਵਾਲੇ ਲੰਬੀ ਹਲਕਿਆਂ ਲਾਈਏ, ਸੰਧਾਲੀਆ ਸਾਹਿਬ ਕਈਆਂ ਦੇ ਚਰਖੇ ਦੀ ਮਾਲ ਅਕਾਲੀ ਦਲ 'ਚ ਤਰੀ ਵੀ ਹੈ। ਉਹਦੇ ਵਿੱਚੋਂ ਤੁਸੀਂ ਇਹ ਦੇਖੋ ਕਿ ਹਰਮੋਹਨ ਸਿੰਘ ਸੰਧੂ ਹਰੀ ਨੇ ਪੰਜਾਬ ਪੁਲਿਸ ਦੀ ਵੱਡੀ ਡਿਊਟੀ ਛੱਡ ਕੇ ਆਏ ਸੀ ਕਿ ਭਾਈ ਚਮਕੌਰ ਸਾਹਿਬ ਤੋਂ ਐਤਕੀ ਇਲੈਕਸ਼ਨ ਲੜਦੇ ਆ, ਕਿਉਂਕਿ ਉਹਨਾਂ ਦੇ ਮਾਤਾ ਜੀ ਬੀਬੀ ਸਤਵੰਤ ਕੌਰ ਸੰਧੂ 5 ਵਾਰੀ ਦੇ MLA ਰਹੇ ਨੇ, ਉੱਥੋਂ ਮਿਨਿਸਟਰ ਵੀ ਰਹੇ ਨੇ। ਅਕਾਲੀ ਦਲ ਨੇ ਹਲਕਾ ਬਸਪਾ ਨੂੰ ਦੇ ਦਿੱਤਾ, ਅਗਲੇ ਪਾਰਟੀ ਛੱਡ ਗਏ। ਸ਼ਾਮ 84 ਵਾਲਾ ਹਲਕਾ ਪਹਿਲਾਂ ਤਾਂ ਬੀਬੀ ਮਹਿੰਦਰ ਕੌਰ ਜੋਸ਼ ਖੁਸ਼ ਬੜੇ ਸੀਗੇ ਕਿ ਚਲੋ ਭਾਈ ਠੀਕ ਹੈ, ਬਸਪਾ ਦਾ ਦੁਆਬੇ 'ਚ ਆਧਾਰ ਬੜਾ ਹੈ, ਆਪਣੀ ਸੀਟ ਬਚ ਗਈ। ਪਰ ਜਦੋਂ ਜੋਸ਼ੀ ਸਾਹਿਬ ਨੂੰ ਤੇ ਰਾਜਕੁਮਾਰ ਹੋਰਾਂ ਨੂੰ ਉਹ ਸੁਜਾਨਪੁਰ ਵਾਲੀ ਟਿਕਟ ਦੇਣੀ ਸੀ, ਭਾਜਪਾ ਦੇ ਵਿੱਚੋਂ ਲਿਆ ਕੇ ਹਲਕਾ ਬਦਲ ਕੇ ਸ਼ਾਮ 84 ਦੇ ਦਿੱਤੀ, ਬੀਬੀ ਜੋਸ਼ ਵੀ ਚੁੱਪ ਕਰਕੇ ਬੈਠੇ ਆ। ਹਾਲਾਂਕਿ ਉਹਨਾਂ ਦੇ ਕਈ ਸਮਰਥਕਾਂ ਨੇ ਕਿਹਾ ਸੀ ਕਿ ਨਹੀਂ ਜੀ ਨਹੀਂ, ਸੀਟ ਤਾਂ ਇਹ ਅਕਾਲੀ ਦਲ ਦੀ ਬਣਦੀ ਹੈ। ਹੁਣ ਅਕਾਲੀ ਦਲ ਨੇ ਜਿਹੜੇ 64 ਉਮੀਦਵਾਰ ਐਲਾਨੇ ਆ, ਜੇ ਉਹਨਾਂ ਦੇ ਵਿੱਚੋਂ ਮੋਟੀ ਗੱਲ ਦੇਖਣੀ ਹੋਵੇ, ਇੱਕ ਗੱਲ ਤਾਂ ਉਹਦੇ ਵਿੱਚੋਂ ਇਹ ਬਿਲਕੁਲ ਕਲੀਅਰ ਨਿਕਲਦੀ ਹੈ ਕਿ ਅਕਾਲੀ ਦਲ ਨੇ ਦੇਖਿਆ ਕਿ ਕਿਸਾਨਾਂ ਨੇ ਸਾਡੇ ਵੱਡੇ ਸਮਾਗਮ ਤਾਂ ਰੋਕਤੇ,
59 ਸੀਟਾਂ ਚਾਹੀਦੀਆਂ ਬਹੁਮਤ ਲਈ, 59 MLA। 64 ਤੋਂ ਉਮੀਦਵਾਰ ਐਲਾਨ ਦਿੱਤੇ ਕਿ ਭਾਈ ਅਸੀਂ ਤੁਹਾਡੇ ਕੋਲ ਆਈਏ ਨਾ ਆਈਏ, ਤੁਸੀਂ ਲੋਕਾਂ ਕੋਲ ਭਾਵੇਂ ਕੱਲੇ ਜਾਈ ਜਾਓ, ਕੱਲਿਆਂ ਤਾਂ ਨਹੀਂ ਰੋਕ ਦੇਣ ਲੱਗੇ, ਚੁੱਪ ਚਪੀਤੇ ਜਾਈ ਜਾਓ, ਅਨਾਉਂਸ ਕਰਨਾ ਹੀ ਨਾ ਪਊਗਾ, ਵੱਡਾ ਇਕੱਠ ਕਰਨਾ ਹੀ ਨਾ ਪਊਗਾ ਕਿ ਅਕਾਲੀ ਦਲ ਦੀ ਸਰਗਰਮੀ ਨਾ ਰੁਕੇ। ਕਲੀਅਰ ਕਰਤਾ। ਇਹ ਦੇਖੋ ਕੰਮ ਹੀ ਕੁਛ ਨਹੀਂ ਹੈਗਾ, ਵੱਧ ਤੋਂ ਵੱਧ ਮੁੰਡੇ ਦਾ ਧਮਾਨ ਕਰਾਉਣਾ, ਇੱਕ ਅੱਧਾ ਖੁਸ਼ੀ ਦਾ ਪਾਠ ਕਰਾਉਣਾ, ਨਹੀਂ ਤੇ ਫਿਰ ਗਾਂ ਹੁਣ ਸਿਆਲ ਦੇ ਹਿਸਾਬ ਨਾਲ ਧੀ ਪੁੱਤ ਦਾ ਵਿਆਹ ਸ਼ਾਦੀ ਤੇ ਆ ਹੀ ਜਾਣਾ। ਜੇ ਨਾ ਹੀ ਕੋਈ ਗੱਲ ਬਣੀ ਤੇ ਫਿਰ ਬਾਪੂ ਦੀ ਬਰਸੀ ਮਨਾ ਲਾਂਗੇ, ਕਿਉਂਕਿ ਸਮਾਜਿਕ ਜਿਹੜੇ ਪ੍ਰੋਗਰਾਮ ਨੇ ਉਹ ਤਾਂ ਰੋਕੇ ਹੀ ਨਹੀਂ ਕਿਸਾਨਾਂ ਨੇ। ਇਹ ਵੀ ਹੋ ਸਕਦਾ ਕਹਿਣ ਜੀ ਕੋਵਿਡ ਦੇ ਕਰਕੇ ਜਿਹੜਾ ਮੁੰਡੇ ਦਾ ਜਨਮ ਦਿਨ ਪਿਛਲੇ ਨਵੰਬਰ ਸੀਗਾ ਹੁਣ ਕਰਾਉਣਾ ਮੈਂ ਗਿਆ ਨਾ, ਉਦੋਂ ਤਾਂ ਫਿਰ ਕੱਟ ਨਹੀਂ ਸਕਦੇ। ਹੁਣ ਸੰਧਾਲੀਆ ਸਾਹਿਬ ਉਹਦੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੋਰੀ ਇੱਕ ਤਾਂ ਸਰਗਰਮੀ ਕਰਨਾ ਚਾਹੁੰਦੇ ਆ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ, ਦੂਸਰਾ ਉਹਨਾਂ ਨੇ ਇੱਕ ਗੱਲ ਦੇ ਉੱਤੇ ਕਾਂਟਾ ਮਾਰ ਦਿੱਤਾ ਕਿ ਭਾਈ ਅਸੀਂ ਜਿਹਨੂੰ ਟਿਕਟ ਦਿੰਨੇ ਆ ਹੁਣ ਟਿਕਟ ਅਸੀਂ ਉਹਨੂੰ ਹੀ ਦੇਣੀ ਆ। ਜੇ ਕੋਈ ਬੰਦਾ ਬਗਾਵਤ ਵੀ ਕਰਦਾ, ਜੇ ਕੋਈ ਬੰਦਾ ਗੁੱਸੇ ਰਾਜੀ ਵੀ ਹੁੰਦਾ ਤਾਂ ਅਸੀਂ ਉਮੀਦਵਾਰ ਨਹੀਂ ਬਦਲਣਾ। ਜਲੰਧਰ ਕੈਂਟ ਤੋਂ ਜਗਵੀਰ ਸਿੰਘ ਬਰਾੜ ਨੂੰ ਕਾਂਗਰਸ ਚੋਂ ਲਿਆ ਕੇ ਟਿਕਟ ਦਿੱਤੀ। ਸਰਬਜੀਤ ਸਿੰਘ ਮੱਕੜ ਨੇ ਵਿਰੋਧ ਕੀਤਾ ਸੀ, ਮੰਨਿਆ ਨਹੀਂ, ਟਿਕਟ ਜਗਵੀਰ ਸਿੰਘ ਬਰਾੜ ਹੋਰਾਂ ਦੀ ਪੱਕੀ ਰਹੀ। ਜਲੰਧਰ ਕੈਂਟ ਤੋਂ ਚੰਦਨ ਗਰੇਵਾਲ ਨੂੰ ਟਿਕਟ ਦਿੱਤੀ। ਨਗਰ ਨਿਗਮ ਜਲੰਧਰ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਨੇ, ਉਹਨਾਂ ਨੇ ਉਸਰੇ ਇਤਰਾਜ਼ ਕੀਤਾ ਸੀ ਕਿ ਨਹੀਂ ਜੀ ਔਖਾ ਇਦਾਂ ਥੋੜੀ ਹੁੰਦਾ, ਕਮਲਜੀਤ ਸਿੰਘ ਭਾਟੀਆ, ਉਹਨਾਂ ਦੀ ਵੀ ਨਹੀਂ ਮੰਨੀ, ਟਿਕਟ ਉਹਨਾਂ ਦੀ ਰਹੀ। ਇਹਦੇ ਤੋਂ ਇਲਾਵਾ ਰਾਜਪੁਰੇ ਤੋਂ ਵੀ ਥੋੜੇ ਜਿਹਾ ਟਕਸਾਲੀ ਪੁਰਾਣੇ ਬੰਦੇ ਕਹਿੰਦੇ ਸੀ ਜੀ ਸਥਾਨਕ ਬੰਦੇ ਨੂੰ ਟਿਕਟ ਦਿਓ, ਪਰ ਟਿਕਟ ਚਰਨਜੀਤ ਸਿੰਘ ਬਰਾੜ ਦੀ ਰਹੀ। ਇਹਦਾ ਮਤਲਬ ਹੈ ਮਲੂਕਾ ਸਾਹਿਬ ਕਹਿੰਦੇ ਸੀ ਕਾਕਾ ਜੀ ਲੜਨਗੇ ਗੁਰਪ੍ਰੀਤ ਸਿੰਘ ਹੋਰੀ, ਤੁਹਾਡੀ ਗੱਲ ਨਹੀਂ ਕਰਦਾ, ਗੁਰਪ੍ਰੀਤ ਸਿੰਘ ਮਲੂਕਾ ਹੋਰਾਂ ਦੀ ਸਮਝ ਗਿਆ ਸਾਡੀ ਕਿੱਥੇ ਪਹੁੰਚ। ਨਹੀਂ ਤੁਹਾਨੂੰ ਤਾਂ ਆਪਾਂ, ਤੁਸੀਂ ਚਿੰਤਾ ਨਹੀਂ ਕਰਨੀ, ਤੁਹਾਨੂੰ ਰਾਜ ਸਭਾ ਭੇਜਣਾ ਹੀ, ਮੈਂ ਨਹੀਂ ਕਹਿੰਦਾ ਹਰਾ ਕੇ ਭੇਜਣਾ। ਹੁਣ ਉਧਰਲੇ ਪਾਸੇ ਮਲੂਕਾ ਸਾਹਿਬ ਨੂੰ ਵੀ ਰਾਮਪੁਰਾ ਫੂਲ ਤੋਂ ਹੀ ਲੜਨਾ ਪਿਆ ਤੇ ਮੌੜ ਤੋਂ ਅਗਲਿਆਂ ਨੇ ਕਿਹਾ ਸੀ ਕਿ ਜਗਮੀਤ ਸਿੰਘ ਬਰਾੜ ਨੂੰ ਟਿਕਟ ਦੇਣੀ ਹੈ, ਲਿਸਟ ਦੇ ਵਿੱਚ ਨਾਂ ਸ਼ਾਮਲ ਕੀਤਾ। ਸੋ ਕੁੱਲ ਮਿਲਾ ਕੇ ਭਵਿੱਖ ਦੇ ਲਈ ਵੀ ਸੰਕੇਤ ਦਾ ਕਿ ਭਾਈ ਜੇ ਕਿਸੇ ਨੇ ਤੜੀ ਫੜੀ ਕੀਤੀ ਸਾਡੀ ਲਿਸਟ ਦੇ ਵਿੱਚ ਤਬਦੀਲੀ ਨਹੀਂ ਹੋਣ ਲੱਗੀ। ਇਦਾਂ ਕਰਕੇ ਐ ਸੰਕੇਤ ਦਿੱਤਾ ਉਹਨਾਂ ਨੇ ਕਿ ਭਾਈ ਆਹ ਅਕਾਲੀ ਦਲ ਦੇ ਉਮੀਦਵਾਰ ਨੇ, ਇਹੀ ਖੜਨਗੇ, ਪਾਰਟੀ ਦੇ ਅੰਦਰ ਸਾਰੇ ਚੁੱਪ ਕਰਕੇ ਬੈਠੋ। ਪਰ ਇੱਕ ਗੱਲ ਤਾਂ ਹੈਗੀ ਆ, ਜੇ ਕਿਸਾਨਾਂ ਨੇ ਇਧਰਲਾ ਪੈਂਤਰਾ ਲਿਆ ਸੀ ਤਾਂ ਅਕਾਲੀ ਦਲ ਇਧਰਲਾ ਲੈ ਗਿਆ। ਨਹੀਂ ਬਿਲਕੁਲ ਲੈ ਗਿਆ। ਜੇ 2 ਸੀਟਾਂ ਮੈਨੂੰ ਲੱਗਦਾ ਹੋਰ ਜ਼ਿਕਰ ਕਰਦੇ, ਇੱਕ ਜਨਮੇਜਾ ਸਿੰਘ ਸੇਖੋਂ ਸਾਹਿਬ ਆਏ ਸੀ ਮੌੜ ਤੋਂ, ਜ਼ੀਰਾ ਪਰਿਵਾਰ ਨੇ ਉੱਥੇ ਵਿਰੋਧ ਕੀਤਾ ਸੀ, ਬੰਨੇ ਉਧਰ ਵੀ ਸੀਟ ਰਹਿ ਗਈ। ਇੱਕ ਜਿਹੜੀ ਸਭ ਤੋਂ ਪਹਿਲਾਂ ਚਰਚਾ ਚੱਲੀ ਸੀ, ਜਦੋਂ ਮੇਰੇ ਖਿਆਲ ਨਾਲ ਪਹਿਲੀ ਸੀਟ ਸੁਖਬੀਰ ਬਾਦਲ ਸਾਹਿਬ ਨੇ ਆਪਣੀ ਐਲਾਨੀ ਤੇ ਉਸ ਤੋਂ ਬਾਅਦ ਦੂਸਰੀ ਵਿਰਸਾ ਸਿੰਘ ਵਲਟੋਆ ਸਾਹਿਬ ਦੀ, ਨਾਲ ਹੀ ਉਧਰੋਂ ਕਿਉਂਕਿ ਰਿਸ਼ਤੇਦਾਰੀ ਹੈ, ਕੈਰੋਂ ਵਾਲੇ ਸਰਦਾਰ ਨੇ ਆਖਿਆ ਵੀ ਇਦਾਂ ਕਿਦਾਂ, ਉਹ ਤਾਂ ਆਪਣਾ ਹੀ ਹਲਕਾ ਜੀ, ਉਧਰੋਂ ਦੇਖੋ ਆਪਾਂ 2 ਸੀਟਾਂ ਚਾਹੀਦੀਆਂ, ਪਰ ਉਹ ਵੀ ਨਹੀਂ ਮੰਨੀ ਗਈ। ਉਸ ਪਰਿਵਾਰ 'ਚ ਵੀ ਇੱਕੋ ਸੀਟ ਦਾ ਐਲਾਨ ਹੋਇਆ ਹੁਣ ਤੱਕ, ਗਾਂ ਦਾ ਪਤਾ ਨਹੀਂ ਕੀ ਹੋਵੇ। ਨਹੀਂ ਇਹ ਵੀ ਹੈ, ਮੈਨੂੰ ਐ ਲੱਗਦਾ ਕਿ ਜਿੱਦਾਂ ਪਿਛਲੇ ਦਿਨ ਹੀ ਰੌਲਾ ਪਿਆ ਸੀ ਕਿ ਚਲੇ ਜਾਣਾ ਜੀ, ਉਹਨਾਂ ਨੇ ਚਲੇ ਜਾਣਾ ਜੀ, ਕੈਰੋਂ ਆਦੇਸ਼ ਪ੍ਰਤਾਪ ਸਿੰਘ ਹੋਰਾਂ ਨੇ ਕਿਤੇ ਚਲੇ ਜਾਣਾ ਜੀ, ਰੋਕ ਵੀ ਲਿਆ, ਸੀਟ ਵੀ ਇੱਕੋ ਹੀ ਦਿੱਤੀ ਹੈ, ਇਹ ਵੀ ਕਲੀਅਰ ਹੋ ਗਿਆ। ਹੁਣ ਸੰਧਾਲੀਆ ਸਾਹਿਬ ਤੁਹਾਡੇ ਵਾਲੀ ਲੰਬੀ ਸੀਟ ਤੇ ਆਈ ਹੈ ਜੀ, ਮੇਰੇ ਵਾਲੀ ਨਹੀਂ ਹੈਗੀ ਉਹ ਜੀ। ਨਹੀਂ ਤੁਹਾਡੇ ਵਾਲੀ ਮਹਾਰਾਜ ਜਿਹੜੀ ਖਾਲੀ ਛੱਡੀ ਆ। ਅੱਛਾ ਅਜੇ ਮੈਂ ਰਵਾਂ ਉੱਥੇ, ਕੀ ਪਤਾ। ਅੱਛਾ ਇਹ ਵੀ ਪਤਾ ਨਹੀਂ ਵੀ, ਜਾਨੀ ਆਖਰੀ ਮੌਕੇ ਤੇ ਜਾ ਕੇ ਹੋਰ ਨਹੀਂ ਕੋਈ ਤਾਂ ਕਵਰਿੰਗ ਬਣਾ ਦੇਣਾ ਹੀ ਤੁਹਾਨੂੰ। ਹਾਂ ਕਵਰਿੰਗ ਕੈਂਡੀਡੇਟ। ਹੁਣ ਦੇਖੋ ਪਿਛਲੀ ਵਾਰੀ ਲੰਬੀ ਸੀਟ ਤੇ ਸਭ ਤੋਂ ਵੱਧ ਨਜ਼ਰਾਂ ਸੀ, ਕਿਉਂਕਿ ਇੱਕ ਪਾਸੇ ਜਰਨੈਲ ਸਿੰਘ ਸਨ, ਉਹ ਦੁਨੀਆ ਤੇ ਨਹੀਂ ਰਹੇ, ਆਮ ਆਦਮੀ ਪਾਰਟੀ ਵੱਲੋਂ ਦਿੱਲੀੋਂ ਆਏ ਸੀ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਤੇ ਇਧਰਲੇ ਪਾਸਿਓਂ ਪ੍ਰਕਾਸ਼ ਸਿੰਘ ਬਾਦਲ ਹੋਰੀ, ਤੇ ਟਾਕਰਾ ਪੂਰਾ ਹੋਇਆ। ਹਾਲਾਂਕਿ ਉਹਦੇ ਤੋਂ 5 ਸਾਲ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ 2012 ਦੇ ਵਿੱਚ ਵੀ ਟਾਕਰਾ ਬਹੁਤ ਹੋਇਆ ਸੀ, ਕਿਉਂਕਿ ਬਾਦਲ ਭਰਾ ਆਪਸ ਦੇ ਵਿੱਚ ਉਦੋਂ ਇਲੈਕਸ਼ਨ ਲੜੇ ਸੀ, ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਪਿਤਾ ਜੀ ਤੇ ਪ੍ਰਕਾਸ਼ ਸਿੰਘ ਬਾਦਲ ਸਾਹਿਬ। ਹਾਲਾਂਕਿ ਉਹਨਾਂ ਨੂੰ ਵੋਟਾਂ 5-6 ਹਜ਼ਾਰ ਹੀ ਮਿਲੀਆਂ ਸੀ। ਐਤਕੀ ਇੱਕ ਵਾਰੀ ਫਿਰ ਨਜ਼ਰਾਂ ਟਿਕੀਆਂ, ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਐਤਕੀ ਜਲਾਲਾਬਾਦ ਦੀ ਥਾਂ ਸੁਖਬੀਰ ਸਿੰਘ ਬਾਦਲ ਲੰਬੀਓਂ ਚੋਣ ਲੜਨਗੇ, ਜਾਂ ਬਾਦਲ ਸਾਹਿਬ ਨੂੰ, ਕਿਉਂਕਿ 25 ਸਾਲ ਹੋ ਗਿਆ ਉੱਥੋਂ ਜਿੱਤਦਿਆਂ ਨੂੰ, 1997 ਤੋਂ ਲੈ ਕੇ ਲਗਾਤਾਰ ਵੱਡੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੀ ਜਿੱਤਦੇ ਆ, ਤੇ ਉਹ ਐਤਕੀ ਸ਼ਾਇਦ ਚੋਣ ਨਾ ਲੜਨ ਤੇ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਇੱਥੋਂ ਚੋਣ ਲੜੇ। ਸੋਸ਼ਲ ਮੀਡੀਆ ਦੇ ਉੱਤੇ ਸਰਗਰਮੀਆਂ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਦੀਆਂ ਵੀ ਚੱਲੀ ਜਾਂਦੀਆਂ, ਪਰ ਜਿਸ ਤਰੀਕੇ ਦੇ ਨਾਲ ਸੀਟ ਖਾਲੀ ਰੱਖੀ ਹੈ, ਭੇਤ ਬਣਿਆ, ਸਰਗਰਮੀ ਸਿਖਰ ਤੇ ਹੈ ਬਾਦਲ ਪਰਿਵਾਰ ਦੀ। ਕਿਉਂਕਿ ਮੂਹਰਲੇ ਪਾਸਿਓਂ ਇੱਕ ਗੱਲ ਤਾਂ ਪੱਕੀ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਲੀਅਰ ਨੇ, ਉਹ ਹੁਣੇ ਕਾਂਗਰਸ ਪਾਰਟੀ ਛੱਡ ਕੇ ਗਏ ਆ। ਪੁਰਾਣੇ ਕਾਂਗਰਸੀ ਬੰਦੇ ਨੇ, ਆਮ ਆਦਮੀ ਪਾਰਟੀ ਚਲੇ ਗਏ, ਕਾਂਗਰਸ ਪਾਰਟੀ ਨੂੰ ਢਾਹ ਲੱਗੀ ਹੈ। ਕਾਂਗਰਸ ਪਾਰਟੀ ਦਾ ਵੀ ਤਕਰੀਬਨ ਕਲੀਅਰ ਹੀ ਹੈ ਕੰਮ ਕਿ ਮਹੇਸ਼ਿੰਦਰ ਸਿੰਘ ਬਾਦਲ ਹੋਰਾਂ ਦੇ ਬੇਟੇ ਦਾ ਨਾਂ ਜਿਹੜਾ ਉਹ ਸਾਹਮਣੇ ਆ ਰਿਹਾ ਕਿ ਉਹਨਾਂ ਨੂੰ ਲੱਗ ਸਕਦੀ ਅਬੁਲ ਖਰਾਣਾ ਹੋਰੀ ਖੜੇ ਆ, ਪਰ ਮੈਨੂੰ ਲੱਗਦਾ ਕਿ ਦਾਅਵਾ ਪੂਰਾ ਕਮਜ਼ੋਰ ਹੋ ਸਕਦਾ। ਹੁਣ ਬਾਦਲ ਪਰਿਵਾਰ ਨੇ ਲੰਬੀ ਵਾਲੀ ਸੀਟ ਅਨਾਉਂਸ ਕਿਉਂ ਨਹੀਂ ਕੀਤੀ? ਹੋ ਸਕਦਾ ਹੈ ਜਿੱਦਾਂ ਇੱਕ ਵਾਰੀ ਵੱਡੇ ਬਾਦਲ ਸਾਹਿਬ ਨੇ ਲੰਬੀ ਤੇ ਕਿਲਾ ਰਾਏਪੁਰ 2 ਹਲਕਿਆਂ ਤੋਂ ਚੋਣ ਲੜੀ ਸੀ, ਹੋ ਸਕਦਾ ਸੁਖਬੀਰ ਸਿੰਘ ਬਾਦਲ ਸਾਹਿਬ ਜਲਾਲਾਬਾਦ ਤੇ ਲੰਬੀ ਦੋਨਾਂ ਤੋਂ ਲੜ ਰਹੇ। ਨਹੀਂ ਗੱਲ ਇਹ ਹੈ ਨਾ, ਦੇਖੋ 2 ਹੀ ਮੈਂਬਰ ਪਾਰਲੀਮੈਂਟ ਨੇ ਇਸ ਵਕਤ ਅਕਾਲੀ ਦਲ ਦੇ ਜੀ, ਤੇ ਇੱਕੋ ਇੱਕ ਮੰਤਰੀ ਦਾ ਉਹਦਾ ਸੀ ਜਿਹਦਾ ਕਰਕੇ ਦਿੱਲੀ ਰਹਿਣਾ ਜ਼ਰੂਰੀ ਸੀ, ਉਹ ਆਪਾਂ ਕੁਰਬਾਨ ਕਰਤਾ ਜੀ।
ਹੁਣ ਜਦੋਂ ਉਧਰੋਂ ਆਪਾਂ ਆ ਗਈ ਨਾ ਗੱਲ ਫਿਰ। ਅੱਛਾ ਚਲੋ ਜਿੱਦਾਂ ਕਰ ਲੈਂਦੇ ਠੀਕ ਹੈ, ਮੈਂ ਤਾਂ ਉਹਨਾਂ ਦੇ ਪੁਆਇੰਟ ਆਫ View ਤੋਂ ਗੱਲ ਕਰਦਾ ਸੀ। ਅੱਛਾ ਹੁਣ ਉਹਨਾਂ ਨੂੰ ਬੋਲ ਰਹੇ ਹੋ। ਹਾਂ ਵੀ ਉਹ ਕੁਰਬਾਨ ਹੋ ਗਿਆ। ਹੁਣ ਜਦੋਂ ਉਹਦਾ ਕੁਰਬਾਨ ਹੋ ਗਿਆ ਤੇ ਇਹ ਗੱਲ ਕਲੀਅਰ ਹੈ ਵੀ ਆਉਂਦੀਆਂ ਇਲੈਕਸ਼ਨਾਂ ਸੁਖਬੀਰ ਬਾਦਲ ਸਾਹਿਬ ਨੇ ਪੰਜਾਬ ਆ ਜਾਣਾ, ਸੋ ਐਜ਼ ਏ MP ਉਹਨਾਂ ਨੇ ਵੀ ਉੱਥੋਂ ਅਸਤੀਫਾ ਦੇ ਦੇਣਾ। ਫਿਰ ਇਕੱਲੇ ਹਰਸਿਮਰਤ ਬਾਦਲ ਹੋਰੀ ਮੈਨੂੰ ਨਹੀਂ ਲੱਗਦਾ ਵੀ ਉੱਥੇ ਦਿੱਲੀ ਰਹਿਣਗੇ। ਜਦੋਂ ਇੱਥੇ ਜਗ੍ਹਾ ਹੈਗੀ ਆ, ਸਾਰਾ ਕੁਝ ਸੈੱਟ ਆ, ਆਲਰੇਡੀ ਸੀਟਾਂ ਦੇ ਲਈ ਕੈਂਡੀਡੇਟ ਚਾਹੀਦੇ ਵੀ ਉਹ ਨੇ ਜਿਹੜੇ ਜਿੱਤਣ ਵਾਲੇ ਹੋਣ, ਤੇ ਫਿਰ ਅਕਾਲੀ ਦਾ ਤੁਹਾਨੂੰ ਨਹੀਂ ਲੱਗਦਾ ਵੀ ਭਾਈ ਸਾਹਿਬ ਕਿਉਂ ਰਿਸਕ ਲਊਗਾ ਵੀ ਯਾਰ ਉੱਥੇ ਇੱਕ ਬੰਦੇ ਨੂੰ ਰੱਖ ਕੇ MP ਬਣਾ ਕੇ ਕੀ ਲੋੜ ਪਈ ਉੱਥੇ ਰਹਿਣ ਦੀ। ਇਹ ਗੱਲ ਤੁਹਾਡੀ ਠੀਕ ਹੈ, ਪਰ ਨਾਲੋਂ ਨਾਲ ਲੱਗਦੀਆਂ ਦੋਨੇ ਸੀਟਾਂ ਫਿਰੋਜ਼ਪੁਰ ਵਾਲੀਆਂ ਤੇ ਬਠਿੰਡੇ ਵਾਲੀਆਂ, ਦੋਨਾਂ ਸੀਟਾਂ ਤੋਂ ਜ਼ਿਮਨੀ ਚੋਣ ਕਰਾਉਣ ਦਾ ਰਿਸਕ ਵੀ ਅਕਾਲੀ ਦਲ ਕਿਉਂ ਲਊਗਾ? ਕਿਉਂਕਿ ਇਸ ਵੇਲੇ ਤਾਂ 2 MP ਹੈਗੇ ਹੀ ਆ, ਤੇ ਉਧਰਲੇ ਪਾਸੇ ਅਕਾਲੀ ਦਲ ਨੂੰ ਬੰਦਾ ਤਾਂ ਵਿਧਾਨ ਸਭਾ ਦੇ ਵਿੱਚ ਇੱਕੋ ਹੀ ਚਾਹੀਦਾ ਨਾ, ਸਿਰੇ ਵਾਲੇ ਬੰਦੇ ਜਿਹੜੇ ਆ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਦੋਨੋਂ ਜੀ ਜਿਹੜੇ ਆ ਲੋਕ ਸਭਾ ਦੀਆਂ ਸੀਟਾਂ ਮੁੜ ਕੇ ਛੱਡਣ ਦੇ ਹਿਸਾਬ ਦੇ ਨਾਲ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ। ਉਹਨਾਂ 'ਚੋਂ ਤਾਂ ਇੱਕ ਹੀ ਲੜੂਗਾ, ਬਾਕੀ ਮੈਂ ਨਹੀਂ ਕਹਿੰਦਾ ਕਿ ਤੀਜਾ ਕੌਣ ਲੜੂਗਾ। ਨਹੀਂ ਚਲੋ ਠੀਕ ਹੈ, ਇਹ ਤੁਹਾਡੀ ਮਰਜ਼ੀ ਆ। ਵੈਸੇ ਮੈਂ ਇਹ ਸੋਚਦਾ ਹੈ ਵੀ ਜੇ ਉਹਦੇ ਆਪਾਂ ਇਹ ਦੇਖਦੇ ਆਉਂਦੇ ਹਾਂ ਵੀ ਜਦੋਂ ਬੰਦਾ ਇੱਧਰੋਂ ਸਿਆਸਤ 'ਚੋਂ ਥੋੜ੍ਹਾ ਜਿਹਾ ਬੋਰਡ ਬਣ ਜਾਂਦਾ, ਤੇ ਵੱਡੇ ਬਾਲ ਸਾਹਿਬ ਦੀ ਗੱਲ ਆ, ਜੇ ਇੱਧਰੋਂ ਐਡਜਸਟ ਕਰਕੇ ਤੁਸੀਂ ਵਾਪੀ ਹੁਣ ਦਿੱਲੀ ਹੋਇਆ ਕਰੋ, ਕੋਈ ਗੱਲ ਨਹੀਂ। ਨਹੀਂ ਦੇਖੋ ਗੱਲ ਪਤਾ ਕੀ ਹੈ, ਐਡਜਸਟਮੈਂਟ ਹੀ ਹੈ। ਨਹੀਂ ਐਡਜਸਟਮੈਂਟ ਤਾਂ ਹੈਗੀ ਆ ਸੰਧਾਲੀਆ ਸਾਹਿਬ, ਬਾਕੀ ਇਦਾਂ ਵੀ ਅਸੀਂ ਤਾਂ ਅੰਦਾਜ਼ੇ ਲਾਉਣੇ, ਤੁਸੀਂ ਘਰ ਦੇ ਬੰਦੇ। ਅੱਛਾ ਚਲੋ ਹੁਣ ਮੈਂ ਇੱਧਰੋਂ ਘਰ ਦਾ ਹੋ ਗਿਆ। ਚਲੋ ਗੋਲ ਮਿਲਾ ਕੇ ਇੱਕ ਗੱਲ ਤੇ ਹੈਗੀ ਆ ਵੀ ਇਹ ਸਾਰੇ ਕੁਝ ਦੇ ਵਿੱਚ ਅਕਾਲੀ ਦਲ ਨੇ ਜਿਸ ਹਿਸਾਬ ਨਾਲ ਹੁਣ ਪੈਂਤੜਾ ਖੇਡਿਆ, ਇਹਦੇ ਤੋਂ ਹੁਣ ਕਿਸਾਨ ਜਥੇਬੰਦੀਆਂ ਕੀ ਦੇਖਦੀਆਂ ਜਾਂ ਫਿਰ ਦੂਜੀਆਂ ਵਿਰੋਧੀ ਪਾਰਟੀਆਂ ਕੀ ਦੇਖਦੀਆਂ ਵੀ ਭਾਈ ਸਾਹਿਬ ਜਿਹਨੂੰ ਆਪਾਂ ਫਸਿਆ ਉਡੀਕਦੇ ਸੀ ਉਹ ਤਾਂ ਹੌਲੀ ਜੀ ਪਿੰਡੇ ਤੇ ਤੇਲ ਲਾ ਕੇ ਨਿਕਲ ਗਏ ਜੀ, ਤੇ ਹੁਣ ਬਾਕੀ ਦੀ ਜਿਹੜੀਆਂ ਨੇ ਉਹਨਾਂ ਪਾਰਟੀਆਂ ਦਾ ਕੀ ਬਣੂਗਾ ਕੀ ਨਹੀਂ ਬਣੂਗਾ, ਇਸ ਗੱਲ ਸੋਚਣ ਵਾਲੀ। ਕਿਉਂਕਿ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦਾ ਰੇੜਕਾ ਕਿਸੇ ਪਾਸੇ ਲੱਗ ਨਹੀਂ ਰਿਹਾ। ਸੰਧਾਲੀਆ ਸਾਹਿਬ, ਆਮ ਆਦਮੀ ਪਾਰਟੀ ਵੱਲੋਂ ਅੱਜ ਇੱਕ ਗੱਲ ਜਿਹੜੀ ਹੈ ਉਹ ਬਹੁਤ ਚਰਚਾ ਦਾ ਕੇਂਦਰ ਬਣੀ ਹੋਈ ਹੈ। ਜਿਹੜੇ ਇੰਚਾਰਜ ਨੇ ਜਰਨੈਲ ਸਿੰਘ ਹੋਰੀ ਦਿੱਲੀੋਂ ਆਏ ਆ, ਵਿਧਾਇਕ ਵੀ ਨੇ, ਉਹਨਾਂ ਨੂੰ ਪੁੱਛਿਆ ਪੱਤਰਕਾਰਾਂ ਨੇ ਜੀ ਕਿੱਦਾਂ CM ਦਾ ਦਾਅਵੇਦਾਰ ਪੰਜਾਬ 'ਚ ਕੌਣ ਹੋ? ਕਹਿੰਦੇ ਬਹੁਤ ਸਾਰੇ ਦਾਅਵੇਦਾਰ ਨੇ, ਬਹੁਤ ਸਾਰੇ ਦਾਅਵੇਦਾਰ ਨੇ, ਸਮਾਂ ਆਉਣ ਦਿਓ, ਤੇ ਸਮਾਂ ਛੇਤੀ ਆ ਰਿਹਾ ਜਦੋਂ ਅਸੀਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਦਾਅਵੇਦਾਰ ਕੌਣ ਹੋਊਗਾ ਉਹਦਾ ਨਾਮ ਅਨਾਉਂਸ ਕਰਾਂਗੇ। ਭਗਵੰਤ ਮਾਨ ਸਾਹਿਬ ਦਾ ਜ਼ਿਕਰ ਨਹੀਂ ਹੋਇਆ ਇਸ ਗੱਲ ਦੇ ਵਿੱਚ। ਸਭ ਤੋਂ ਵੱਡੇ ਲੀਡਰ ਤਾਂ ਉਹੀ ਨੇ। ਵੈਸੇ ਚਲੋ ਠੀਕ ਹੈ, ਪਾਰਟੀ ਦਾ ਪ੍ਰੋਟੋਕਾਲ ਹੁੰਦਾ ਜਿਹਦੇ ਤੇ ਉਹ ਆਪ ਖੁਦ ਕਿਸੇ ਦਾ ਨਾਮ ਅਨਾਉਂਸ ਨਹੀਂ ਕਰ ਸਕਦੇ, ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜ਼ਿਕਰ ਕੀਤਾ, ਲੱਗਦਾ ਕਿ ਦਾਅਵਾ ਪਾਰਟੀ ਦੇ ਅੰਦਰ ਹੌਲਾ ਹੋ ਗਿਆ। ਤੁਸੀਂ ਹੋਰ ਦੇਖੋ ਕੀ ਕੁਝ ਘਟ ਵਾਪਰ ਰਿਹਾ। ਭਗਵੰਤ ਮਾਨ ਹੋਰਾਂ ਦੀ ਇੱਕ ਵੀਡੀਓ ਚਰਚਾ ਦੇ ਵਿੱਚ ਆਈ ਕਿ ਮਲੇਸ਼ੀਆ ਤੋਂ ਇੱਕ ਡੈੱਡ ਬੋਡੀ ਆਈ ਹੈ, ਉਹਦੇ ਉਹ ਨਾਲ ਬੜੇ ਭਾਵੁਕ ਹੋ ਕੇ ਕਿ ਭਾਈ ਇਹਨਾਂ ਦੇਸ਼ਾਂ ਦੇ ਵਿੱਚ ਨਾ ਜਾਓ, ਜੇ ਜਾਓ ਤਾਂ ਚੰਗੀ ਤਰ੍ਹਾਂ ਪਤਾ ਕਰਕੇ ਜਾਓ, ਚੰਗਾ ਹੁੰਦਾ ਮੈਂ ਇਸ ਸੱਜਣ ਨੂੰ ਜਾਣੀ ਉਸ ਵਿਅਕਤੀ ਵਿਸ਼ੇਸ਼ ਨੂੰ ਜਿਉਂਦੇ ਘਰ ਵਾਪਸ ਲਿਆਉਂਦਾ, ਪਰ ਆ ਡੈੱਡ ਬੋਡੀ ਹੈ। ਤੇ ਰਾਤ ਦੇ 12-1 ਵਜੇ ਦੀ ਉਹ ਵੀਡੀਓ, ਉਹਨਾਂ ਨੇ ਕਿਹਾ ਕਿ ਇੰਨੇ ਵਜੇ ਖੜੇ ਆ। ਹੁਣ ਚਰਚਾ ਸਭ ਤੋਂ ਵੱਡੀ ਇਸ ਗੱਲ ਦੀ ਚੱਲਦੀ ਸੀ ਕਿ ਜਦੋਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਇੱਕ ਸੰਬੋਧਨ ਕੀਤਾ ਕਿ ਭਾਈ ਪਾਰਟੀ ਦੇ ਵਿੱਚ ਟਿਕਟਾਂ ਤੇ ਅਹੁਦਿਆਂ ਦੀ ਲਾਲਸਾ ਨਾ ਰੱਖੋ, ਕੰਮ ਕਰੋ, ਟਿਕਟਾਂ ਤੇ ਅਹੁਦੇ ਤਾਂ ਅਸੀਂ ਘਰ ਜਾ ਕੇ ਦੇਈਦੇ ਆ। ਉਹ ਕਾਰਜਕਾਰਨੀ ਦੀ ਮੀਟਿੰਗ ਦੇ ਵਿੱਚੋਂ ਪੰਜਾਬ 'ਚੋਂ 2 ਹੀ ਮੈਂਬਰ ਆ, ਪ੍ਰੋਫੈਸਰ ਸਾਧੂ ਸਿੰਘ ਤੇ ਭਗਵੰਤ ਮਾਨ। ਸਾਧੂ ਸਿੰਘ ਹੋਰੀ ਹਾਜ਼ਰ ਰਹੇ, ਭਗਵੰਤ ਮਾਨ ਹੋਰੀ ਗੈਰ ਹਾਜ਼ਰ ਹੈ, ਤੇ ਉਹਦਾ ਸਿੱਧਾ ਸੰਕੇਤ ਇਹ ਲਿਆ ਗਿਆ ਕਿ ਭਗਵੰਤ ਮਾਨ ਹੋਰੀ ਉਹਨਾਂ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਅਨਾਉਂਸ ਨਾ ਕਰਨ ਦੇ ਉੱਤੇ ਨਾਰਾਜ਼ ਨੇ, ਜਾਂ ਪਾਰਟੀ ਦੇ ਵਿੱਚ ਅਹਿਮੀਅਤ ਥੋੜੀ ਜਿਹੀ ਘਟਾਈ ਜਾ ਰਹੀ ਤਾਂ ਨਾਰਾਜ਼ ਨੇ। ਇਹ ਕਿਆਫੇ ਨੇ। ਹੁਣ ਸਾਧੂ ਸਿੰਘ ਹੋਰਾਂ ਦੀ ਮੌਜੂਦਗੀ ਤੇ ਉਹਨਾਂ ਦੀ ਗੈਰ ਮੌਜੂਦਗੀ, ਵੈਸੇ ਵੀ ਸੰਵਿਧਾਨ ਦੇ ਵਿੱਚ ਤਬਦੀਲੀ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਇੱਕ ਪਹਿਲਾਂ 2 ਸਾਲ ਦੇ ਲਈ ਹੁੰਦੇ ਸੀ ਪ੍ਰਧਾਨ, ਹੁਣ ਕੇਜਰੀਵਾਲ ਸਾਹਿਬ 5 ਸਾਲ ਲਈ ਪ੍ਰਧਾਨ ਬਣੇ। ਉਹਨਾਂ ਨੇ ਆਪ ਨਹੀਂ ਕਿਹਾ, ਪਾਰਟੀ ਦੇ ਲੀਡਰਾਂ ਨੇ ਕਿਹਾ ਕਿ ਇਹਨਾਂ ਨੂੰ ਹੀ ਬਣਾਓ। ਹੁਣ ਸੰਧਾਲੀਆ ਸਾਹਿਬ ਪਹਿਲਾਂ ਪੰਜਾਬ ਤੋਂ 2 ਕੌਮੀ ਕਾਰਜਕਾਰਨੀ ਦੇ ਮੈਂਬਰ ਸੀ, ਹੁਣ 5 ਨੇ। 1 ਨੰਬਰ ਦੇ ਉੱਤੇ ਭਗਵੰਤ ਮਾਨ ਪਹਿਲਾਂ ਵੀ ਸੀਗੇ, ਬੀਬੀ ਬਲਜਿੰਦਰ ਕੌਰ, ਨਾਲ ਅਮਨ ਅਰੋੜਾ ਸਾਹਿਬ ਦਾ ਨੰਬਰ, ਬੀਬੀ ਸਰਬਜੀਤ ਕੌਰ ਮਾਣੂਕੇ, ਤੇ ਨਾਲ ਚੀਮਾ ਸਾਹਿਬ, ਹਰਪਾਲ ਸਿੰਘ ਹੋਰੀ। ਹੁਣ ਚੀਮਾ ਸਾਹਿਬ ਇਹ 5 ਬੰਦੇ, ਪਹਿਲਾਂ 2 ਸੀ ਤੇ ਅੱਧੇ ਜਾਨੀ 50% ਕੌਮੀ ਕਾਰਜਕਾਰਨੀ ਦੀ ਪੰਜਾਬ 'ਚ ਹਿੱਸੇਦਾਰੀ ਭਗਵੰਤ ਮਾਨ ਸਾਹਿਬ ਦੀ ਸੀ, ਹੁਣ 20% ਹੈ। ਉਹਦੇ ਤੋਂ ਅੰਦਾਜ਼ਾ ਕੀ ਲਾਇਆ ਜਾਵੇ, ਭਗਵੰਤ ਮਾਨ ਸਾਹਿਬ ਸਟਿਲ ਚੁੱਪ ਨੇ, ਕੋਈ ਜ਼ਿਕਰ ਨਹੀਂ ਕਰ ਰਹੇ। ਹਾਲਾਂਕਿ ਉਹਨਾਂ ਦੇ ਨੇੜਲੇ ਬੰਦੇ ਇਹ ਕਹਿ ਰਹੇ ਆ ਕਿ ਉਹ ਪਾਰਲੀਮੈਂਟ ਦੇ ਮੈਂਬਰ ਹੋਣ ਕਰਕੇ ਕਈ ਕਮੇਟੀਆਂ ਦੇ ਮੈਂਬਰ ਨੇ, ਉਹ ਉਹਨਾਂ ਦਿਨਾਂ ਦੇ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਕਮੇਟੀਆਂ ਦੀ ਮੀਟਿੰਗ 'ਚ ਹਿੱਸਾ ਲੈਣ ਗਿਆ ਸੀ। ਪਰ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਦਾ ਭਾਸ਼ਣ ਆਇਆ, ਉਹਦੇ ਤੋਂ ਬਾਅਦ ਕੌਮੀ ਕਾਰਜਕਾਰਨੀ 'ਚ ਪੰਜਾਬ ਦੇ ਮੈਂਬਰਾਂ ਦੀ ਗਿਣਤੀ ਵੱਧ ਕੇ 5 ਹੋ ਗਈ ਤੇ ਭਗਵੰਤ ਮਾਨ ਗੈਰ ਹਾਜ਼ਰ ਰਹੇ ਨੇ। ਉਹ ਦੱਸਦੇ ਆ ਕਿ ਭਾਈ ਅੰਦਰ ਖਾਤੇ ਕੀ ਕੁਝ ਚੱਲ ਰਿਹਾ। ਇਹ ਗੱਲ ਠੀਕ ਹੈ, ਪਰ ਇੱਕੋ ਬਿਆਨ ਦੇ ਕੇ ਨਾ ਫਿਲਹਾਲ ਆਮ ਆਦਮੀ ਪਾਰਟੀ ਵਾਲੇ ਵੀ ਮੀਡੀਆ ਦੇ ਸਵਾਲਾਂ ਤੋਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕਰਦੇ। ਪਿਛਲੇ ਦਿਨੀ ਭਗਵੰਤ ਮਾਨ ਹੋਰਾਂ ਵੀ ਉਹੀ ਐਕਸਕਿਊਜ਼ ਦਿੱਤਾ ਸੀ, ਜਰਨੈਲ ਸਿੰਘ ਹੋਰਾਂ ਵੀ ਉਹ ਗੱਲ ਕਰਤੀ। ਉਹ ਕਹਿੰਦੇ ਇਦਾਂ ਕਿੱਦਾਂ, ਸਾਡੀ ਕਿਤੇ ਰਣਨੀਤੀ ਨਹੀਂ, ਤੁਸੀਂ ਸਾਨੂੰ ਕੱਚੇ ਖਿਡਾਰੀ ਗਿਣਦੇ ਆ। ਉਹ ਕਹਿੰਦੇ ਦੇਖੋ, ਜਾਂ ਤਾਂ ਮੈਨੂੰ ਤੁਸੀਂ ਕਲੀਅਰ ਕਰ ਦਿਓ ਵੀ ਬਾਕੀ ਦੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਆਪਣਾ ਚਿਹਰਾ ਐਲਾਨਤਾ,
ਕਹਿੰਦੇ ਚਲੋ ਅਕਾਲੀ ਦਲ ਦੀ ਆਪਾਂ ਗੱਲ ਨਹੀਂ ਕਰਦੇ, ਉਹ ਤੇ ਇੱਕ ਪਰਿਵਾਰ ਹੈ, ਇੱਕ ਪਰਿਵਾਰ 'ਚ ਜਿਹਨੂੰ ਮਰਜ਼ੀ ਬਣਾ ਲੈਣਾ ਉਹ। ਰਹੀ ਗੱਲ ਕਾਂਗਰਸ ਦੀ, ਕਹਿੰਦੇ ਕੋਈ ਮੁੱਖ ਮੰਤਰੀ ਦਾ ਚਿਹਰਾ ਨਹੀਂ। ਕਹਿੰਦੇ ਬੀਜੇਪੀ ਵਾਲੇ ਸਾਨੂੰ ਪੁੱਛਦੇ, ਕਹਿੰਦੇ ਬੀਜੇਪੀ ਵਾਲੇ ਹੀ ਦੱਸ ਦਿਨ ਪਹਿਲਾਂ ਭਾਈ ਸਾਹਿਬ ਵੀ ਕਿਹੜਾ ਹੋਊਗਾ ਮੁੱਖ ਮੰਤਰੀ। ਕਹਿੰਦੇ ਇਹਨਾਂ ਦਾ ਤਾਂ ਕਿਤੇ ਇੱਕ ਥੋੜਾ ਰਹਿੰਦਾ ਆ। ਕਹਿੰਦੇ ਹੁਣ ਦੇਖ ਲਓ ਗੁਜਰਾਤ 'ਚ ਫੇਰ ਬਦਲਤਾ। ਕਹਿੰਦੇ ਕੀ ਪਤਾ ਇੱਥੇ ਆਉਂਦਿਆਂ ਮਹੀਨਿਆਂ ਤੱਕ ਇੱਥੇ ਕੀ ਹੋਣਾ ਕੀ ਨਹੀਂ ਹੋਣਾ। ਉਹ ਕਹਿੰਦੇ ਵੀ ਉਹਨਾਂ ਦਾ ਆਪਣਾ ਮੁੱਖ ਮੰਤਰੀ ਨਹੀਂ ਕਲੀਅਰ ਹੁੰਦਾ, ਬਣੇ ਮੁੱਖ ਮੰਤਰੀ ਨੂੰ ਜਦੋਂ ਮਰਜ਼ੀ ਲਾ ਕੇ ਬਦਲ ਦਿੰਦੇ ਨੇ। ਤੇ ਸਾਡੇ ਮੁੱਖ ਮੰਤਰੀ ਦੇ ਚਿਹਰੇ ਦੇ ਉੱਪਰ ਵਾਰ-ਵਾਰ ਸਵਾਲ ਕਿਉਂ ਉਠਾਇਆ ਜਾ ਰਿਹਾ? ਹੁਣ ਦੇਖੋ ਲੌਜਿਕ ਦੇ ਹਿਸਾਬ ਨਾਲ ਜੇ ਇੱਕ ਵਾਰ ਬਚ ਕੇ ਨਿਕਲਣਾ ਹੋਵੇ ਤੇ ਜਵਾਬ ਅੱਛਾ, ਪਰ ਇਹ ਜਵਾਬ ਵੀ 10 ਦਿਨ ਕਢਾ ਦੂਗਾ, 15 ਕਢਾ ਦੂਗਾ, 16ਵੇਂ 17ਵੇਂ ਦਿਨ ਤੇ ਫਿਰ ਕਿਤੇ ਨਾ ਕਿਤੇ ਘੇਰ ਕੇ ਕਿਸੇ ਨੇ ਪੁੱਛ ਹੀ ਲੈਣਾ ਵੀ ਮੁੱਖ ਮੰਤਰੀ ਦਾ ਚਿਹਰਾ ਲਾਉਣ 'ਚ ਆਪਾਂ ਨੂੰ ਪ੍ਰੋਬਲਮ ਕੀ ਹੈ ਜੀ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ। ਬਹੁਤ ਸਾਰੀਆਂ ਪੁਰਾਣੀਆਂ ਵੀਡੀਓਜ਼ ਜਿਹੜੀਆਂ ਭਗਵੰਤ ਮਾਨ ਦੀਆਂ ਇਸ ਵੇਲੇ ਚਰਚਾ ਦੇ ਵਿੱਚ ਨੇ। ਦੇਖੋ ਅਸੀਂ ਕਿਸੇ ਦੇ ਪੱਖ ਜਾਂ ਵਿਰੋਧ 'ਚ ਨਹੀਂ। ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਰਕਰ ਨੇ, ਜਿੱਦਾਂ ਅਕਾਲੀ ਦਲ ਕਾਂਗਰਸ ਦੇ ਵਰਕਰ ਨੇ, ਉਹ ਸੋਚ ਵਿਚਾਰ ਰਿਹਾ ਕਿ ਹੋਏਗਾ ਕੀ, ਕਿਉਂਕਿ ਜਿਹੜਾ ਬੰਦਾ ਆਮ ਹੈ, ਜਿਹਨੇ ਪੱਠੇ ਲੈਣ ਜਾਣਾ, ਜਿਹਨੇ ਦੁਕਾਨ ਦਾ ਜਾ ਕੇ ਸਵੇਰੇ ਸ਼ਟਰ ਚੱਕਣਾ, ਜਿਹਨੇ ਰੇਹੜੀ ਦੇ ਉੱਤੋਂ ਸਬਜ਼ੀ ਦੇ ਉੱਤੋਂ ਪੱਲੀ ਜੀ ਪਰੇ ਕਰਨੀ ਹੈ ਤੇ ਮੁੜ ਕੇ ਪਾਣੀ ਦੇ ਛਿੱਟੇ ਮਾਰਨੇ ਆ, ਜਿਹੜੇ ਬੰਦੇ ਨੇ ਫੈਕਟਰੀ ਜਾਣਾ, ਜਿਹੜਾ ਬੰਦਾ ਕਿਸੇ ਦਫ਼ਤਰ 'ਚ ਕੰਮ ਕਰਦਾ ਤੇ ਇਕੱਠੇ ਹੋ ਕੇ 10 ਜਣੇ ਬੱਸ 'ਚ ਸਫ਼ਰ ਕਰਦੇ ਆ, ਉਹ ਆਮ ਬੰਦੇ ਨੇ। ਆਮ ਬੰਦੇ ਨੂੰ ਕਲੀਅਰ ਹੋਣਾ ਚਾਹੀਦਾ ਕਿ ਸਾਡੇ ਹਾਲਾਤ ਕੀ ਨੇ, ਪਾਰਟੀ ਦੇ ਕਿੱਧਰਲੇ ਪਾਸੇ ਨੂੰ ਜਾ ਰਹੀ ਹੈ। ਰੌਲਾ ਨਹੀਂ ਹੋਣਾ ਚਾਹੀਦਾ। ਜੇ ਕਹਿਣ ਜੀ ਅੱਜ ਸਾਨੂੰ ਕਿਉਂ ਪੁੱਛਦੇ ਆ, ਅੱਜ ਤੱਕ ਭਗਵੰਤ ਮਾਨ ਕਦੇ ਚੁੱਪ ਤਾਂ ਰਿਹਾ ਨਹੀਂ ਸੀ। ਭਗਵੰਤ ਮਾਨ ਪਹਿਲੀ ਵਾਰ ਚੁੱਪ ਹੋਇਆ ਤੇ ਉਹ ਵੀ ਇਲੈਕਸ਼ਨ ਤੋਂ ਪਹਿਲਾਂ। ਤੇ ਆਮ ਆਦਮੀ ਪਾਰਟੀ ਦਾ ਵਰਕਰ ਤਾਂ ਸਵਾਲ ਕਰੂਗਾ। ਵੈਸੇ ਵੀ ਆਮ ਆਦਮੀ ਪਾਰਟੀ ਦੇ ਪੰਜਾਬ ਵਾਲੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਉਹਨਾਂ ਨੇ ਇੱਕ ਪੋਰਟਲ ਨਵਾਂ ਬਣਾਇਆ ਕਿ ਭਾਈ ਫੰਡ ਦੀ ਲੋੜ ਹੈ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇ, ਪੰਜਾਬ ਦੀ ਡਿਵੈਲਪਮੈਂਟ ਦੇ ਉੱਤੇ ਪੈਸੇ ਜਿਹੜੇ ਉਹ ਲੱਗਣੇ ਆ, ਪੰਜਾਬ ਨੂੰ ਵਧੀਆ ਸਰਕਾਰ ਦੀ ਲੋੜ ਹੈ, ਆਮ ਆਦਮੀ ਪਾਰਟੀ ਨੂੰ ਇਲੈਕਸ਼ਨ ਦੇ ਲਈ ਫੰਡ ਦਿਓ। ਠੀਕ 5 ਸਾਲ ਪਹਿਲਾਂ ਅੱਜ ਫੰਡ ਬਹੁਤ ਘੱਟ ਆਉਂਦਾ ਤੇ ਪਿਛਲੀ ਵਾਰ ਸਾਂਭਿਆ ਨਹੀਂ ਸੀ ਜਾਂਦਾ। ਵਿਦੇਸ਼ਾਂ ਤੋਂ, ਦੇਸ਼ ਤੋਂ ਬਹੁਤ ਸਾਰੇ ਲੋਕ ਸੀ, ਵੀਡੀਓਜ਼ ਦੇਖੀਆਂ ਹੋਣੀਆਂ। ਕੋਈ ਰੇਹੜੀ ਵਾਲਾ ਵੀ ਕਹਿੰਦਾ ਸੀ ਜੀ ਮੈਂ ਵੱਖਰੀ ਤਰ੍ਹਾਂ ਦੀ ਸਰਕਾਰ ਚਾਹੁੰਦਾ ਹੈ, VIP ਕਲਚਰ ਤੋਂ ਅੱਡ, ਭ੍ਰਿਸ਼ਟਾਚਾਰ ਤੋਂ ਮੁਕਤ, ਜਿੱਥੇ ਨਿੱਕੇ ਨਿਆਣੇ ਸੁਰੱਖਿਆ ਦੇ ਨਾਲ ਜਾ ਸਕਣ, ਨੌਕਰੀਆਂ ਮਿਲਣ, ਕਿਉਂਕਿ ਵਿਜ਼ਨ ਦਿੱਤਾ ਸੀ। ਤੇ ਆ ਚੱਕੋ ਜੀ 10/5 ਤੁਹਾਡੇ। ਤੇ ਅੱਜ ਮੰਗ ਕਰਨੀ ਪੈ ਰਹੀ ਹੈ ਕਿ ਭਾਈ ਜ਼ਰੂਰੀ ਹੈ। ਮੈਂ ਨਹੀਂ ਕਹਿੰਦਾ ਗਲਤ ਹੈ, ਸਾਰੀਆਂ ਪਾਰਟੀਆਂ ਕਰਦੀਆਂ, ਪਰ ਫਰਕ ਦੱਸ ਰਹੇ ਹਾਂ। ਜਦੋਂ ਦੂਸਰੀਆਂ ਪਾਰਟੀਆਂ ਦੇ ਨਾਲ ਕੰਪੇਅਰ ਕੀਤਾ ਜਾਂਦਾ ਹੈ, ਫਰਕ ਇਹ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਤੌਖਲੀ ਕਿਉਂ ਆ। ਕੁਲਜੀਤ ਸਿੰਘ ਨਾਗਰਾ ਹੋਰਾਂ ਨੇ ਪਿਛਲੇ ਦਿਨੀ ਕਿਹਾ ਸੀ ਕਿ 1000 ਕਰੋੜ ਰੁਪਈਆ ਆਮ ਆਦਮੀ ਪਾਰਟੀ ਨੂੰ ਪਿਛਲੀ ਵਾਰੀ ਇਕੱਠਾ ਹੋਇਆ ਸੀ, ਫੰਡ ਦਾ ਹਿਸਾਬ ਕਿਉਂ ਨਹੀਂ ਦਿੰਦੀ। ਵੈਸੇ ਤਾਂ ਕੋਈ ਪਾਰਟੀ ਨਹੀਂ ਦਿੰਦੀ ਹੁੰਦੀ। ਜੇ ਇਸ ਦੇਸ਼ ਦੇ ਵਿੱਚ 70-80% ਪਾਰਟੀਆਂ ਨੂੰ ਜਿਹੜਾ ਫੰਡ ਮਿਲਦਾ ਹੈ, ਕੁੱਲ ਜਿੰਨਾ ਫੰਡ ਮਿਲਦਾ ਉਹਦਾ 70-80% ਗੁਪਤਦਾਨ ਦੇ ਰੂਪ 'ਚ ਆਇਆ ਹੋਵੇ, ਕਿ ਛੋਟੀਆਂ-ਛੋਟੀਆਂ ਡਿਪੋਜ਼ਿਟ ਦੇ ਵਿੱਚ ਆਇਆ ਹੋਵੇ, ਕਿ ਦੱਸਣ ਦੀ ਲੋੜ ਨਹੀਂ ਕਾਨੂੰਨ ਦੇ ਮੁਤਾਬਕ, ਉਸ ਦੇਸ਼ ਦੇ ਵਿੱਚ ਕਿਹੜੀ ਪਾਰਟੀ ਦੱਸੂ ਕਿ ਸਾਨੂੰ ਫੰਡ ਕਿੱਥੋਂ ਆਇਆ। ਪਰ ਲੋਕ ਹੁਣ ਸਵਾਲ ਕਰਦੇ, ਇਸ ਕਰਕੇ ਕਲੀਅਰ ਕਰਨਾ ਜ਼ਰੂਰੀ ਹੈ। ਨਹੀਂ, ਬਿਲਕੁਲ ਕਲੀਅਰ ਕਰਨਾ ਜ਼ਰੂਰੀ ਹੈ। ਮੇਰਾ ਖਿਆਲ ਆ ਵੀ ਇਹ ਕਰ ਵੀ ਦੇਣਗੇ। ਪਰ ਕੁੱਲ ਮਿਲਾ ਕੇ ਇੱਕ ਗੱਲ ਜਿਹੜੀ ਉਹ ਵਾਰ-ਵਾਰ ਸਵਾਲ ਉੱਠਦਾ, ਉਹ ਇਹ ਉੱਠਦਾ ਕਿ ਜਦੋਂ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ, ਪਿਛਲੇ ਤੁਸੀਂ ਜ਼ਿਆਦਾ ਨਹੀਂ, ਆਪਾਂ 1.5-2 ਸਾਲ ਪਿੱਛੇ ਚਲੇ ਜਾਈਏ ਤੇ ਉਦੋਂ ਐਂ ਜਾਪਦਾ ਵੀ ਨਹੀਂ ਕਿੱਥੇ ਯਾਰ, ਹੁਣ ਤੇ ਔਖਾ ਜਾਪਦਾ। ਮਤਲਬ 100 ਸਾਲ ਹੋ ਗਏ ਪਾਰਟੀ ਨੂੰ ਤੇ ਹੁਣ ਉਹਨਾਂ ਦਾ ਬਣੂਗਾ ਕੀ। ਉਸ ਤੋਂ ਬਾਅਦ ਕਈ ਟਕਸਾਲੀ ਲੀਡਰ ਬਾਹਰ ਹੋਏ, ਲਾਂਭੇ ਹੋਏ, ਹਰੇਕ ਨੂੰ ਜਾਪਿਆ ਵੀ ਯਾਰ ਹੁਣ ਤਾਂ ਗਏ ਜੀ। ਉਹਦੇ ਬਾਵਜੂਦ ਵੀ ਭਾਵੇਂ ਉਹ ਧੱਕੇ ਖਾਣ, ਭਾਵੇਂ ਡਾਂਗਾ ਖਾਣ, ਭਾਵੇਂ ਗਾਲਾਂ ਖਾਣ, ਜੋ ਮਰਜ਼ੀ ਖਾਣ, ਵੱਜਦੇ ਤੇ ਫਿਰਦੇ ਨਹੀਂ ਲੋਕਾਂ ਜਾ ਕੇ। ਤੇ ਜਿਹੜੀ ਇੱਕ ਪੋਲੀਟੀਕਲ ਪਾਰਟੀ ਜਿਹੜੀ ਕਿ ਅਜੇ 17 ਦੇ ਵਿੱਚ ਮਤਲਬ ਸਰਕਾਰ ਬਣਾਉਂਦੀ ਫਿਰਦੀ ਸੀ, ਇਸ ਵਕਤ ਕਾਗਜ਼ੀ ਤੌਰ ਦੇ ਉੱਪਰ ਮੁੱਖ ਵਿਰੋਧੀ ਧਿਰਿਆ, ਉਹਦੇ ਵਿੱਚ ਜੇ ਆਖੀਏ ਵੀ ਭਾਈ ਸਾਹਿਬ ਸਰਗਰਮੀ ਕੋਈ ਨਹੀਂ ਤੇ ਉਹਨਾਂ ਨੂੰ ਜਾਪਦਾ ਕੋਈ ਗੱਲ ਨਹੀਂ, ਅਜੇ ਕਿਹੜਾ ਕਾਲੀ, ਉਹ ਕਰ ਲਾਂਗੇ ਯਾਰ, ਫਿਰ ਕੀ ਹੋ ਚੱਲਿਆ। ਇਸ ਐਟੀਟਿਊਡ ਤੇ ਹੋਵੇ ਤੇ ਮੈਨੂੰ ਪਤਾ ਨਹੀਂ ਕਿਉਂ ਇਹ ਲੱਗਦਾ ਕਿ ਸ਼ਾਇਦ ਉਹ ਕਿਤੇ ਨਾ ਕਿਤੇ ਅੰਦਰੋਂ ਹੀ ਆਵਾਜ਼ ਹੈਗੀ ਆ ਵੀ ਨਹੀਂ ਆਪਾਂ ਕੁਝ ਨਹੀਂ ਕਰਨਾ, ਇੰਨਾ ਕੀ ਰੱਖਣਾ ਬਸ ਗੀਰ ਜਾ। ਦੇਖੋ ਸੰਧਾਲੀਆ ਸਾਹਿਬ ਜ਼ਿਕਰ ਕਰਾਂ, ਪਨੂ ਸਾਹਿਬ ਨੇ ਕੁਦਰਤੀ ਆਪਾਂ ਰੇਡੀਓ ਦੇ ਉੱਪਰ ਮੈਂ ਸਵਾਲ ਨੂੰ ਪੁੱਛ ਲਿਆ, ਉਹਨਾਂ ਨੇ ਕੰਪੈਰੀਜ਼ਨ ਮਾੜਾ ਜਿਹਾ ਕੀਤਾ ਹੈ। ਕਹਿੰਦੇ ਬਸਪਾ ਵਾਲੇ ਵੀ ਇੱਦਾਂ ਹੀ ਕਰਦੇ ਹੁੰਦੇ, ਯੂਪੀ ਸਰਕਾਰ ਬਣਾਉਂਦੇ ਹੁੰਦੇ, ਬਾਕੀ ਥਾਵਾਂ ਦੇ ਉੱਪਰ ਕਿਸੇ ਨੂੰ ਹਰਾਉਣ ਲਈ, ਕਿਸੇ ਨੂੰ ਜਿਤਾਉਣ ਲਈ ਕੰਮ ਕਰਦੇ। ਇੱਕ ਤੇ ਇੱਦਾਂ ਦਾ ਪ੍ਰਭਾਵ ਆਪ ਵਾਲਿਆਂ ਦਾ ਤਾਂ ਨਹੀਂ ਬਣ ਜੂਗਾ। ਨਹੀਂ ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਕਿ ਬਸਪਾ ਵਾਲਿਆਂ ਦੇ ਨਾਲ ਉਹਨਾਂ ਨੂੰ ਮੰਨ ਕੇ ਤਾਂ ਇਹ ਚੱਲਣਾ ਪਊਗਾ, ਕਿਉਂਕਿ ਪੰਨੂ ਸਾਹਿਬ ਨੇ ਗੱਲ ਕੀਤੀ ਹੈ, ਬਹੁਤ ਲੌਜਿਕ ਦੇ ਆਧਾਰ ਤੇ ਕੀਤੀ ਹੈ, ਵੀ ਨਹੀਂ ਤਾਂ ਭਾਈ ਭਵਿੱਖ ਇੱਦਾਂ ਦਾ ਹੋ ਜਾਣਾ ਹੀ। ਪਰ ਫਰਕ ਇੰਨਾ ਕਾ ਕਿ ਪਿਛਲੇ ਦਿਨਾਂ ਦੇ ਵਿੱਚ ਗੁਜਰਾਤ 'ਚ ਆਪਾਂ ਦੇਖਿਆ ਕਿ ਜਿਹੜੀਆਂ ਛੋਟੀਆਂ ਚੋਣਾਂ ਹੋਈਆਂ ਨਿਗਮਾਂ ਦੀਆਂ, ਕੌਂਸਲਾਂ ਦੀਆਂ, ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਸੂਰਤ 'ਚ ਹਾਜ਼ਰੀ ਲਵਾਈ ਤੇ ਕਾਂਗਰਸ ਤੋਂ ਵੱਡੀ ਲਵਾਈ। ਸੰਜੇ ਸਿੰਘ ਹੋਰਾਂ ਨੇ ਉੱਤਰ ਪ੍ਰਦੇਸ਼ ਦੇ ਵਿੱਚ ਅਨਾਉਂਸ ਕੀਤਾ ਕਿ 403 ਦੀਆਂ 403 ਵਿਧਾਨ ਸਭਾ ਦੀਆਂ ਸੀਟਾਂ ਆਮ ਆਦਮੀ ਪਾਰਟੀ ਲੜੂ। ਸਾਡੀ ਕਿਸੇ ਦੇ ਨਾਲ ਗੱਲਬਾਤ ਨਹੀਂ ਚੱਲ ਰਹੀ, ਅਸੀਂ ਕਿਸੇ ਦੇ ਨਾਲ ਗੱਠਜੋੜ ਨਹੀਂ ਕਰ ਲਿਆ। 150 ਸੀਟਾਂ ਤੇ ਹਲਕਾ ਇੰਚਾਰਜ ਅਸੀਂ ਐਲਾਨ ਦਿੱਤੇ ਆ। ਤੇ ਇਹਦੇ ਨਾਲ ਉਹ ਕਹਿੰਦੇ ਜਿਹੜੀਆਂ ਪੰਚਾਇਤੀ ਚੋਣਾਂ ਹੁਣੇ ਹੋ ਕੇ ਹਟੀਆਂ, ਅਸੀਂ 83 ਸੀਟਾਂ ਯੂਪੀ ਜਿੱਤੀਆਂ, ਕਾਂਗਰਸ ਨੇ 40 ਜਿੱਤੀਆਂ। ਇਹ ਵੀ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਦੇ ਵਿੱਚੋਂ ਜਦੋਂ ਪੰਚਾਇਤੀ ਚੋਣਾਂ ਹੋਈਆਂ ਤਾਂ ਸਾਡੇ ਉਮੀਦਵਾਰਾਂ ਨੂੰ 40 ਲੱਖ ਤੋਂ ਵੀ ਜ਼ਿਆਦਾ ਵੋਟਾਂ ਯੂਪੀ 'ਚੋਂ ਪਈਆਂ। ਡਾਟਾ ਉਹਨਾਂ ਦੇ ਕੋਲੇ ਹੋਏਗਾ। ਇਸੇ ਆਧਾਰ ਦੇ ਉੱਤੇ ਕਿਹਾ ਇਹਦੇ ਨਾਲ
ਆਪਾਂ ਦਿੱਲੀ ਦੇ ਵਿੱਚ ਦੇਖ ਰਹੇ ਹਾਂ ਕਿ ਲਗਾਤਾਰ ਤੀਸਰੀ ਵਾਰੀ ਸਰਕਾਰ ਬਣ ਗਈ ਹੈ। ਬਹੁਜਨ ਸਮਾਜ ਪਾਰਟੀ ਤੇ ਇੱਕ ਵਾਰੀ ਤੋਂ ਬਾਅਦ ਦੂਜੀ ਵਾਰੀ ਸਰਕਾਰ ਨਹੀਂ ਸੀ ਬਣਾ ਪਾਈ। ਪਰ ਜਿਹੜੀ ਬਹੁਤ ਕਲੀਅਰ ਗੱਲ ਹੈ ਆਮ ਆਦਮੀ ਪਾਰਟੀ ਦੇ ਲਈ, ਜੇ ਅੱਜ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਇਸ ਮੁੱਦੇ ਦੇ ਉੱਤੇ ਕਿ ਬੈਠਦਾ ਹੈ ਕਿ ਬਾਕੀ ਪਾਰਟੀਆਂ ਦਾ ਕੀ ਬਈ ਸਾਨੂੰ ਪੁੱਛੀ ਜਾਂਦੇ ਹੋ, ਉਹ ਪਤਾ ਕਿਉਂ ਪੁੱਛਦੇ ਆ? ਆਮ ਆਦਮੀ ਪਾਰਟੀ ਇਹ ਨਾਰਾ ਦੇ ਕੇ ਆਈ ਸੀ ਕਿ ਅਸੀਂ ਵੱਖਰੇ ਆ। ਆਮ ਆਦਮੀ ਪਾਰਟੀ ਇਹ ਨਾਰਾ ਦੇ ਕੇ ਆਈ ਸੀ ਕਿ ਬਾਕੀ ਕਾਰਾਂ ਭਾਲਦੇ ਆ, ਲਾਲ ਬੱਤੀਆਂ ਭਾਲਦੇ ਆ, ਸਭ ਕੁਝ ਭਾਲਦੇ ਆ, ਅਸੀਂ ਇਹ ਤੇ ਰੋਕ ਲਾਉਣੀ ਹੈ। ਆਮ ਆਦਮੀ ਪਾਰਟੀ ਇਹ ਕਹਿੰਦੀ ਸੀ ਕਿ ਬਾਕੀ ਪਾਰਟੀਆਂ ਦੇ ਬੰਦੇ ਸੁਰੱਖਿਆ ਕਰਮਚਾਰੀ ਲੈਂਦੇ ਆ, ਸਾਨੂੰ ਸੁਰੱਖਿਆ ਦੀ ਲੋੜ ਨਹੀਂ, ਅਸੀਂ ਤਾਂ ਆਮ ਆ। ਆਮ ਆਦਮੀ ਪਾਰਟੀ ਇਹ ਦਾਅਵਾ ਕਰਕੇ ਆਈ ਸੀ। ਲੋਕ ਇਸ ਕਰਕੇ ਪੁੱਛਦੇ, ਖਿਲਾਫ ਨਹੀਂ ਹੈਗੇ ਲੋਕ, ਕਿਉਂਕਿ ਇਹ ਕਹਿੰਦੇ ਸੀ ਕਿ ਭਾਈ ਬਾਕੀ ਤਾਂ ਟੱਬਰਾਂ ਦੇ ਵਿੱਚ ਟਿਕਟਾਂ ਵੰਡਦੇ ਆ, 200 ਪਰਿਵਾਰ ਨੇ ਜਿਨ੍ਹਾਂ ਦਾ ਪੰਜਾਬ ਦੇ ਉੱਤੇ ਕਬਜ਼ਾ, ਅਸੀਂ ਤਾਂ ਰਿਕਸ਼ੇ ਵਾਲੇ ਨੂੰ, ਅਸੀਂ ਤਾਂ ਕਿਸਾਨ ਨੂੰ, ਅਸੀਂ ਤਾਂ ਮਜ਼ਦੂਰ ਨੂੰ, ਅਸੀਂ ਤਾਂ ਫੈਕਟਰੀ 'ਚ ਕੰਮ ਕਰਨ ਵਾਲੇ ਨੂੰ, ਅਸੀਂ ਤਾਂ ਯੂਨੀਵਰਸਿਟੀ 'ਚ ਪੜ੍ਹਦੇ ਬੰਦੇ ਨੂੰ, ਅਸੀਂ ਪ੍ਰੋਫੈਸਰ ਨੂੰ, ਅਸੀਂ ਵਿਗਿਆਨੀ ਨੂੰ, ਅਸੀਂ ਬੁੱਧੀਜੀਵੀ ਬੰਦੇ ਨੂੰ ਟਿਕਟਾਂ ਦੇਣੀਆਂ। ਤੁਸੀਂ ਵੱਖਰੇ ਸੀ, ਵੱਖਰੇ ਹੋਣ ਦਾ ਦਾਅਵਾ ਕਰਕੇ ਆਏ ਸੀ। ਇਸੇ ਕਰਕੇ ਬਿਨਾਂ ਕਿਸੇ ਗੱਲ ਤੋਂ 4 MP ਤੁਹਾਡੇ ਪਹਿਲੀ ਵਾਰੀ, 1 MP ਦੂਜੀ ਵਾਰੀ ਤੇ 20 MLA ਪਹਿਲੀ ਵਾਰ ਜੋ ਤੁਸੀਂ ਪੰਜਾਬ ਦੀ ਵਿਧਾਨ ਸਭਾ ਚੋਣ ਲੜੀ ਉਦੋਂ ਲੋਕਾਂ ਨੇ ਜਿਤਾਏ। ਪ੍ਰਵਾਸੀ ਬੱਸਾਂ ਭਰ ਕੇ ਪਿੰਡਾਂ 'ਚ ਪ੍ਰਚਾਰ ਕਰਦੇ ਸੀ ਤੇ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਤੁਹਾਨੂੰ ਹੱਥਾਂ ਤੇ ਚੱਕਿਆ, ਅਗਲਿਆਂ ਦਾ ਫਰਜ਼ ਵੀ ਬਣਦਾ ਤੇ ਹੱਕ ਵੀ ਬਣਦਾ ਹੈ। ਬਾਕੀ ਦੇਖੋ ਆ ਜਿਹੜਾ ਬਿਆਨ ਆਇਆ ਸੀ ਨਾ ਕੇਜਰੀਵਾਲ ਸਾਹਿਬ ਦਾ, ਵੀ ਅਸੀਂ ਮਤਲਬ ਇਦਾਂ ਦੇ ਨਹੀਂ ਆ ਕਿ ਵੀ ਸਾਨੂੰ ਕੋਈ BJP ਬਣਾ ਲਵੇ, ਕੋਈ ਕਾਂਗਰਸ ਬਣਾ ਲਵੇ, ਅਸੀਂ ਮਤਲਬ ਵੱਖਰੇ ਹਾਂ, ਹੈ ਨਾ। ਜਿਹਦੇ 'ਚ ਉਹਨਾਂ ਨੇ ਕਿਹਾ ਵੀ ਕੋਈ ਅਹੁਦੇ ਦੀ ਲਾਲਸਾ ਨਾ ਰੱਖੇ ਭਾਈ ਸਾਹਿਬ, ਕੰਮ ਕਰੋ, ਉਸ ਤੋਂ ਬਾਅਦ ਮੈਂ ਖੁਦ ਆ ਕੇ ਤੁਹਾਨੂੰ ਅਹੁਦਾ ਦਊਂਗਾ। ਪਰ ਆ ਜਿਹੜਾ ਅਹੁਦਾ ਉਹਨਾਂ ਨੇ ਆਪਣੇ ਵਾਰ ਦੁਬਾਰਾ ਲੈ ਲਿਆ, ਜਿਹਦੇ 'ਚ ਕਿਹਾ ਜਾਂਦਾ ਕਿ ਪਾਰਟੀ ਨੇ ਅਮੈਂਡਮੈਂਟ ਕਰਕੇ ਉਹਨਾਂ ਨੂੰ ਕਹਿਤਾ ਵੀ ਨਹੀਂ ਤੁਸੀਂ ਕਨਵੀਨਰ ਮਹਾਰਾਜ, ਤੁਸੀਂ ਪ੍ਰਧਾਨ, ਇੱਦਾਂ ਕਿੱਦਾਂ। ਹੁਣ ਜਦੋਂ ਤੋਂ ਪਾਰਟੀ ਬਣੀ ਆ ਉਦੋਂ ਤੋਂ ਲੈ ਕੇ ਹੁਣ ਤੱਕ ਕੇਜਰੀਵਾਲ ਸਾਹਿਬ ਚੱਲਦੇ ਆ ਰਹੇ, ਤੇ ਜੇ ਅਗਲੇ 4-5 ਸਾਲ ਫਿਰ ਉਹਨਾਂ ਨੂੰ ਕਮਾਨ ਸੌਂਪ ਦਿੱਤੀ ਆ, ਤੇ ਆਪਾਂ ਇਹ ਮੰਨ ਕੇ ਚੱਲੀਏ ਵੀ ਜਦੋਂ 10 ਸਾਲਾਂ ਦੇ ਲਾਗੇ ਬੰਨੇ ਸਮਾਂ ਬਣ ਜਾਣਾ, ਜ਼ਿਆਦਾ ਬਣ ਜਾਣਾ। ਜਦੋਂ ਇੰਨਾ ਸਮਾਂ ਜ਼ਿਆਦਾ ਇੱਕ ਬੰਦਾ ਉੱਪਰ ਰਾਜ ਕਰੇਗਾ ਪਾਰਟੀ ਤੇ ਫਿਰ ਆਪਾਂ ਇਹ ਕਿਵੇਂ ਕਹਿ ਸਕਦੇ ਕਿ ਉਹ ਫਲਾਨੀ ਪਾਰਟੀ ਤੇ ਇੱਕ ਪਰਿਵਾਰ ਚਲਾਉਂਦਾ, ਫਲਾਨੀ ਪਾਰਟੀ ਤਾਂ ਸਿਰਫ ਇੱਕ ਬੰਦਾ ਚਲਾਉਂਦਾ, ਫਲਾਨੀ ਪਾਰਟੀ ਤਾਂ ਸਿਰਫ ਇੱਕੋ ਹੀ ਚਿਹਰਾ। ਫਿਰ ਹੋ ਸਕਦਾ ਵੀ ਹੌਲੀ ਹੌਲੀ ਜਿਹੜੀਆਂ ਚੀਜ਼ਾਂ ਚੇਂਜ ਹੁੰਦੀਆਂ ਨੇ, ਕੱਲ੍ਹ ਨੂੰ ਆਪਾਂ ਤਾਂ ਨਹੀਂ ਆਉਂਦੇ ਵਿਰੋਧੀ ਚੱਕ ਲੈਣ ਮੁੱਦਾ ਵੀ ਹਾਂ ਭਾਈ ਸਾਹਿਬ ਫਰਕ ਕੀ ਆ। ਦੇਖੋ ਸੰਧਾਲੀਆ ਸਾਹਿਬ ਦਿੱਲੀ ਦੇ ਮੁੱਖ ਮੰਤਰੀ ਦੇ ਤੌਰ ਤੇ ਉਹ ਚੰਗਾ ਕੰਮ ਕਰਨ, ਸਾਨੂੰ ਲੋੜ ਹੈ। ਕਈ ਖੇਤਰਾਂ 'ਚ ਉਹਨਾਂ ਨੇ ਵਧੀਆ ਕੰਮ ਕੀਤਾ, ਪਰ ਜੋ ਤੁਸੀਂ ਇੱਦਾਂ ਦੀਆਂ ਗੱਲਾਂ ਕਰਦੇ ਹੋ ਨਾ ਤਾਂ ਮੈਨੂੰ ਡਾਕਟਰ ਧਰਮਵੀਰ ਗਾਂਧੀ ਦਾ, ਯੋਗਿੰਦਰ ਯਾਦਵ ਦਾ, ਉਹਨਾਂ ਸਾਰੇ ਬੰਦਿਆਂ ਦਾ ਚੇਤਾ ਆ ਜਾਂਦਾ ਜਦੋਂ ਇਹ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਸੀ। ਸ਼ਾਂਤੀ ਭੂਸ਼ਣ, ਪ੍ਰਸ਼ਾਂਤ ਭੂਸ਼ਣ ਪਿਓ ਪੁੱਤ ਇਹੀ ਕਹਿ ਬੈਠੇ ਸੀ ਕਿ ਭਾਈ ਪਾਰਟੀ ਆਪਣੀ ਆ, ਇੱਕ ਬੰਦਾ ਇੱਕ ਅਹੁਦਾ, ਤੁਸੀਂ ਮੁੱਖ ਮੰਤਰੀ ਹੋ, ਛੱਡੋ ਹੁਣ ਕਨਵੀਨਰ ਦਾ ਅਹੁਦਾ। ਉਹ ਅਹੁਦਾ ਤਾਂ ਨਹੀਂ ਛੁੱਟਿਆ, ਬੰਦੇ ਛੁੱਟ ਗਏ। ਹਾਂ, ਮੈਂ ਤਾਂ ਹੀ ਕਿਹਾ, ਮਤਲਬ ਇਹ ਹੋ ਸਕਦਾ ਵੀ ਚਰਚਾ ਕੱਲ ਨੂੰ ਚੱਲ ਪਵੇ ਜੀ। ਅੱਛਾ, ਆਪਾਂ ਹੁਣ ਕੈਪਟਨ ਸਾਹਿਬ ਵੱਲ ਚੱਲੀਏ। ਕੈਪਟਨ ਸਾਹਿਬ ਹੈ ਨਾ, ਕਿਉਂਕਿ ਨੀਂਹ ਪੱਥਰ ਰੱਖਿਆ ਉਹਨਾਂ ਨੇ, ਨਵੇਂ ਕਾਲਜ ਕਹਿੰਦੇ ਬਣਾਉਣਾ, ਬਹੁਤ ਵਧੀਆ ਗੱਲ ਹੈ। ਹੁਣ ਨਵਾਂ ਕਾਲਜ ਬਣਾਉਣਾ, ਪਰ ਨਵਾਂ ਕਾਲਜ ਬਣਾਉਣ ਦੇ ਨਾਲ ਮੈਨੂੰ ਇਸ ਵੀ ਪਹਿਲਾਂ ਤੇ ਉਹ ਬਰਜਿੰਦਰਾ ਕਾਲਜ ਵਾਲੀ ਜਿਹੜੀ ਬੰਦ ਕੀਤੀ ਹੈ BSc, ਉਹਦੀ ਗੱਲ ਕਰ ਲਈਏ। ਨਹੀਂ, ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਜਦੋਂ ਖੇਤੀਬਾੜੀ ਕਾਲਜ ਦਾ ਨੀਂਹ ਪੱਥਰ ਰੱਖਣਾ ਹੈ ਤੇ ਦਾਅਵਾ ਕੀਤਾ ਕਿ ਨਵੀਆਂ ਖੋਜਾਂ ਹੋਣਗੀਆਂ, ਬੱਚੇ ਖੇਤੀਬਾੜੀ ਦੇ ਬਾਰੇ ਪੜ੍ਹਨਗੇ ਤਾਂ ਬਹੁਤ ਵਧੀਆ ਹੋ ਜਾਊਗਾ, ਖੇਤੀਬਾੜੀ ਪ੍ਰਧਾਨ ਸੂਬਾ। ਪਰ ਜਦੋਂ ਇੱਕ ਨਵੇਂ ਕਾਲਜ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਸੀ, ਜਦੋਂ 2 ਇੱਟਾਂ ਰੱਖ ਕੇ ਕਾਂਡੀ ਨਾਲ ਐਂ ਕੀਤਾ ਹੋਊਗਾ, ਚਾਹੇ ਇਹਨਾਂ ਨੇ ਚਾਹੇ ਮਿਸਤਰੀ ਸਾਹਿਬ ਨੇ, ਨੀਂਹ ਪੱਥਰ ਇੱਥੇ ਰੱਖੀ ਦਾ, ਤੇ ਉਦੋਂ ਚੇਤਾ ਕਰ ਲੈਣਾ ਚਾਹੀਦਾ ਕਿ ਭਾਈ ਉੱਥੇ ਤਾਂ ਭੁੱਖ ਹੜਤਾਲ ਤੇ ਬੈਠੇ ਆ ਫਰੀਦਕੋਟ, ਕੇ ਇੰਨੇ ਦਹਾਕੇ ਹੋ ਗਿਆ ਸੀ BSc ਐਗਰੀਕਲਚਰ ਉੱਥੇ ਚੱਲਦੀ ਸੀ ਤੇ ਹੁਣ ਅਚਾਨਕ ਉਹ ਬੰਦ ਹੋ ਗਈ, ਇਸ ਕਰਕੇ ਕਿ ਭਾਈ ਤੁਹਾਡੇ ਕੋਲੇ ਤਾਂ ਜ਼ਮੀਨ ਨਹੀਂ ਹੈ, ਤੁਹਾਡੇ ਕੋਲੇ ਤਾਂ ਫੈਕਲਟੀ ਪੂਰੀ ਨਹੀਂ ਹੈ, ਜਾਣੀ ਕਿ ਪੜ੍ਹਾਉਣ ਵਾਲੇ ਪੂਰੇ ਨਹੀਂ ਹੈ, ਤੁਹਾਡੇ ਕੋਲ ਤਾਂ ਲੈਬੋਰਟਰੀ ਪੂਰੀ ਨਹੀਂ। ਚੰਗਾ ਹੁੰਦਾ ਕਿ ਇੱਧਰਲੇ ਪਾਸੇ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਫਰੀਦਕੋਟ ਵਾਲੇ ਪਾਸੇ ਗੇੜਾ ਮਾਰੇ ਹੁੰਦੇ ਕਿ ਦੱਸੋ ਭਾਈ ਕਿੰਨੇ ਬੰਦੇ ਰੱਖਣੇ ਆ, ਆਪਾਂ ਹੁਣੇ ਨੋਟਿਸ ਕਰਦੇ ਆ, ਮਹੀਨੇ ਦੇ ਅੰਦਰ ਫੈਕਲਟੀ ਪੂਰੀ, ਆਹ ਦੇਖੋ ਸਾਡੇ ਕੋਲ ਸਰਕਾਰੀ ਜ਼ਮੀਨ ਹੈਗੀ, ਨਹੀਂ ਤਾਂ ਖਰੀਦ ਲੈਂਦੇ ਆ, ਇੱਥੇ ਆਪਾਂ ਇਹਨਾਂ ਨੂੰ 25 ਏਕੜ ਚਾਹੀਦੇ ਆ ਖੇਤੀਬਾੜੀ ਕਰਨ ਦੇ ਲਈ, ਦਿੰਨੇ ਆ, ਲੈਬੋਰਟਰੀ ਲਈ ਦੱਸੋ ਕਿੰਨੇ ਪੈਸੇ ਚਾਹੀਦੇ ਆ, ਬੰਦੇ ਕਿੰਨੇ ਰੱਖਣੇ ਆ। ਉਸੇ ਵੇਲੇ ਕਲੀਅਰ ਕਰੇ ਹੁੰਦੇ ਨਾ, ਸਾਨੂੰ ਗੱਲ ਕਰਨ ਦਾ ਮੌਕਾ ਮਿਲਦਾ ਤਾਂ ਅਸੀਂ ਨਵੇਂ ਖੇਤੀਬਾੜੀ ਕਾਲਜ ਦੇ ਨੀਂਹ ਪੱਥਰ ਦੇ ਮੌਕੇ ਤਾੜੀਆਂ ਮਾਰਦੇ। ਨਹੀਂ, ਤਾੜੀਆਂ ਤੁਸੀਂ ਮਾਰੋ ਵੈਸੇ, ਕਿਉਂਕਿ ਜਦੋਂ ਤੇ ਬਿਆਨ ਹੀ ਦੇਣਾ ਨਾ, ਖੈਰ ਤਾਂ ਬਿਆਨ ਇਹ ਵੀ ਤਾਂ ਦਿੱਤਾ ਜਾ ਸਕਦਾ, ਯਾਰ ਤੁਸੀਂ ਇੱਕ ਕਾਲਜ ਦੇ ਵਿੱਚ ਇੱਕ BSc ਨੂੰ ਰੋਂਦੇ ਪਏ ਹੋ, ਅਸੀਂ ਨਵੇਂ ਨਕੋਰ ਕਾਲਜ ਦੀ ਗੱਲ ਕਰ ਦਿੱਤੀ ਵੀ ਅਸੀਂ ਇੱਕ ਕਾਲਜ ਦੇ ਵਿੱਚ ਇੱਕ ਸੈਕਸ਼ਨ ਬੰਦ ਕਰਕੇ ਉਸ ਚੀਜ਼ ਨੂੰ ਸਮਰਪਿਤ ਪੂਰਾ ਕਾਲਜ ਦਾ ਨੀਂਹ ਪੱਥਰ ਰੱਖ ਦਿੱਤਾ। ਦੱਸੋ ਮਾੜੀ ਗੱਲ ਕੀਤੀ? ਨਹੀਂ ਸੰਧਾਲੀਆ ਸਾਹਿਬ, ਮਾੜੀ ਨਹੀਂ ਕੀਤੀ। ਮੈਂ ਤਾਂ ਬਹੁਤ ਧੰਨਵਾਦ ਕਰਦਾ ਜਿੰਨਾ ਹਾਇਰ ਐਜੂਕੇਸ਼ਨ ਦੇ ਉੱਤੇ ਜ਼ੋਰ ਇਸ ਸਰਕਾਰ ਨੇ ਦਿੱਤਾ, ਕਿਸੇ ਦਿੱਤਾ ਨਹੀਂ। ਮੈਨੂੰ ਇੱਕ ਉਦਾਹਰਣ ਦੇਣ ਦਿਓ, ਜਦੋਂ ਕੈਪਟਨ ਸਾਹਿਬ ਦੀ ਸਰਕਾਰ ਬਣੀ ਸੀ ਤਾਂ ਉਹ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ 50 ਨਵੇਂ ਕਾਲਜ 5 ਸਾਲਾਂ 'ਚ ਖੋਲ੍ਹਣੇ ਆ, ਐਵਰੇਜ 1 ਸਾਲ ਦੇ 10, ਜਾਣੀ ਕਿ 1 ਮਹੀਨੇ ਤਾਂ 3-4 ਦਿਨਾਂ ਦੇ ਵਿੱਚ ਇੱਕ ਕਾਲਜ ਨਵਾਂ ਖੋਲ੍ਹਣਾ ਸੀ। ਮੈਂ ਐਵਰੇਜ ਦੱਸੀ ਆ। ਹੁਣ ਤੱਕ 6 ਕਾਲਜ ਕਹਿੰਦੇ ਅਸੀਂ ਖੋਲ੍ਹ ਚੁੱਕੇ ਹਾਂ ਤੇ 12 ਹੁਣ ਕਾਹਲੀ 'ਚ ਖੋਲ੍ਹ ਰਹੇ ਆ, ਕਿਉਂਕਿ ਇਲੈਕਸ਼ਨ ਸਿਰ ਤੇ ਹੈ। ਸਭ ਤੋਂ ਪਹਿਲਾਂ ਤਾਂ ਮੈਂ ਬੱਲੂਆਣੇ ਦੀ ਗੱਲ ਦੱਸਦਾ ਕਿ ਉਹ ਕਾਲਜ ਸ਼ੁਰੂ ਹੋ ਗਿਆ। ਪੰਜਾਬ ਦੇ ਲੋਕਾਂ ਨੂੰ ਮੁਬਾਰਕਬਾਦ
ਕਿ ਬੱਲੂਆਣੇ ਦੇ ਵਿੱਚ ਨਵਾਂ ਕਾਲਜ ਸ਼ੁਰੂ ਹੋ ਗਿਆ, ਪਰ ਉਹ ਇੱਕ ਪ੍ਰਾਈਵੇਟ ਸਕੂਲ ਦੀ ਬਿਲਡਿੰਗ 'ਚ ਸ਼ੁਰੂ ਹੋਇਆ। ਯਾਨੀ ਬਿਲਡਿੰਗ ਨਹੀਂ ਸਾਡੇ ਤੋਂ ਬਣੀ, ਸਾਡੇ ਤੋਂ ਕਾਲਜ ਦੇ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਨਹੀਂ ਨਵੇਂ ਭਰਤੀ ਹੋਏ। ਅਸੀਂ ਇੱਕ ਪ੍ਰਾਈਵੇਟ ਸਕੂਲ, ਅੱਧੀ ਬਿਲਡਿੰਗ 'ਚ ਹੁਣ ਪ੍ਰਾਈਵੇਟ ਸਕੂਲ ਚੱਲਦਾ, ਅੱਧੀ ਬਿਲਡਿੰਗ ਦੇ ਵਿੱਚ ਅਸੀਂ ਕਾਲਜ ਸ਼ੁਰੂ ਕਰਤਾ। ਇਹ ਪੰਜਾਬ ਦੀ ਉੱਚ ਸਿੱਖਿਆ ਦਾ ਮਿਆਰ ਹੈ। ਦੂਸਰਾ, ਅਬੋਹਰ ਦੇ ਵਿੱਚ ਅਸੀਂ ਕਾਲਜ ਸ਼ੁਰੂ ਕਰਤਾ। ਅਬੋਹਰ ਦੇ ਵਿੱਚ ਕਾਲਜ ਸ਼ੁਰੂ ਕੀਤਾ, ਨਵਾਂ ਕਾਲਜ ਬਣਿਆ। ਤੁਹਾਡੇ ਮਨ ਦੇ ਵਿੱਚ ਇੱਕ ਆਉਂਦਾ ਕਾਲਜ ਦੀ ਬਿਲਡਿੰਗ ਹੋਏਗੀ, ਉੱਥੇ ਕੰਟੀਨ ਹੋਏਗੀ, ਉੱਥੇ ਲਾਇਬ੍ਰੇਰੀ ਹੋਏਗੀ, ਉੱਥੇ ਲੈਬੋਰਟਰੀ ਹੋਏਗੀ, ਉੱਥੇ ਖੇਡ ਦੇ ਮੈਦਾਨ ਹੋਣਗੇ, ਉੱਥੇ ਪ੍ਰਯੋਗਸ਼ਾਲਾ ਹੋਏਗੀ, ਉੱਥੇ ਬੱਚਿਆਂ ਦੇ ਲਈ ਇੱਕ ਕਾਮਨ ਰੂਮ ਹੋਏਗਾ, ਉੱਥੇ ਸਟਾਫ ਰੂਮ ਹੋਏਗਾ ਨਾ। ਇੱਕ ਸਰਕਾਰੀ ਸਕੂਲ ਦੇ ਵਿੱਚ ਫਾਜ਼ਿਲਕੇ ਦਾ ਨਵਾਂ ਸਰਕਾਰੀ ਕਾਲਜ ਸ਼ੁਰੂ ਕਰ ਦਿੱਤਾ ਗਿਆ। ਇੱਕ ਪਾਸੇ ਸਕੂਲ ਦੇ ਦਾਖਲੇ ਹੁੰਦੇ, ਦੂਜੇ ਪਾਸੇ ਕਾਲਜ ਦੇ। ਹੋਰ ਦੇਖੋ, ਜਿਹੜਾ ਹੁਣ ਅਬੋਹਰ ਵਾਲਾ ਕਾਲਜ ਹੈ, ਉਸ ਅਬੋਹਰ ਵਾਲੇ ਕਾਲਜ ਦੇ ਵਿੱਚ 12 ਜਿਹੜੇ 10 ਅਧਿਆਪਕ ਦਿੱਤੇ, ਲੈਕਚਰਰ ਦਿੱਤੇ ਕਿੱਥੋਂ? ਫਾਜ਼ਿਲਕਾ ਵਾਲੇ ਕਾਲਜ ਤੋਂ ਲਿਆ ਕੇ। ਉੱਥੇ 2600 ਬੱਚਾ, 22 ਟੀਚਰ ਸੀ, 10 ਇਹਨਾਂ ਨੂੰ ਦੇਤੇ, ਉੱਥੇ 12 ਰਹਿ ਗਏ। ਜਾਣੀ ਨਾ ਇਮਾਰਤ ਆਪਣੀ, ਨਾ ਅਧਿਆਪਕ ਨਵੇਂ ਭਰਤੀ ਕੀਤੇ। ਕਾਗਜ਼ਾਂ ਦੇ ਵਿੱਚ ਕਾਲਜ ਸ਼ੁਰੂ ਹੋ ਗਿਆ। ਚੱਬੇ ਵਾਲਾ ਜਾਓ, ਚੱਬੇ ਵਾਲਾ ਵੀ ਨਵਾਂ ਕਾਲਜ ਸ਼ੁਰੂ ਕਰਤਾ। ਨਾ ਬਿਲਡਿੰਗ ਹੈਗੀ ਆ, ਨਾ ਟੀਚਰ ਹੈਗਾ, ਦਾਖਲੇ ਚੱਲਦੇ ਆ ਸੰਧਾਲੀਆ ਸਾਹਿਬ। ਇਹਦੇ ਤੋਂ ਬਿਨਾਂ ਮਲੇਰਕੋਟਲੇ ਚਲੇ ਜਾਓ, ਉੱਥੇ ਜੇ ਤੁਸੀਂ ਗੂਗਲ ਕਰੋਗੇ ਤੁਹਾਨੂੰ ਮਲੇਰਕੋਟਲੇ ਦੇ ਵਿੱਚ ਪੰਜਾਬ ਦਾ ਨਵਾਂ ਸਰਕਾਰੀ ਕਾਲਜ ਨਜ਼ਰ ਆਊਗਾ, ਪਰ ਬਿਲਡਿੰਗ ਨਹੀਂ ਹੈ। ਅਸੀਂ ਉਰਦੂ ਅਕੈਡਮੀ ਦੇ ਵਿੱਚ ਸ਼ੁਰੂ ਕਰਤਾ ਹੈ। ਜਾਣੀ ਜਿੱਥੇ ਤੁਸੀਂ ਚਾਹੁੰਦੇ ਹੋ ਕਿ +2 12ਵੀਂ ਜਮਾਤ ਕਰਨ ਤੋਂ ਬਾਅਦ ਸਾਡੇ ਬੱਚੇ ਜਾਣ ਤੇ ਬੱਚੇ ਜਾ ਕੇ ਉੱਥੇ ਕਾਲਜ ਦੇ ਵਿੱਚ ਪੜ੍ਹਨ, ਕਿਉਂਕਿ ਕਾਲਜ ਦੇ ਵਿੱਚ ਕੰਧ 'ਚ ਸਿਰ ਮਾਰਨ ਨਹੀਂ ਜਾਣਾ। ਉੱਥੇ ਸਾਨੂੰ ਅਧਿਆਪਕ ਚਾਹੀਦਾ, ਲੈਕਚਰਰ ਚਾਹੀਦਾ, ਸਹਾਇਕ ਪ੍ਰੋਫੈਸਰ ਚਾਹੀਦਾ, ਉੱਥੇ ਸਾਨੂੰ ਲੈਬੋਰਟਰੀ ਚਾਹੀਦੀ ਹੈ, ਉੱਥੇ ਸਾਨੂੰ ਗਰਾਊਂਡ ਚਾਹੀਦੀ ਹੈ, ਉੱਥੇ ਸਾਨੂੰ ਕਾਮਨ ਰੂਮ ਚਾਹੀਦਾ, ਉੱਥੇ ਵਧੀਆ ਤਰੀਕੇ ਦੇ ਨਾਲ ਲਾਇਬ੍ਰੇਰੀ ਚਾਹੀਦੀ ਹੈ। ਹੋਰ ਦੇਖੋ, ਇੱਕ ਕਮਾਲ ਦੀ ਗੱਲ, ਫਾਜ਼ਿਲਕਾ ਪੰਜਾਬ ਦਾ ਨਕਸ਼ਾ ਆਪਣੇ ਮਾਈਂਡ ਦੇ ਵਿੱਚ ਲਿਆਓ, ਦਿਮਾਗ ਦੇ ਵਿੱਚ ਲਿਆਓ। ਪਾਕਿਸਤਾਨ ਵਾਲੇ ਪਾਸੇ, ਮਾਲਵੇ 'ਚ ਪਰਲੇ ਪਾਸੇ ਰਾਜਸਥਾਨ, ਪਾਕਿਸਤਾਨ, ਉੱਥੇ ਇੱਕ ਫਾਜ਼ਿਲਕਾ। ਫਾਜ਼ਿਲਕਾ ਦੇ ਸਰਕਾਰੀ ਕਾਲਜ ਨੂੰ ਪ੍ਰਿੰਸੀਪਲ ਨਹੀਂ ਦਿੱਤਾ। ਹੁਸ਼ਿਆਰਪੁਰ ਜ਼ਿਲ੍ਹੇ ਦੇ ਉੜਮੁੜ ਟਾਂਡਾ ਦੇ ਸਰਕਾਰੀ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਕਾਲਜ ਹੈ, ਮੈਂ ਉੱਥੇ ਹੀ ਪੜ੍ਹਿਆ ਤੇ ਉੱਥੇ ਪੜ੍ਹਾਉਂਦਾ ਰਿਹਾ। ਉੱਥੋਂ ਦੇ ਪ੍ਰਿੰਸੀਪਲ ਨੂੰ ਕਹਿਤਾ ਕਿੰਨਾ ਕੁ ਕੰਮ ਆ ਕਿਤੇ, ਤੁਸੀਂ ਫਾਜ਼ਿਲਕਾ ਦੇ ਕਾਲਜ ਦੇ ਪ੍ਰਿੰਸੀਪਲ ਦਾ ਕੰਮ ਵੀ ਸਾਂਭ ਲਓ। ਜਾਣੀ ਆਹ ਹੁਸ਼ਿਆਰਪੁਰ ਦੇਖੋ ਕਿੱਥੇ ਆ, ਉਹ ਫਾਜ਼ਿਲਕਾ ਦੇਖੋ ਕਿੱਥੇ ਆ। ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਦਾ ਪ੍ਰਿੰਸੀਪਲ ਫਾਜ਼ਿਲਕਾ ਦੇ ਸਰਕਾਰੀ ਕਾਲਜ ਨੂੰ ਵੀ ਸਾਂਭੂਗਾ। ਮੈਂ ਕਹਿੰਦਾ ਕਿ ਪੰਜਾਬ ਦੇ ਲੋਕ ਜਿੱਥੇ ਜਿੱਥੇ ਬੈਠੇ ਆ, ਦੁਨੀਆ ਜਿੱਥੇ ਵੀ ਕਿਤੇ ਪੰਜਾਬੀ ਬੈਠੇ ਆ, ਤਾੜੀਆਂ ਮਾਰੋ ਕਿ ਇੱਕ ਤਾਂ ਸਰਕਾਰ ਨੇ ਨਵੇਂ ਬੰਦੇ, ਸਾਨੂੰ ਨਹੀਂ ਪਤਾ ਕਦੋਂ ਭਰਤੀ ਕਰਨੇ ਆ, ਨਾ ਇਮਾਰਤ ਹੈਗੀ ਆ, ਨਾ ਕੋਈ। ਹਾਂ, 2 ਕਾਲਜਾਂ ਦੀਆਂ ਇਮਾਰਤਾਂ ਬਣ ਕੇ ਤਿਆਰ ਹੋ ਗਈਆਂ, ਜਿੱਥੇ ਕੀਤੀਆਂ ਉੱਥੇ ਕੀਤੀਆਂ। ਪਰ ਆ ਜਿਹੜੇ ਸਾਰੇ ਕਾਲਜ ਹੈ, ਕੋਈ ਨਿੱਜੀ ਸਕੂਲ 'ਚ ਖੋਲ੍ਹ ਦਿੱਤਾ ਹੈ, ਕੋਈ ਸਰਕਾਰੀ ਸਕੂਲ ਦੇ ਵਿੱਚ ਖੋਲ੍ਹ ਦਿੱਤਾ ਹੈ। ਇਧਰੋਂ ਬਾਅਦ 10 ਅਧਿਆਪਕ ਇੱਧਰ ਲੈ ਆਂਦੇ, ਉੱਥੇ 12 ਰਹਿ ਗਿਆ। 2400 ਬੱਚੇ ਨੂੰ ਪੜ੍ਹਾਊਗਾ ਕੌਣ? 2600 ਨੂੰ। ਇੱਧਰਲਾ ਪ੍ਰਿੰਸੀਪਲ ਹੁਸ਼ਿਆਰਪੁਰ ਟਾਂਡੇ ਵਾਲਾ, ਉਹ ਜਾ ਕੇ ਫਾਜ਼ਿਲਕਾ ਵਾਲੇ ਕਾਲਜ ਨੂੰ ਵੀ ਦੇਖੂਗਾ। ਵਧਾਈ ਤਾਂ ਵੀਰੇ ਬਣਦੀ ਹੈ, ਲੱਡੂ ਕਿੱਥੇ ਆ? ਜਿਹੜੇ ਲੱਡੂ ਤੁਹਾਨੂੰ ਖਵਾਉਣੇ ਆ, ਤੁਸੀਂ ਖੁਦ ਕਹਿਣਾ ਵੀ ਕਿਉਂ ਬਣੇ ਲੱਡੂ। ਦੇਖੋ, ਕਾਰਨ ਇਹ ਆ ਵੀ ਪਿਛਲੇ ਸਮੇਂ 'ਚ ਜਦੋਂ ਮੁੱਖ ਮੰਤਰੀ ਸਾਹਿਬ ਸਾਹਮਣੇ ਆਏ ਸੀ, ਉਦੋਂ ਉਹਨੇ 99% ਵਾਅਦਿਆਂ ਦੀ ਗੱਲ ਕੀਤੀ ਸੀ, ਕੁੱਲ ਮਿਲਾ ਕੇ 90% ਜੀ। ਹੁਣ ਜਦੋਂ ਇਹੋ ਜਿਹੀਆਂ ਚੀਜ਼ਾਂ ਤੁਸੀਂ ਦੇਖੀਆਂ, ਤੁਸੀਂ ਮੰਨਦੇ ਹੋ ਨਾ ਵੀ ਅਗਲਾ ਕਹਿਣਗੇ ਵੀ ਕਾਲਜ ਹੈ, ਹਾਂਜੀ ਹੈ, ਇੱਥੇ ਭਾਈ ਸਾਹਿਬ ਆਹ ਕੰਮ ਹੋਊਗਾ, ਇੱਥੇ ਆਹ ਫੈਸਿਲਿਟੀਆਂ ਹੈਗੀਆਂ ਨੇ, ਆਉਣ ਵਾਲੇ ਟਾਈਮ 'ਚ ਹੋਣਗੀਆਂ। ਸੋ ਆਪਾਂ ਮੰਨ ਲਈਏ ਜੀ ਕਾਗਜ਼ਾਂ 'ਚ ਸਰਕਾਰੀ ਦੇ ਹਿਸਾਬ ਨਾਲ ਵੀ ਇਹ ਕਾਲਜ ਹੈ, ਉਹ ਜੀ ਬਿਲਕੁਲ ਹੈਗਾ। ਹੁਣ ਜਦੋਂ ਉਹ ਸਾਰਾ ਕੁਝ ਕਾਗਜ਼ਾਂ ਦਾ ਢਿੱਡ ਭਰ ਦਿੱਤਾ ਗਿਆ, ਉਹ ਜਿਹੜਾ 99% ਸੀ, ਉਹ 91, 92, 93% ਜਦੋਂ ਨਜ਼ਰ ਆਉਣ ਲੱਗ ਪਿਆ, ਤੇ ਫਿਰ ਕੱਲ੍ਹ ਨੂੰ ਜਦੋਂ ਸਟੇਜ 'ਤੇ ਜਾ ਕੇ ਲੱਖਾਂ ਦੇ ਇਕੱਠ ਨੂੰ ਸੰਬੋਧਨ ਕਰਨਾ, ਤੇ ਫਿਰ ਕਹਿਣਾ ਸਾਡੀ ਸਰਕਾਰ ਨੇ 94% ਵਾਅਦੇ ਪੂਰੇ ਕਰ ਦਿੱਤੇ, 12 ਕਾਲਜ ਖੋਲ੍ਹ ਦਿੱਤੇ ਨੇ। ਤੁਸੀਂ ਦੇਖੋ ਵੀ ਆਹ ਜਦੋਂ ਲਾਈਨ ਸੁਣਨੀ ਆ, ਆਹ ਜਿਹੜੀਆਂ ਗੱਲਾਂ ਤੁਸੀਂ ਸਮਝਾਉਣਾ ਜਾਂ ਆਪਾਂ ਕਰਨ ਆ, ਉਹ ਤੇਰੇ ਬਾਪੂ ਨੇ ਅੱਗੇ ਬੈਠੇ ਨੇ, ਅੱਛਾ ਵੀ ਬੱਲੇ 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 ਵੀ ਆਹ ਕਪਤਾਨ ਉਹਨਾਂ ਵੱਟ ਕੱਢਤੇ ਹੈ, ਇਹ ਨਿੱਕਾ ਫਿਰ ਇੱਥੇ ਪੜ੍ਹ ਲਿਆ ਕਰਨਾ, ਹੁਣ ਤੈਨੂੰ ਕੀ ਲੋੜ ਪਈ ਬਾਹਰ ਜਾਣ ਦੀ, ਹੈ ਨਾ। ਨਹੀਂ, ਉਹਨਾਂ ਥੋੜ੍ਹਾ ਪਤਾ ਲੱਗਣਾ ਵੀ ਕਿੱਥੇ ਕੀ ਖੁੱਲ੍ਹਾ, ਨਹੀਂ ਪਤਾ ਲੱਗਣਾ। ਮੈਂ ਤਾਂ ਕਹਿੰਦਾ ਕਿ ਇੱਕ ਕਿਰਪਾ ਕਰਨ, ਜਿਹੜੇ ਸਲਾਹਕਾਰ ਨੇ, ਹੁਣ ਤਾਂ 19 ਹੋ ਗਏ ਨਾ, 19 ਉਸ ਦੀ ਸਲਾਹਕਾਰ ਹੋ ਗਿਆ ਕੈਪਟਨ ਸਾਹਿਬ ਦੇ, ਉਹ ਸਲਾਹਕਾਰ ਜਾਂ ਉਹਨਾਂ ਦੀ ਮੀਡੀਆ ਟੀਮ ਜਿਹੜੀ ਪੰਜਾਬ ਸਰਕਾਰ ਦੀ ਹੈਗੀ ਆ, ਜਿਨ੍ਹਾਂ ਨੇ ਕੱਲ੍ਹ ਨੂੰ ਇਸ਼ਤਿਹਾਰ ਬਣਾਉਣੇ ਆ, ਇੱਕ ਬੇਨਤੀ ਕਰਦੇ ਆ ਕਿ ਭਾਈ ਜਦੋਂ ਵੀ ਵੱਡਾ ਸਰਕਾਰੀ ਇਸ਼ਤਿਹਾਰ ਜਾਰੀ ਕਰੋ, ਉਹਦੇ ਵਿੱਚ ਫੋਟੋ ਪੰਜਾਬ ਦੇ ਕਿਸੇ ਪ੍ਰੋਜੈਕਟ ਦੀ ਲਾਇਓ, ਉੱਤਰ ਪ੍ਰਦੇਸ਼ ਵਾਲਿਆਂ ਨੂੰ ਬੰਗਾਲ ਵਾਲੇ ਦੀ ਨਾ ਲਾ ਦਿਓ, ਕਿਉਂਕਿ ਉੱਥੇ ਯੋਗੀ ਆਦਿੱਤਿਆਨਾਥ ਹੋਰਾਂ ਦੀ ਸਰਕਾਰ ਨੇ ਪੂਰੇ ਸਫ਼ੇ ਦਾ ਇਸ਼ਤਿਹਾਰ ਦਿੱਤਾ ਕਿ ਭਾਈ ਆ ਦੇਖੋ ਕਿੰਨੀ ਵੱਡੀ ਡਿਵੈਲਪਮੈਂਟ ਹੋਈ ਹੈ, ਤੇ ਫੋਟੋ ਕਹਿੰਦੇ ਪੱਛਮੀ ਬੰਗਾਲ ਦੇ ਕਿਸੇ ਫਲਾਈਓਵਰ ਦੀ ਲੱਗ ਗਈ। ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਕਿ ਇਮਾਰਤ ਬਣੇ ਨਾ ਬਣੇ, ਘੱਟੋ ਘੱਟ ਫੋਟੋ ਪੰਜਾਬ ਦੇ ਕਿਸੇ ਇੱਕ ਥਾਂ ਦੀ ਲੱਗਣੀ ਚਾਹੀਦੀ ਹੈ। ਤੇ ਹੁਣ ਡਿਵੈਲਪਮੈਂਟ ਇੰਨੀ ਹੋਣੀ ਆ, ਮਿਊਚੁਅਲ ਅੰਡਰਸਟੈਂਡਿੰਗ ਦੇਖੋ ਕਿੰਨੀ ਹੈ। ਵਿਚਾਲੇ 4 ਇੰਚੀ ਦੀ ਕੰਧ ਹੈ, ਇਧਰਲੇ ਪਾਸੇ ਸਰਕਾਰੀ ਸਕੂਲ 'ਚ ਬੱਚੇ ਪੜ੍ਹ ਰਹੇ, ਊੜਾ ਊਠ, ਐੜਾ ਅੱਖ, ਈੜੀ ਇੱਟ,
4 ਇੰਚੀ ਕੰਧ ਦਾ ਪਰਦਾ ਤੇ ਇਧਰਲੇ ਪਾਸੇ ਯੂਟਿਲਿਟੀ ਮੈਥਡ, ਤੁਸ਼ਟੀ ਗੁਣ, ਉਧਰ ਬਾਇਓਲੋਜੀ ਦੀ ਕਲਾਸ ਲੱਗੀ ਹੈ, ਕੈਮਿਸਟਰੀ ਦੀ ਕਲਾਸ ਲੱਗੀ ਹੈ ਤੇ ਉਧਰਲੇ ਪਾਸੇ ਆਹੋ ਉਂਗਲੀ ਫੜ ਕੇ ਅਧਿਆਪਕਾ ਬੀਬੀ ਜਿਹੜੀ ਆ ਉਹਨਾਂ ਨੂੰ ਊੜਾ ਪਾਉਣਾ ਸਿਖਾ ਰਹੇ ਨੇ। ਦੇਖੋ ਗੱਲ ਇਹ ਆ ਵੀ ਇਹਨੂੰ ਕਹਿੰਦੇ ਵੀ ਸਿੱਖਿਆ ਕਿੰਨੀ ਨੇੜੇ ਨੇੜੇ ਆ ਗਈ ਐ। ਤੁਸੀਂ ਦੱਸੋ ਕਮਾਲ। ਇਹ ਦੇਖੋ ਉਹਨਾਂ ਨੇ ਮਤਲਬ ਸਿੱਖਿਆ ਦਾ ਜਿਹੜਾ ਇੱਕ ਨਾ ਵੀ ਤੁਸੀਂ ਦੂਰੀ ਵਧਾਤੀ, ਉਹਨਾਂ ਦੂਰੀ ਘਟਾਈ ਹੈ। ਕਹਿੰਦੇ ਸਿਰਫ 4 ਇੰਚ ਦਾ ਫਰਕ ਹੈ ਸਕੂਲ ਤੇ ਕਾਲਜ ਦਾ। ਹੋ ਸਕਦਾ ਉਹਦੇ ਵਿੱਚੋਂ ਕੰਧ ਇੱਟ ਇੱਕ ਕੱਢ ਕੇ ਉਧਰਲੇ ਪਾਸੇ ਦੇਖਣਾ ਵੀ ਪੜਾਉਂਦਾ ਕੌਣ ਹੈ। ਸੰਧਾਲੀਆ ਸਾਹਿਬ ਮੈਂ ਇੱਕ ਹੋਰ ਬੇਨਤੀ ਕਰਦਾ, ਮੈਂ ਪੰਜਾਬ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਵੀ ਤੁਹਾਡੇ ਵੱਲੋਂ ਵਧਾਈ ਦਿੰਦਾ। ਦਿਓ ਮੇਰੇ ਸਰਕਾਰ ਨੂੰ ਤਾਂ ਆਪਾਂ ਦੇਤੀਆਂ, ਮੇਰੇ ਵੱਲੋਂ ਦੇਣੀ ਤੁਹਾਡੇ ਵੱਲੋਂ, ਕਿਉਂਕਿ ਮੈਂ ਤਾਂ ਤੁਹਾਡੇ ਨਾਲ ਹੀ ਆ ਨਾ, ਕਿਉਂਕਿ ਹਾਥੀ ਕੇ ਪਾਉ ਮੈਂ ਸਭ ਕਾ ਪਾਉ, ਵੱਡੇ ਬੰਦੇ ਹੋ ਤੁਸੀਂ। ਹੁਣ ਵਧਾਈ ਇਸ ਕਰਕੇ ਦਿੰਨਾ ਕਿ ਜਿੱਦਣ ਦਾ ਪੰਜਾਬ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ, ਅਕਾਲੀ ਦਲ, ਸੰਯੁਕਤ ਅਕਾਲੀ ਦਲ ਅੰਮ੍ਰਿਤਸਰ, ਜਿੰਨੀਆਂ ਵੀ ਪਾਰਟੀਆਂ ਨੇ, ਖੱਬੇ ਪੱਖੀ ਪਾਰਟੀਆਂ, ਬਹੁਜਨ ਸਮਾਜ ਪਾਰਟੀ ਕੋ ਰਹਿ ਨਾ ਜਾਵੇ, ਅਸੀਂ ਸਾਰੀਆਂ ਪਾਰਟੀਆਂ ਨੂੰ ਵਧਾਈ ਦਿੰਦੇ ਹਾਂ ਕਿ ਜਦੋਂ ਦਾ ਤੁਹਾਨੂੰ ਪਤਾ ਲੱਗਿਆ ਕਿ ਪੰਜਾਬ ਦੇ ਕਾਲਜਾਂ 'ਚ 85% ਲੈਕਚਰਰ ਹੈ ਨਹੀਂਗੇ, ਬਹੁਤ ਸਾਰੇ ਕਾਲਜਾਂ 'ਚ ਲਾਇਬ੍ਰੇਰੀਅਨ ਹੈ ਨਹੀਂ, ਬਹੁਤ ਸਾਰੇ ਕਾਲਜਾਂ 'ਚ ਪ੍ਰਿੰਸੀਪਲ ਹੈ ਨਹੀਂ, ਜਾਂ ਨਵੇਂ ਕਾਲਜ ਬਿਨਾਂ ਇਮਾਰਤਾਂ ਤੋਂ ਚੱਲ ਰਹੇ ਆ, ਉਦੋਂ ਦੀਆਂ ਭੁੱਖ ਹੜਤਾਲਾਂ ਚੱਲ ਪਈਆਂ। ਹਲਕਿਆਂ ਦੇ ਇੰਚਾਰਜ ਹਲਕੇ ਛੱਡ ਕੇ ਕਾਲਜਾਂ ਦੇ ਮੂਹਰੇ ਬੈਠੇ ਆ। ਇਹ ਤੋਂ ਇਲਾਵਾ ਜਿਹੜੇ ਪਾਰਟੀਆਂ ਦੇ ਪ੍ਰਧਾਨ ਨੇ ਉਹਨਾਂ ਦੇ ਬੁਰਕੀ ਅੰਦਰ ਨਹੀਂ ਲੰਘੀ, ਉਹਨਾਂ ਨੇ ਧਰਨੇ ਮੁਜ਼ਾਹਰੇ ਕੀਤੇ ਆ, ਮੰਤਰੀਆਂ ਦੀਆਂ ਕੋਠੀਆਂ ਘੇਰੀਆਂ ਉਹਨਾਂ ਨੇ ਕਿ ਜਿੰਨੀ ਦੇਰ ਪੰਜਾਬ ਦੇ ਕਾਲਜਾਂ ਦੀ ਇਮਾਰਤ ਨਹੀਂ ਬਣਦੀ, ਲੈਕਚਰਰ ਭਰਤੀ ਨਹੀਂ ਕੀਤੇ ਜਾਂਦੇ, ਅਸੀਂ ਨਾ ਰੈਲੀ ਕਰਨੀ ਹੈ, ਨਾ ਅਸੀਂ ਚੋਣ ਪ੍ਰਚਾਰ ਕਰਨਾ ਹੈ, ਨਾ ਉਮੀਦਵਾਰਾਂ ਦਾ ਐਲਾਨ ਕਰਨਾ ਹੈ, ਨਾ ਰੋਡ ਸ਼ੋਅ ਕਰਨਾ ਹੈ, ਅਸੀਂ ਬਸ ਇੱਥੇ ਬੈਠੇ ਰਵਾਂਗੇ। ਜੇ ਸਰਕਾਰ ਸੇਰਾ ਤਾਂ ਵਿਰੋਧੀ ਪਾਰਟੀਆਂ ਸਵਾ ਸੇਰ ਨੇ, ਇੰਨਾ ਫਿਕਰ ਹੈ ਸੱਤਾਧਾਰੀ ਤੇ ਵਿਰੋਧੀ ਧਿਰ ਨੂੰ ਉੱਚ ਸਿੱਖਿਆ ਦਾ। ਇਹ ਦੇਖੋ ਬੁਰਕੀ ਨਹੀਂ ਲੰਘੀ ਹੋਣੀ, ਇਹ ਤੇ ਗੱਲ ਮੈਨੂੰ ਥੋੜੀ ਲੱਗਦੀ ਹੈ। ਸਿਰ ਵੀ ਦੁਖਦਾ ਹੋ ਸਕਦਾ, ਕਈਆਂ ਦਾ ਬੀਪੀ ਵੀ ਵਧਿਆ ਘਟਿਆ ਹੋ ਸਕਦਾ। ਉਹ ਇਸ ਕਰਕੇ ਨਹੀਂ ਵੀ ਉੱਥੇ ਲੈਕਚਰਰ ਹੈ ਕਿ ਨਹੀਂ ਹੈ, ਇਸ ਕਰਕੇ ਹੋ ਸਕਦਾ ਵੀ ਯਾਰ ਇਸ ਏਰੀਏ 'ਚ ਇੱਕ ਕਾਲਜ ਦੀ ਪ੍ਰੋਵੀਜ਼ਨ ਹੈਗੀ ਸੀ, ਮੈਂ ਸੋਚਦਾ ਜੋ ਸਾਡੀ ਸਰਕਾਰ ਆਈ ਆਪਣਾ ਖੋਲਾਂਗੇ, ਇਹਨਾਂ ਹੋਰ ਪੌੜਾ ਪਾਤਾ ਯਾਰ। ਚਲੋ ਇਹ ਹੋ ਸਕਦਾ ਵੀ ਕਿਸੇ ਨਾ ਕਿਸੇ ਦਾ ਇਦਾਂ ਬੀਪੀ ਵੱਧ ਘਟ ਗਿਆ ਹੋਵੇ। ਬਾਕੀ ਜਿਹੜੇ ਹਿਸਾਬ ਨਾਲ ਤੁਸੀਂ ਲੱਭਦੇ ਆ ਧਰਨੇ ਪ੍ਰਦਰਸ਼ਨ, ਉਹ ਕੰਮ ਔਖਾ। ਬਾਕੀ ਧਰਨਾ ਪ੍ਰਦਰਸ਼ਨ ਹੁਣ ਦੇਣਾ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਜਾ ਕੇ, ਅੱਛਾ ਮੀਟਿੰਗ ਨੂੰ ਵੀ ਧਰਨਾ ਕਹਿੰਦੇ ਹੋ? ਨਹੀਂ, ਉਹ ਧਰਨਾ ਹੀ ਰੋਸ ਪ੍ਰਦਰਸ਼ਨ ਕਿਹਨੂੰ ਕਹਿੰਦੇ ਆ ਵੀ ਮੈਂ ਆਪਣਾ ਭਾਈ ਸਾਹਿਬ ਉੱਥੇ ਜਾ ਕੇ ਰੋਸ ਜ਼ਾਹਰ ਕਰਨਾ ਵੀ ਆਹ ਕੋਈ ਗੱਲਾਂ 'ਚੋਂ ਗੱਲ ਥੋੜਾ ਹੋਈ ਵੀ ਮੰਤਰਾਲਾ ਸਾਡੇ ਕੋਲ ਹੋਵੇ, ਮੰਤਰੀ ਮੈਂ ਹੋਵਾਂ ਤੇ ਬਾਹਰ ਵਿਰੋਧੀ ਮਿਹਣਿਓ ਮਿਹਣੀ ਮੈਨੂੰ ਹੋਈ ਜਾਣ ਵੀ ਹਾਂ ਭਾਈ ਸਾਹਿਬ ਆ ਤੁਸੀਂ ਵਧੀਆ ਕੀਤਾ ਵੀ ਸਹਿਕਾਰਤਾ ਜਿਹੜਾ ਮਹਿਕਮਾ ਸੀਗਾ ਉਹਦੇ ਹਿਸਾਬ ਨਾਲ ਸੁਸਾਇਟੀਆਂ 'ਚ ਅੱਗੇ DAP ਆਉਂਦੀ ਸੀ 80% ਦੀ, ਤੇ ਤੁਸੀਂ ਘਟਾ ਕੇ 50 ਕਰ ਦਿੱਤੀ ਸਦਕੇ ਜਵਾਨ ਨੂੰ। ਮਤਲਬ ਜਿਹੜਾ ਕੰਮ BJP ਚਾਹੁੰਦੀ ਉਹ ਤੁਸੀਂ ਕਰੀ ਜਾਂਦੇ। ਉਹ ਕਹਿੰਦੇ ਮੈਂ ਤੇ ਕੀਤਾ ਹੀ ਨਹੀਂ, ਕਹਿਣ ਨੂੰ ਮੰਤਰੀ ਮੈਂ, ਇਹਦਾ ਮੁੱਖ ਮੰਤਰੀ ਸਾਹਿਬ ਨੇ ਕੀਤਾ, ਹੁਣ ਮੈਂ ਮੁੱਖ ਮੰਤਰੀ ਸਾਹਿਬ ਕੋਲ ਇਤਰਾਜ਼ ਕਰਨਾ। ਮੈਨੂੰ ਇਹ ਨਹੀਂ ਸਮਝ ਆਈ ਵੀ ਮਤਲਬ ਮੁੱਖ ਮੰਤਰੀ ਸਾਹਿਬ ਆਪਣੇ ਹਿਸਾਬ ਨਾਲ ਹੀ ਤਾਕਤਾਂ ਲੈ ਕੇ ਉੱਤੇ ਕੰਮ ਚਲਾ ਦਿੰਦੇ ਆ, ਜਾਂ ਫਿਰ ਉਹ ਜਿਹੜਾ ਪਿਛਲੇ ਸਮੇਂ ਦੇ ਵਿੱਚ ਸਿੱਧੂ ਸਾਹਿਬ ਦੇ ਨਾਲ ਯਾਰਾਨਾ ਰਿਹਾ ਰੰਧਾਵਾ ਸਾਹਿਬ ਦਾ, ਉਹਦਾ ਕਰਕੇ ਉਹਨਾਂ ਕਿਹਾ ਵੀ ਕੋਈ ਗੱਲ ਨਹੀਂ ਰੰਧਾਵਾ ਸਾਹਿਬ, ਜੇ ਤੁਹਾਡੇ ਕੋਲੇ ਹਰਾ ਪੈਨ ਹੈ ਤੇ ਮੇਰੇ ਕੋਲੇ ਗੂੜਾ ਹਰਾ ਪੈਨ ਹੈਗਾ। ਸੰਧਾਲੀ ਸਾਹਿਬ ਇੱਥੇ ਕੰਦਰਲੇ ਪਾਸੇ ਕਾਂ ਹੁੰਦਾ ਨਾ ਕਿਤੇ, ਸਾਡਾ ਤਾਂ ਕਾਂ ਥੱਕ ਗਿਆ, ਸੰਘ ਸੁੱਕ ਗਿਆ, ਬੁੱਲ ਵੀ ਸੁੱਕਿਆ, ਸਿਕਰੀ ਆ ਗਈ। ਇਹ ਕਹਿੰਦੇ ਆ ਤੇ ਕਿ ਭਾਈ ਕੇਰਲਾ ਦੇ ਵਿੱਚ ਸਹਿਕਾਰਤਾ ਲਹਿਰ ਸਿਖਰ 'ਤੇ ਹੈ, ਉੜੀਸਾ ਵਾਲਿਆਂ ਨੇ ਕੋਆਪਰੇਟਿਵ ਸਿਸਟਮ ਬਹੁਤ ਚੰਗੇ ਤਰੀਕੇ ਚਲਾਇਆ, ਆਪਾਂ ਪੰਜਾਬ 'ਚ ਵੀ ਚਲਾਉਣਾ ਹੈ। ਉਦਾਹਰਨਾਂ ਦੇ ਕੇ ਐਂ ਦੱਸਿਆ ਸੀ ਕਿ ਸ਼ਾਇਦ ਹੁਣ ਪਤਾ ਲੱਗ ਜੂ। ਤੇ ਜਦੋਂ ਫੈਸਲਾ ਆ ਗਿਆ, ਕਿਉਂਕਿ ਜੁਲਾਈ ਮਹੀਨੇ ਦੇ ਆਖਰੀ ਹਫ਼ਤੇ ਡਿਸੀਜ਼ਨ ਆਇਆ ਸੀ ਕਿ ਭਾਈ DAP ਖਾਦ ਜਿੰਨੀ ਕੁੱਲ ਪੰਜਾਬ 'ਚ ਲੱਗਦੀ ਹੈ ਉਹਦਾ 80% ਕੋਆਪਰੇਟਿਵ ਸੁਸਾਇਟੀਆਂ ਦੇ ਰਾਹੀਂ ਪਿੰਡਾਂ ਦੇ ਲੋਕਾਂ ਨੂੰ ਮਿਲਦਾ, ਕਿਸਾਨਾਂ ਨੂੰ 20% ਓਪਨ ਬਾਜ਼ਾਰ ਦੇ ਵਿੱਚ ਹੁੰਦਾ, ਇਦਾਂ ਹੀ ਰਹੂਗਾ। ਸਤੰਬਰ ਮਹੀਨੇ ਦੇ ਸ਼ੁਰੂ ਦੇ ਵਿੱਚ ਫੈਸਲਾ ਬਦਲਤਾ, 80 ਨਹੀਂ 50% ਜਿਹੜਾ ਉਹ DAP ਖਾਦ ਕੋਆਪਰੇਟਿਵ ਸੁਸਾਇਟੀਆਂ 'ਚ 50% ਜਿਹੜਾ ਅੱਧੋ-ਅੱਧ ਕਰ ਦਿੰਦੇ ਆ। ਹੁਣ ਸੁਖਜਿੰਦਰ ਸਿੰਘ ਰੰਧਾਵਾ ਮਿਨਿਸਟਰ ਨੇ, ਆਮ ਲੋਕਾਂ ਨੂੰ ਐਂ ਲੱਗਦਾ ਹੁੰਦਾ ਕਿ ਭਾਈ ਉੱਥੋਂ ਅਸੀਂ ਉਧਾਰ ਵੀ ਚੱਕ ਲਈਦਾ, ਪਿੰਡਾਂ ਦੇ ਵਿੱਚ ਆ ਜਾਂਦਾ, ਮਿਆਰ ਵੀ ਠੀਕ ਹੁੰਦਾ, ਬਹੁਤਾ ਜਾਲੀ ਫਾਲੀ ਨਹੀਂ ਆਉਂਦਾ, ਕੀਮਤਾਂ ਦੇ ਉੱਤੇ ਕੰਟਰੋਲ ਰਹਿੰਦਾ। DAP ਮਹਿੰਗਾ ਵੀ ਬੜਾ ਹੁੰਦਾ, ਸਰਕਾਰ ਸਬਸਿਡੀ ਵੀ ਦਿੰਦੀ ਹੈ, ਕੇਂਦਰ ਵਾਲੀ ਵੀ ਦਿੰਦੀ ਹੈ, ਇਹ 'ਚ ਕੋਈ ਦੋ ਰਾਏ ਨਹੀਂ। ਹੁਣ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਚਿੱਠੀ ਲਿਖੀ। ਪਹਿਲੀ ਗੱਲ ਉਹ ਕਹਿੰਦੇ ਕਿ ਇਹ ਸਹਿਕਾਰਤਾ ਲਹਿਰ ਨੂੰ, ਉਹਨਾਂ ਦੀ ਆਪ ਦੀ ਸਰਕਾਰ ਦਾ ਫੈਸਲਾ ਹੈ, ਕਹਿੰਦੇ ਸਹਿਕਾਰਤਾ ਲਹਿਰ ਤੇ ਕਿਸਾਨੀ ਨੂੰ ਸੱਟ ਮਾਰਨ ਵਾਲਾ, ਮੈਂ ਖਿਲਾਫ ਹਾਂ, ਮੁੱਖ ਮੰਤਰੀ ਨੂੰ ਚਿੱਠੀ ਲਿਖ ਦਿੱਤੀ ਆ, ਮੈਂ ਮਿਲਣ ਜਾਊਂਗਾ ਜਿੱਦਣ ਸਮਾਂ ਦੇਣਗੇ, ਤੇ ਮੈਂ ਚਾਹੁੰਦਾ ਕਿ ਫੈਸਲਾ ਵਾਪਸ ਲਓ। ਦੂਜੀ ਗੱਲ ਜਿਹੜੀ ਉਹਨਾਂ ਨੇ ਕਹਿਤੀ, ਤੁਸੀਂ ਉਹਨਾਂ ਦੀ ਮਿਨਿਸਟਰੀ ਤੇ ਰੱਖੀ ਸੀ ਨਾ ਉਂਗਲ, ਉਹ ਕਹਿੰਦੇ ਅਸਲ 'ਚ ਵੇਲੇ ਸਿਰ ਡਿਮਾਂਡ ਕਰਨੀ ਹੁੰਦੀ ਆ ਖੇਤੀਬਾੜੀ ਮਹਿਕਮੇ ਨੇ ਕੇਂਦਰ ਸਰਕਾਰ ਤੋਂ ਕਿ ਅਸੀਂ ਕਰਨੀ ਆ ਖੇਤੀ ਮਹਿਕਮੇ ਦੇ ਲਈ DAP ਚਾਹੀਦੀ ਹੈ ਤੇ ਸਾਨੂੰ ਪੰਜਾਬ 'ਚ ਅਨੁਮਾਨਿਤ ਇੰਨਾ DAP ਚਾਹੀਦਾ ਕੋਆਪਰੇਟਿਵ ਸਿਸਟਮ ਦੇ ਲਈ, ਸਹਿਕਾਰਤਾ ਵਿਭਾਗ ਦੇ ਲਈ। ਉਹ ਕਹਿੰਦੇ ਅਸੀਂ ਸਿਰਫ ਅੱਗੇ ਤੁਰਨਾ ਹੁੰਦਾ, ਡਿਮਾਂਡ ਉਹਨਾਂ ਨੇ ਕਰਨੀ ਹੁੰਦੀ ਖੇਤੀਬਾੜੀ ਮਹਿਕਮੇ ਨੇ। ਪੰਜਾਬ ਨੇ ਐਤਕੀ ਡਿਮਾਂਡ ਹੀ ਘੱਟ ਕੀਤੀ ਹੈ,
ਖੇਤੀਬਾੜੀ ਮਹਿਕਮਾ ਕਿਹਦੇ ਕੋਲੇ ਹੈ? ਹੁਣ ਸਾਰਿਆਂ ਨੇ ਗੂਗਲ ਕਰਨਾ, ਮੈਂ ਨਹੀਂ ਕਹਿਣਾ, ਨਾ ਮੈਂ ਤੁਹਾਨੂੰ ਕਹਿਣ ਦੇਣਾ। ਨਹੀਂ ਆਪਾਂ ਦੱਸਣਾ ਹੀ ਨਹੀਂ, ਸਾਨੂੰ ਲੋੜ ਹੀ ਨਹੀਂ। ਹਾਂ, ਬਸ ਤੁਸੀਂ ਇੰਨਾ ਭਰਨਾ ਵੀ ਕੌਣ ਹੈ ਪੰਜਾਬ ਦਾ ਖੇਤੀਬਾੜੀ ਮੰਤਰੀ। ਹੁਣ ਅੱਗੋਂ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਇਹ ਕਹਿਤਾ, ਉਹ ਕਹਿੰਦੇ ਜੀ ਦੇਖੋ ਗੱਲ ਇਹ ਆ ਕਿ ਪੰਜਾਬ ਦੇ 2 ਏਕੜ ਤੋਂ ਘੱਟ ਜ਼ਮੀਨ ਵਾਲੇ ਬਹੁਤੇ ਕਿਸਾਨ ਤਾਂ ਕੋਆਪਰੇਟਿਵ ਸੁਸਾਇਟੀਆਂ ਦੇ ਉੱਤੇ ਨਿਰਭਰ ਕਰਦੇ ਆ, ਤਾਂ ਜੇ ਅਸੀਂ ਆਪ ਹੀ ਕੋਆਪਰੇਟਿਵ ਸੁਸਾਇਟੀਆਂ ਦਾ ਗਲਾ ਘੁੱਟਣ ਲੱਗ ਪਏ ਤਾਂ ਫਿਰ ਅਸੀਂ ਪੰਜਾਬ ਦੇ ਖੇਤੀਬਾੜੀ ਦੇ ਹਿਤੈਸ਼ੀ ਕਿੱਦਾਂ ਹੋਵਾਂਗੇ? ਕੈਪਟਨ ਸਾਹਿਬ ਮੈਨੂੰ ਨਹੀਂ ਪਤਾ, ਆਪਾਂ ਇਸ ਫੈਸਲੇ ਦੇ ਨਾਲ ਸਹਿਮਤ ਨਹੀਂ ਹੈਗੇ, ਤੁਸੀਂ ਮੈਨੂੰ ਮਿਲਣ ਦਾ ਸਮਾਂ ਦਿਓ। ਹੁਣ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਵਾਲੇ ਮੁੱਦੇ ਦੇ ਉੱਤੇ ਤਾਂ ਸਮਾਂ ਮਿਲਿਆ ਨਹੀਂ। ਪ੍ਰਤਾਪ ਸਿੰਘ ਬਾਜਵਾ ਚਾਹੇ ਇਕੱਲੇ ਵਾਰਡ ਦੇ ਵਿੱਚ ਵੀ ਘੁੰਮ ਗਏ ਆ। ਹੁਣ ਆ ਜਿਹੜਾ ਡੀਏਪੀ ਖਾਦ ਦੇ ਮੁੱਦੇ ਤੇ ਸੁਖਜਿੰਦਰ ਸਿੰਘ ਰੰਧਾਵਾ ਉਹਦੀ ਚਿੱਠੀ ਗਈ ਹੈ, ਸ਼ਾਇਦ ਉਹ ਤੋਂ ਬਾਅਦ ਹਾਕ ਮਾਰੀ ਲੈਣਾ, ਆਓ ਫਿਰ ਰੰਧਾਵਾ ਸਾਹਿਬ ਚਾਹ ਪੀਏ। ਤਾਂ ਉੱਥੇ ਪਤਾ ਕੀ ਹੋਣਾ, ਜਿੱਦਾਂ ਬੀਬੀਆਂ ਕਈ ਵਾਰੀ ਜਾਂਦੀਆਂ ਹੁੰਦੀਆਂ, ਕਾਰਡ ਨਾ ਆਇਆ ਹੋਵੇ ਤਾਂ ਟੈਲੀਫੋਨ ਤੇ ਸੱਦਿਆ ਹੋਵੇ, ਹਾਂ ਉਹ ਕਹਿਣ ਭੈਣ ਬੜੀ ਲੇਟ ਆਈਆਂ, ਤੂੰ ਕਿਹੜਾ ਸੱਦਿਆ, ਸਾਨੂੰ ਪਤਾ ਫਲਾਨੀ ਨੂੰ ਕਾਰਡ ਗਿਆ, ਸਾਡੀ ਵਾਰੀ ਕਿਤੇ ਪੈਂਡਾ ਬਹੁਤ, ਸਾਡੀ ਵਾਰੀ ਹੜ੍ਹ ਆਈ, ਸਾਡੀ ਵਾਰੀ ਬੱਸ ਬੰਦ ਹੋ ਗਈ ਸੀ। ਆਹੋ ਜਿੱਦਾਂ ਸੱਦਣਾ ਉਦਾਂ ਦਾ ਹੀ ਹੋਣਾ। ਹਾਂ, ਲੱਡੂਆਂ ਦਾ ਡੱਬਾ ਵੀ ਗਿਆ ਉਧਰ ਤੇ ਹੈ, ਸਾਡੀ ਨਾਲ ਗੁੜ ਨਾ ਸਰਿਆ ਤੁਹਾਡੇ ਕੋਲ। ਅੱਛਾ ਗੱਲ ਇਹ ਆ ਭੱਟ ਸਾਹਿਬ, ਇਹ ਚਲੋ ਜੋ ਕੁਝ ਵੀ ਹੋਇਆ, ਜਿੱਦਾਂ ਵੀ ਹੋਇਆ, ਇਹ ਸਾਰੇ ਕੁਝ ਦੇ ਵਿੱਚ ਇੱਕ ਚੀਜ਼ ਤਾਂ ਹੈਗੀ ਆ ਵੀ ਜਿਹੜੀ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਵਾਲੀ ਡਿਮਾਂਡ ਸੀ ਉਹ ਠੰਡੇ ਬਸਤੇ ਪੈ ਗਈ। ਹੁਣ ਪਤਾ ਨਹੀਂ, ਜਾਂ ਤਾਂ ਉਹ ਸਿਹਰੇ ਦਾ ਕਰਕੇ ਰਹਿ ਗਈ ਵੀ ਸਿਹਰਾ ਕਿਹਦੇ ਸਿਰ ਬੰਨਣਾ, ਜਾਂ ਫਿਰ ਪਿੱਛੋਂ ਲਿਸਟ ਹੀ ਇੰਨੀ ਲੰਮੀ ਚੌੜੀ ਆ ਗਈ, ਫਗਵਾੜਾ ਬਣਾ ਦਿਓ ਭਾਈ ਸਾਹਿਬ, ਲਹਿਰਾ ਗਾਗਾ ਬਣਾ ਦਿਓ ਭਾਈ ਸਾਹਿਬ, ਖੰਨਾ ਬਣਾ ਦਿਓ ਭਾਈ ਸਾਹਿਬ। ਉਹ ਮੇਰੇ ਖਿਆਲ ਨਾਲ ਲਿਸਟ ਲੰਮੀ ਦਾ ਕਰਕੇ ਤਾਂ ਨਹੀਂ ਕਿਤੇ ਰੋਕ ਕੇ ਮੁੱਖ ਮੰਤਰੀ ਸਾਹਿਬ ਹੀ ਨੇ ਯਾਰ ਰੁਕ ਜੋ ਯਾਰ, ਹੁਣ ਮੈਂ ਇੱਕ ਬਣਾ ਲਿਆ ਫਿਰ ਪਤਾ ਨਹੀਂ ਕਿੰਨੇ ਬਣਾਉਣੇ ਪੈਣਗੇ। ਨਹੀਂ, ਰੌਲਾ ਤਾਂ ਸਿਰਫ ਇਸੇ ਗੱਲ ਦਾ ਹੀ ਨਾ ਕਿ ਇੱਕ ਬਣ ਜੂਗਾ, ਕਿਉਂਕਿ ਇੱਕ ਨੂੰ ਖੁਸ਼ ਕਰ ਲੈਣਗੇ 17 ਦੁਖੀ ਹੋ ਜਾਣੇ ਆ, ਇਲੈਕਸ਼ਨ ਸਿਰ ਤੇ ਹੈ, ਇਸ ਕਰਕੇ ਪ੍ਰਪੋਜ਼ਲ ਜੀ ਦੇਖ ਕੇ ਕੰਮ ਅਗਲੇ ਪਾਸੇ ਤੋਰ ਲੈਣਗੇ। ਮੈਨੂੰ ਇੱਕ ਬੰਦੇ ਦਾ ਯਾਦ ਆਉਂਦਾ ਹੀ, ਨਾਮ ਹੈ ਸ਼ਮਸ਼ੇਰ ਸਿੰਘ ਦੁੱਲੋ, ਪਤਾ ਨਹੀਂ ਘਰੇ ਬੈਠ ਕੇ ਗੱਲ ਕਰਦੇ ਹੋਣਗੇ, ਰੋਟੀ ਖਾਂਦੇ ਭਤੀਜਾ ਚਲਾ ਗਿਆ ਹੀ, ਮੁੰਡਾ ਪਹਿਲਾਂ ਚਲਾ ਗਿਆ ਸੀ ਹੋਰ ਪਾਸੇ, ਕਰਾਂਗੇ ਕੀ। ਚਲੋ ਨਹੀਂ, ਪਰਿਵਾਰ ਵੀ ਉਹਨਾਂ ਦੇ ਮੇਰੇ ਖਿਆਲ ਵੱਖਰੇ ਪਾਸੇ, ਹਾਂਜੀ ਹਾਂਜੀ ਵੱਖਰੇ ਪਾਸੇ ਨੂੰ ਹੈ। ਚਲੋ ਮੈਂ ਰੋਟੀ ਖਾਂਦੇ ਦੀ ਗੱਲ ਕੀਤੀ ਸੀ, ਹੈ ਨਾ। ਉਹ ਕਹਿੰਦੇ ਹੁਣ ਕਹਿੰਦੇ 20 ਦਿਨ ਦਿੱਤੇ ਆ ਕੈਪਟਨ ਸਾਹਿਬ ਨੂੰ, ਜੇ 20 ਦਿਨਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਅਸਲ ਦੋਸ਼ੀ ਫੜ ਕੇ ਅੰਦਰ ਨਾ ਦਿੱਤੇ ਤਾਂ ਮੈਂ ਘਰ ਮੂਹਰੇ ਜਾ ਕੇ ਧਰਨਾ ਦਊਂ। ਹੁਣ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਪਾਰਟੀ ਵੱਲੋਂ ਮਿਨਿਸਟਰ ਨੇ ਪੰਜਾਬ ਦੇ ਵਿੱਚ, ਉਹ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਮੈਂ ਇਸ ਫੈਸਲੇ ਦੇ ਖਿਲਾਫ ਹਾਂ। ਸ਼ਮਸ਼ੇਰ ਸਿੰਘ ਦੁੱਲੋ ਰਾਜ ਸਭਾ ਦੇ ਮੈਂਬਰ ਨੇ, ਉਹ ਕਹਿੰਦੇ ਕਿ ਭਾਈ ਅਸਲ ਦੋਸ਼ੀ ਤੁਸੀਂ ਫੜੇ ਨਹੀਂ, ਤੁਹਾਨੂੰ 20 ਦਿਨ ਦਿੱਤੇ ਆ ਤੇ 20 ਦਿਨਾਂ ਦੇ ਵਿੱਚ ਜੇ ਕਾਰਵਾਈ ਨਾ ਕੀਤੀ ਇਦਾਂ ਹੋ ਜੂ। ਵੈਸੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ 45 ਦਿਨ ਦਿੱਤੇ ਸੀ, ਅਗਲੇ ਨੇ 45 ਦਿਨਾਂ ਦੇ ਵਿੱਚ ਕਾਰਵਾਈ ਕੀਤੀ ਕਿ ਨਹੀਂ ਕੀਤੀ। ਪ੍ਰਤਾਪ ਸਿੰਘ ਬਾਜਵਾ ਸਾਹਿਬ ਨੂੰ ਅੱਜ ਕੱਲ੍ਹ ਤਾਕਤਾਂ ਮਿਲ ਗਈਆਂ, ਅਫਸਰ ਸ਼ਾਇਦ ਅੱਗੇ ਪਿੱਛੇ ਆ। ਦੁੱਲੋ ਸਾਹਿਬ ਵੀ ਕਹਿੰਦੇ ਹੁਣ ਜਾਂਦੇ ਸ਼ਾਇਦ ਨਹੀਂ ਜਾਂਦੇ ਨਹੀਂ ਗੱਲ। ਉਹਨਾਂ ਨੇ ਇੱਕ ਗੱਲ ਹੋਰ ਕਹੀ, ਉਹ ਕਹਿੰਦੇ 75 ਸਾਲ ਹੋ ਗਏ ਪੰਜਾਬ ਦੇ ਵਿੱਚ ਦਲਿਤ ਮੁੱਖ ਮੰਤਰੀ ਨਹੀਂ ਬਣਿਆ ਅਜੇ ਤੱਕ। ਵਾਹ ਜੀ ਵਾਹ, ਇਹ ਜ਼ਰੂਰ ਬਣਾਉਣਾ ਚਾਹੀਦਾ ਐਤਕੀ। ਮੈਂ ਤਾਂ ਕਹਿੰਦਾ ਵੀ ਐਲਾਨ ਹੋਣਾ ਚਾਹੀਦਾ ਇਸ ਚੀਜ਼ ਦਾ। ਹੁਣ ਦੇਖੋ ਇਹ ਜਿਹੜਾ ਦਲਿਤ ਮੁੱਖ ਮੰਤਰੀ ਵਾਲਾ ਕੰਮ, ਉਹ ਕਹਿੰਦੇ ਵੀ ਯਾਰ ਡਿਮਾਂਡਾਂ 3-4 ਰੱਖੋ, ਦੇਖੋ ਕਿਤੇ ਗੱਲ ਚੱਲਦੀ ਆ, ਇੱਕ ਤਾਂ ਮੰਨਣਗੇ ਕੋਈ ਤੇ ਮੰਨਣਗੇ ਨਾ। ਬਾਕੀ ਕੁੱਲ ਮਿਲਾ ਕੇ ਹੁਣ ਇਹ ਨਹੀਂ ਪਤਾ ਵੀ ਇਹ ਸਾਰੇ ਕੁਝ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀਆਂ ਤਾਕਤਾਂ ਕੰਮ ਆ ਗਈਆਂ, ਜਾਂ ਫਿਰ ਦੁੱਲੋ ਸਾਹਿਬ ਨੇ ਸੋਚਿਆ ਵੀ ਯਾਰ ਇੱਧਰੋਂ ਪਰਿਵਾਰ ਚੋਂ ਬੰਦੇ ਵਾਹਵਾ ਤੁਰੇ ਤਰੇ ਜਾਂਦੇ ਆ, ਮੇਰਾ ਚੇਤਾ ਰੱਖਿਓ ਇਹ ਨਾ ਹੋਵੇ ਆਖਰੀ ਉਮਰੇ ਫਿਰ ਭਾਈ ਸਾਹਿਬ ਕੋਈ ਇੱਧਰੋਂ ਉੱਧਰੋਂ ਰਾਜ ਸਭਾ ਦੀ ਮੈਂਬਰੀ ਕੋ ਹੋਰ ਹੀ ਦੇ ਜਾਵੇ। ਨਹੀਂ, ਉਹ ਬਹੁਤ ਜ਼ਰੂਰੀ ਹੈ। ਤੇ ਆਪਾਂ ਥੋੜੀ ਜਿਹੀ ਗੱਲ ਬੀਬੀ ਲక్ష్ਮੀ ਕਾਂਤਾ ਚਾਵਲਾ ਦੀ ਕਰੀਏ, ਜ਼ਿਲ੍ਹੇ ਵਾਲੇ ਬਾਗ ਵਾਲੀ। ਹਾਂਜੀ, ਨਹੀਂ ਦੇਖੋ ਕਰਨੀ ਬਣਦੀ ਆ। ਹੁਣ ਜੇ ਹਿਸਾਬ ਨਾਲ ਉਹ ਗਏ ਆ, ਅੰਮ੍ਰਿਤਸਰ ਦੇ ਲੀਡਰ ਨੇ, ਪਤਾ ਨਹੀਂ ਮੈਨੂੰ ਸਮਝ ਨਹੀਂ ਲੱਗੀ ਵੀ ਇੰਨੇ ਦਿਨ ਕਿਉਂ ਲੱਗ ਗਏ ਉਹਨਾਂ ਨੂੰ ਜ਼ਿਲ੍ਹੇ ਵਾਲੇ ਬਾਗ ਜਾਂਦੇ ਆ, ਪਰ ਜਾਣਦੇ ਆ ਉਹਨਾਂ ਨੇ ਜਿਹੜਾ ਇਤਰਾਜ਼ ਪ੍ਰਗਟ ਕੀਤਾ ਵੀ ਦੇਖੋ ਜੀ ਇਹ ਤੇ ਗੱਲ ਕਲੀਅਰ ਆ ਵੀ ਜਿਹੜੀ ਗੱਲ ਲੋਕ ਕਹਿੰਦੇ ਆ ਵੀ ਜ਼ਿਲ੍ਹੇ ਵਾਲੇ ਬਾਗ ਦੀ ਜਿਹੜੀ ਉਹ ਇਤਿਹਾਸਕ ਦੇਖ ਸੀ ਉਹ ਨਹੀਂ ਰਹਿਣ ਦਿੱਤੀ। ਇਹ ਸਾਰੇ ਕੁਝ ਦਾ ਹਿਸਾਬ ਮਿਲਣਾ ਚਾਹੀਦਾ ਵੀ ਇਹ 20 ਕਰੋੜ ਰੁਪਈਆ ਕਿਹਨੇ ਲਾਇਆ, ਕਿੱਦਾਂ ਲਾਇਆ। ਮੇਨ ਜਿਹੜੀ ਗੱਲ ਦਾ ਇਤਰਾਜ਼ ਉਹਨਾਂ ਨੇ ਪ੍ਰਗਟ ਕੀਤਾ ਵੀ ਉਹ ਜਿਹੜੀ ਮੁੱਖ ਗਲੀ ਆ, ਤੰਗ ਗਲੀ, ਉਹਦੇ ਵਿੱਚ ਜਿਹੜੀਆਂ ਉਹ ਤਸਵੀਰਾਂ ਜਾਂ ਬੁੱਤ ਲਾਏ ਨੇ ਵੀ ਜਿੱਦਾਂ ਬੰਦੇ ਬੜੇ ਹੱਸਦੇ ਖੇਡਦੇ ਵਿਸਾਖੀ ਵੇਖਣ ਗਏ ਹੁੰਦੇ, ਉਹ 'ਤੇ ਇਤਰਾਜ਼ ਆ। ਦੇਖੋ ਸੰਧਾਲੀਆ ਸਾਹਿਬ, ਬੀਬੀ ਲక్ష్ਮੀ ਕਾਂਤਾ ਚਾਵਲਾ ਕੈਬਨਿਟ ਮੰਤਰੀ ਪੰਜਾਬ ਦੇ ਵਿੱਚ ਰਹਿ ਚੁੱਕੇ ਆ, ਭਾਜਪਾ ਦੇ ਲੀਡਰ ਨੇ ਤੇ ਭਾਜਪਾ ਦੇ ਕੋਟੇ 'ਚ ਰਹਿ ਚੁੱਕੇ ਆ। ਅੱਜ ਵੀ ਉਹ ਭਾਜਪਾ 'ਚ ਨੇ, ਤੇਜ਼ ਤਰਾਰ ਨੇ ਬਹੁਤ। ਇੱਕ ਵਾਰੀ ਮੈਨੂੰ ਯਾਦ ਹੈ ਕਿ ਬੀਬੀ ਲక్ష్ਮੀ ਕਾਂਤਾ ਚਾਵਲਾ ਪਾਰਟੀ ਦੀ ਕਿਸੇ ਮੀਟਿੰਗ 'ਚ ਰੇਲ ਗੱਡੀ ਜਾਂਦੇ ਸੀ ਤੇ ਉਹਨਾਂ ਨੇ ਦੇਖਿਆ ਕਿ ਰੇਲ ਗੱਡੀ ਦੀਆਂ ਸੀਟਾਂ ਹੀ ਪਾਟੀਆਂ ਨੇ, ਉਹ ਜਿੱਥੇ ਬਹਿਣਾ ਹੁੰਦਾ। ਉਹਨਾਂ ਨੇ ਉਸੇ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤਾ ਸੀ ਤੇ ਕਹਿੰਦੇ ਸੀ ਕਿ ਭਾਈ ਮੈਂ ਜਿਹੜੇ ਸਟੇਸ਼ਨ ਤੇ ਉਤਰਨਾ ਉਹ ਤੋਂ ਪਹਿਲਾਂ ਕਾਰਵਾਈ ਹੋਣੀ ਚਾਹੀਦੀ ਤੇ ਸਰਕਾਰ ਕੇਂਦਰ ਦੇ ਵਿੱਚ ਉਹਨਾਂ ਦੀ ਆਪਣੀ ਸੀ ਤੇ ਰੇਲਵੇ ਮਹਿਕਮਾ ਉਹਨਾਂ ਦੇ ਕੋਲੇ ਹੁੰਦਾ। ਹੁਣ ਬਹੁਤ ਸਾਰੇ ਜਥੇਬੰਦੀਆਂ ਵਾਲੇ ਕਹਿੰਦੇ ਸੀ ਕਿ ਭਾਈ ਜੱਲਿਆਂਵਾਲੇ ਬਾਗ ਦੇ ਉੱਤੇ 20 ਕਰੋੜ ਤਕਰੀਬਨ ਰੁਪਈਆ ਲਾਤਾ, 1.5 ਸਾਲ ਉਹਨੂੰ ਬੰਦ ਰੱਖਿਆ, ਗਲਤ ਕੀਤਾ। ਤੇ ਅੱਜ ਧਰਨਾ ਪ੍ਰਦਰਸ਼ਨ ਵੀ ਹੈ, ਕਹਿੰਦੇ ਧਾਰਾ 144 ਦਾ ਵੀ ਚਰਚਾ ਹੈ ਕਿ ਗਲਤ ਕੀਤਾ, ਪੁਰਾਤਨ ਸਰੂਪ ਬਹਾਲ ਕੀਤਾ ਜਾਵੇ, ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਹੀ ਨਹੀਂ ਲੱਗਣਾ ਉੱਥੇ ਕੀ ਸੀ। ਭਾਜਪਾ ਦੇ ਕਿਸੇ ਲੀਡਰ ਨੇ ਨਹੀਂ ਸੀ ਕਿਹਾ। ਇਸ ਗੱਲ ਦੀ ਅਹਿਮੀਅਤ ਹੀ ਇਸੇ ਗੱਲ 'ਚ ਹੈ ਕਿ ਬੀਬੀ ਲక్ష్ਮੀ ਕਾਂਤਾ ਚਾਵਲਾ ਬੀਜੇਪੀ ਦੇ ਲੀਡਰ ਹੁੰਦਿਆਂ ਖੁਦ ਬੋਲੇ ਆ। ਉਹ ਕਹਿੰਦੇ ਇੱਕ ਤਾਂ ਪੈਸਿਆਂ ਦਾ ਹਿਸਾਬ ਦਿਓ, ਦੂਸਰਾ ਤੁਸੀਂ ਧੱਕਾ ਕੀਤਾ ਕਿ 1.5 ਸਾਲ ਇਹਨੂੰ ਬੰਦ ਰੱਖਿਆ, ਲੋਕ ਦੂਰੋਂ ਆਉਂਦੇ ਸੀ, ਦੇਸ਼ ਭਰ ਦੇ ਵਿੱਚੋਂ ਬਾਹਰੋਂ ਮੱਥਾ ਟੇਕ ਕੇ ਮੁੜਦੇ ਸੀ, ਤੁਹਾਨੂੰ ਹੱਕ ਕਿਹਨੇ ਦਿੱਤਾ 1.5 ਸਾਲ ਬੰਦ ਰੱਖਣ ਦਾ। ਤੀਸਰੀ ਗੱਲ ਉਹ ਕਹਿੰਦੇ ਕਿ ਜਿਹੜਾ ਸ਼ਹੀਦੀ ਖੂਹ ਆ ਉਹਨੂੰ ਤੁਸੀਂ ਸ਼ੀਸ਼ਿਆਂ ਵਾਲਾ ਇੱਕ ਥਾਂ ਬਣਾਤਾ, ਫੀਲ ਹੀ ਨਹੀਂ ਆਉਂਦਾ।
ਚੌਥਾ ਉਹ ਕਹਿੰਦੇ ਕਿ ਜਿੱਦਾਂ ਦੇ ਤੁਸੀਂ ਹੱਸਦੇ ਹੱਸਦੇ ਬੰਦਿਆਂ ਦੀਆਂ ਭੀੜੀ ਗਲੀ ਦੇ ਵਿੱਚ ਮੂਰਤੀਆਂ ਲਾਤੀਆਂ, ਉਦੋਂ ਤਾਂ ਐਂ ਲੱਗਾ ਹੀ ਲੋਕੀ ਹੱਸਣ ਨੱਚਣ ਗਾਉਣ ਗਿਆ ਸੀ, ਉਦੋਂ ਤਾਂ ਦੇਸ਼ ਗੁਲਾਮੀ ਦੇ ਵਿੱਚ ਸੀ। ਚੌਥਾ ਉਹ ਕਹਿੰਦੇ ਕਿ ਜਿਹੜੀ ਉਹ ਜੋਤੀ ਆ ਉੱਥੇ, ਉਹ ਤੁਸੀਂ ਜਿਸ ਤਰੀਕੇ ਦੇ ਨਾਲ ਹੁਣ ਪਿੱਛੇ ਕਰ ਦਿੱਤੀ, ਉਹਨੂੰ ਪਹਿਲਾਂ ਵਾਲੇ ਥਾਂ ਲਿਆਓ। ਫਿਰ ਕਹਿੰਦੇ ਜਿਹੜੀਆਂ ਪੁਰਾਣੀਆਂ ਤਸਵੀਰਾਂ ਪਈਆਂ ਸੀ ਬਹੁਤ ਸਾਰੀਆਂ ਗੈਲਰੀ ਦੇ ਵਿੱਚ, ਤੁਸੀਂ ਉਹ ਪਰੇ ਕਰ ਦਿੱਤੀਆਂ ਕਿਤੇ, ਉਹ ਦੁਬਾਰਾ ਆ ਕੇ ਉੱਥੇ ਲਾਓ। ਇੱਕ ਤੋਂ ਬਾਅਦ ਇੱਕ ਜਿੰਨੇ ਇਤਰਾਜ਼ ਉਹਨਾਂ ਨੇ ਪ੍ਰਗਟ ਕੀਤੇ ਆ, ਉਹ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੂੰ, ਇਹ ਤਾਂ ਕਰਾ ਕੇ ਰਹਾਂਗੇ ਸਾਡਾ ਅੰਮ੍ਰਿਤਸਰੀਆਂ ਨਾਲ ਧੱਕਾ। ਕਹਿੰਦੇ ਜਿਹਨੇ ਤਾਂ ਜੱਲਿਆਂਵਾਲਾ ਪਹਿਲਾਂ ਵਾਰੀ ਦੇਖਣਾ ਹੈ, ਉਹਨੂੰ ਪਤਾ ਹੀ ਨਹੀਂ ਲੱਗਣਾ ਕਿੱਥੇ ਹੋਇਆ ਕੀ ਸੀ। ਅਸੀਂ ਅੰਮ੍ਰਿਤਸਰੀਆਂ ਨੇ ਕਹਿੰਦੇ ਅਸੀਂ ਇਹਨੂੰ ਰੋਜ਼ ਦੇਖਦੇ ਹਾਂ, ਉੱਥੇ ਜਾਂਦੇ ਹਾਂ ਤੇ ਸਾਨੂੰ ਪਤਾ ਕਿ ਇਹਦਾ ਸਰੂਪ ਕਿੰਨਾ ਵਿਗਾੜ ਦਿੱਤਾ ਗਿਆ। ਉਹ ਕਹਿੰਦੇ ਮੁਰੰਮਤ ਕਰਨੀ ਹੁੰਦੀ, ਕੋਈ ਚੀਜ਼ ਡਿੱਗਦੀ ਆ ਉਹਨੂੰ ਜੋੜ ਦਿਓ, ਇਹ ਥੋੜਾ ਪੱਟ ਕੇ ਉੱਥੇ ਹੋਰ ਤਰ੍ਹਾਂ ਦੀ ਲਾ ਦਿਓ। ਅਸੀਂ ਕਹਿੰਦੇ ਪੁਰਾਣਾ ਸਰੂਪ ਇਹਦਾ ਬਹਾਲ ਕਰਾ ਕੇ ਰਹਿਣਾ। ਸ਼ਵੇਤ ਮਲਿਕ ਸਾਹਿਬ ਨੂੰ ਪੁੱਛਿਆ, ਉਹ ਮੈਂਬਰ ਨੇ, ਉਹ ਵੀ ਅੰਮ੍ਰਿਤਸਰੀ ਨੇ, ਉਹ ਵੀ ਅੰਮ੍ਰਿਤਸਰੀ ਦੇ ਰਾਜ ਸਭਾ ਦੇ ਮੈਂਬਰ ਨੇ ਤੇ ਉਸ ਕਮੇਟੀ ਦੇ ਵੀ ਮੈਂਬਰ ਆ ਜਿਨ੍ਹਾਂ ਦੇ ਰਾਹੀਂ ਇਹ ਸਾਰਾ ਕੁਝ ਹੋਇਆ। ਪਹਿਲਾਂ ਕੈਪਟਨ ਸਾਹਿਬ ਨੂੰ ਵੀ ਪੁੱਛਿਆ, ਤੁਹਾਨੂੰ ਯਾਦ ਹੋਣਾ, ਉਹ ਕਹਿੰਦੇ ਜਿੰਨਾ ਮੈਂ ਦੇਖਿਆ ਵੀਡੀਓ ਕਾਨਫਰੰਸ ਦੇ ਰਾਹੀਂ ਮੈਨੂੰ ਤਾਂ ਠੀਕ ਜਾਪਿਆ, ਵਧੀਆ ਜਾਪਿਆ, ਨਾਈਸ। ਹਾਂ ਨਹੀਂ, ਉਹ ਕਹਿੰਦੇ ਜੇ ਕੁਝ ਹੋਵੇਗਾ ਤੇ ਆਪਾਂ ਦੇਖ ਲਵਾਂਗੇ। ਉਦੋਂ ਗੱਲ ਗੋਲ ਹੀ ਕਰਕੇ ਸੀ। ਮੈਨੂੰ ਲੱਗਦਾ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਬੰਦੇ ਨੇ ਉਹਨਾਂ ਦੇ, ਪਿਛਲੇ ਦਿਨੀ ਜਦੋਂ ਅੰਮ੍ਰਿਤਸਰ 2 ਦਿਨ ਲਾ ਕੇ ਆਏ ਆ, ਕਈਆਂ ਦੇ ਘਰੇ ਰੋਟੀ ਖਾਣ ਗਏ ਸੀ, ਚਾਹ ਪੀਣ ਗਏ ਸੀ, ਇੱਕ ਅੱਧੇ ਨੂੰ ਭੇਜ ਦੇਣਾ ਚਾਹੀਦਾ ਸੀ ਕਿ ਵੀਡੀਓਗ੍ਰਾਫੀ ਕਰਾ ਕੇ ਦੱਸੋ। ਸ਼ਵੇਤ ਮਲਿਕ ਸਾਹਿਬ ਨੂੰ ਪੁੱਛਿਆ, ਉਹ ਕਹਿੰਦੇ ਜੇ ਬੀਬੀ ਲక్ష్ਮੀ ਕਾਂਤਾ ਚਾਵਲਾ ਨੂੰ ਇਤਰਾਜ਼ ਹੈ ਤੇ ਇੱਕ ਚਿੱਠੀ ਲਿਖਣ ਸੱਭਿਆਚਾਰਕ ਮਾਮਲਿਆਂ ਬਾਰੇ ਜਿਹੜਾ ਭਾਰਤ ਸਰਕਾਰ ਦਾ ਮੰਤਰਾਲਾ ਹੈ, ਉਹਨਾਂ ਤੋਂ ਹਿਸਾਬ ਲੈ ਲੈਣ ਕਿ ਉਹ 19 ਕਰੋੜ ਕੁਛ ਲੱਖ ਰੁਪਈਆ ਸੀ ਕਿੱਥੇ ਖਰਚਿਆ। ਤੇ ਦੂਸਰਾ ਕਹਿੰਦੇ ਨਹੀਂ, ਇਹ ਗੱਲ ਬਿਲਕੁਲ ਗਲਤ ਹੈ, ਕੋਈ ਛੇੜਛਾੜ ਨਹੀਂ ਕੀਤੀ ਗਈ, ਆਪ ਦੇਖਿਆ ਜਾ ਕੇ। ਹੁਣ ਇੱਕੋ ਪਾਰਟੀ ਦੇ 2 ਲੀਡਰ ਨੇ ਤੇ ਇੱਕ ਕਹਿੰਦੇ ਕਿ ਸਾਰੀ ਛੇੜਛਾੜ ਕਰਦੇ ਤੇ ਦੂਜੇ ਕਹਿੰਦੇ ਬਿਲਕੁਲ ਨਹੀਂ ਕੀਤੀ। ਅਸਲ ਗੱਲ ਕੀ ਹੈ, ਜਾਂਚ ਕਰਾਉਣੀ ਚਾਹੀਦੀ ਹੈ। ਨਹੀਂ, ਉਹ ਤਾਂ ਹੈਗੀ ਆ, ਪਰ ਕੁੱਲ ਮਿਲਾ ਕੇ ਇੰਨਾ ਤੇ ਹੈਗਾ ਹੀ ਆ WhatsApp ਵੀ ਜਦੋਂ ਆਪਾਂ ਕਿਸੇ ਪੁਰਾਣੀ ਚੀਜ਼ ਨੂੰ ਦੇਖਣ ਜਾਂਦੇ ਆ ਤੇ ਬੰਦਾ ਫਿਰ ਉਹ ਪੁਰਾਣੀ ਚੀਜ਼ ਦਿਮਾਗ 'ਚ ਹੁੰਦੀ ਵੀ ਯਾਰ ਕਿਵੇਂ ਦੀ ਹੋਊਗੀ। ਅਜੇ ਤੁਸੀਂ ਤਤੇ ਤਾਜ਼ੇ ਆਟਵਾ ਦੇਖ ਕੇ ਆਏ ਹੋ, ਅੰਗਰੇਜ਼ਾਂ ਵਾਲੀ ਪਾਰਲੀਮੈਂਟ ਆ ਉਹ ਜੀ, ਉਹ ਕਹਿੰਦੇ ਵੀ 10 ਸਾਲ ਲੱਗਣੇ। ਉਹ ਕੱਲਾ ਪੱਥਰ ਜਿਹੜਾ ਉਤੋਂ ਐ ਉਹਨਾਂ ਨੇ ਮਿੱਟੀ ਝਾੜ ਕੇ, ਉਹ ਜਿਹੜੀਆਂ ਤਾਂਬੇ ਦੀਆਂ ਛੱਤਾਂ ਦੀਆਂ ਉਹਨਾਂ ਨੂੰ ਐ ਸਾਫ਼-ਸੂਫ ਕਰਕੇ ਉਹ ਉੱਦਾਂ ਦਾ ਬਣਾਉਣਾ ਜਿਵੇਂ ਦਾ ਉਹ 1800 ਕੁਛ ਤੋਂ ਬਣੀ ਸੀ ਬਿਲਡਿੰਗ ਹੈ ਨਾ। ਹੁਣ ਜੀ ਇਹ ਉੱਦਾਂ ਰੱਖ ਸਕਦੇ ਆ ਵੀ ਯਾਰ ਜੇ ਉਦੋਂ ਬਣੀ ਸੀ ਤੇ ਆਪਾਂ ਐਜ਼ ਇਟ ਇਜ਼ ਰੱਖਣਾ। ਹੁਣ ਕੈਨੇਡਾ ਦੇ ਹਿਸਾਬ ਨਾਲ ਇਹਨਾਂ ਕੋਲ ਕਿਹੜੇ ਵੀ ਪੱਥਰ ਨਹੀਂ ਹੈਗੇ ਨਵੀਂ ਤਰ੍ਹਾਂ ਦੇ, ਬਿਲਕੁਲ ਠੀਕ, ਇਹਨਾਂ ਕੋਲ ਕਿਹੜਾ ਵੀ ਮਤਲਬ ਉਹੋ ਜਿਹੀਆਂ ਰੌਸ਼ਨੀਆਂ ਤੇ ਉਹੋ ਜਿਹੇ ਬੁੱਤ ਨਹੀਂ ਲਾਏ ਜਾਂਦੇ। ਜੀ ਜਾਂ ਤਾਂ ਇਹਨਾਂ ਨੂੰ ਸਮਝ ਨਹੀਂ ਹੈਗੀ, ਜਾਂ ਫਿਰ ਉੱਥੇ ਜਿਹੜੇ ਰੈਨੋਵੇਟ ਕਰਦੇ ਸੀ ਉਹ ਥੋੜ੍ਹੇ ਜਿਹੇ ਜ਼ਿਆਦਾ ਸਿਆਣੇ। ਫਰਕ ਤਾਂ ਇੰਨਾ ਕੀ ਹੈ। ਨਹੀਂ, ਹੁਣ ਜਦੋਂ ਬਹੁਤ ਵੱਡੀ ਪੱਧਰ ਤੇ ਰੌਲਾ ਪਈ ਜਾਂਦਾ, ਜਾਂਚ ਹੋ ਜਾਣੀ ਚਾਹੀਦੀ ਹੈ। ਪੁਰਾਣਾ ਸਰੂਪ ਬਹਾਲ, ਜੇ ਨਵਾਂ ਹੋ ਸਕਦਾ ਪੁਰਾਣੇ ਸਰੂਪ ਨੂੰ ਵੀ ਥੋੜਾ ਬਹਾਲ ਕਰ, ਜਿੰਨਾ ਕੁ ਹੋ ਸਕਦਾ, ਸਾਰਾ ਤਾਂ ਨਹੀਂ ਹੋ ਸਕਣਾ। ਤੇ ਇਹ ਗੱਲ ਪੱਕੀ ਹੈ ਕਿ ਦੁਨੀਆ ਦੇ ਜਿਹੜੇ ਮਰਜ਼ੀ ਮੁਲਕ ਦੇ ਵਿੱਚ ਚਲੇ ਜਾਓ, ਜਿਹੜੇ ਮਰਜ਼ੀ ਘਰ 'ਚ ਚਲੇ ਜਾਓ, ਲੋਕ ਬਹੁਤ ਮਾਣ ਨਾਲ ਦਿਖਾਉਂਦੇ ਆ, ਮੇਰੀ ਦਾਦੀ ਦੀ ਪੱਖੀ, ਆ ਮੇਰੀ ਨਾਨੀ ਦੀ ਪੱਖੀ, ਆ ਮੰਜਾ ਕੁਰਸੀ, ਆ ਪੀੜੀ, ਉਹ ਜਿਹੜੇ ਸਾਡੇ ਵੱਡੇ ਵਡੇਰੇ ਵਰਤਦੇ ਸੀ। ਅਸੀਂ ਚਾਹੇ ਉਹ ਧਾਰਮਿਕ ਥਾਵਾਂ ਹੋਣ, ਚਾਹੇ ਉਹ ਸੱਭਿਆਚਾਰ ਦੇ ਨਾਲ ਸੰਬੰਧਿਤ ਹੋਣ, ਚਾਹੇ ਵਿਰਸੇ ਦੇ ਨਾਲ ਸੰਬੰਧਿਤ ਹੋਣ, ਚਾਹੇ ਆਜ਼ਾਦੀ ਦੇ ਸੰਘਰਸ਼ ਨਾਲ ਸੰਬੰਧਿਤ ਹੋਣ, ਪਤਾ ਨਹੀਂ ਕੀ ਗੱਲ ਹੈ, ਸਾਨੂੰ ਪੁਰਾਣੇ ਚੁੱਲ੍ਹੇ 'ਚ ਲੱਤ ਮਾਰ ਕੇ ਢਾਹ ਕੇ ਸਵਾਦ ਬੜਾ ਆਉਂਦਾ। ਹਾਂ, ਨਾਲ ਇਹ ਹੈ ਵੀ ਇਹਨਾਂ ਨੂੰ ਮਕਰਾਣੇ ਤੋਂ ਸੰਗ ਮਰਮਰ ਮਿਲਾਇਆ, ਇਹ ਮਲ ਦੇਣਾ ਬਸ, ਇੱਧਰ ਵੀ ਮਲ ਦੇਣਾ ਪੱਥਰ, ਉੱਧਰ ਵੀ ਮਲ ਦੇਣਾ, ਕੋਈ ਜਗ੍ਹਾ ਰਹਿਤ ਨਹੀਂ ਕਹਿੰਦੇ ਥੋੜਾ ਜਿਹਾ ਵਧਿਆ। ਇੱਦਾਂ ਕਰੋ ਬਈ ਇੱਥੇ ਲਾ ਦਿਓ, ਫਰਸ਼ ਹੀ ਲਾ ਦਿਓ, ਟੁਕੜੀ ਲਾਓ, ਇੱਕ ਨਾ ਵੇਖੀ, ਬਾਕੀ ਬਾਅਦ 'ਚ ਦੇਖਦੇ ਹਾਂ, ਹੈ ਨਾ। ਇਹ ਚਲੋ ਇਹ ਆਦਤਾਂ ਨੇ ਜੀ, ਪਤਾ ਨਹੀਂ ਕਿਉਂ ਸਾਡੇ 'ਚੋਂ ਜਾਂਦੀਆਂ ਨਹੀਂ। ਬਾਕੀ ਆਪਣੇ ਜਾਣ ਦਾ ਟਾਈਮ ਹੋ ਗਿਆ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।